ਕਹਿੰਦੇ ਨੇ ਨਾ ਇੱਕ ਸੇਬ ਸਾਰੇ ਪੂਰੀ ਪੇਟੀ ਨੂੰ ਖਰਾਬ ਕਰ ਦਿੰਦਾ। ਉਸ ਹਿਸਾਬ ਨਾਲ ਉੱਥੇ ਇੱਕ ਮੁੰਡਾ ਸਾਡੇ ਕੋਲ ਆਉਂਦਾ ਹੁੰਦਾ ਸੀ, ਸ਼ੀਸ਼ੀਆਂ ਪੀਂਦਾ ਹੁੰਦਾ ਸੀਗਾ। ਉਹਦੀ ਉੱਥੇ ਸਟਾਰਟਿੰਗ ਹੁੰਦੀ ਆ, ਉੱਥੋਂ ਸਾਡਾ ਦੌਰ ਸ਼ੁਰੂ ਹੋ ਜਾਂਦਾ ਸ਼ੀਸ਼ੀਆਂ ਦਾ ਜੀ। ਸ਼ੌਂਕ 'ਚ ਕਰਕੇ ਦੇਖਿਆ? ਨਹੀਂ, ਸਾਨੂੰ ਵਧੀਆ ਨਹੀਂ ਸੀ ਲੱਗਦਾ। ਅਸੀਂ ਉਹਨੂੰ ਰੋਕਦੇ ਵੀ ਸੀ, ਟੋਕਦੇ ਵੀ ਸੀਗੇ, ਪਰ ਉਹਨੇ ਨਾ ਜਦ ਵੀ ਆਉਣਾ, ਉਹਨੇ ਜਦੋਂ ਪੀ ਲੈਣੀ, ਉਹਨੇ ਵਧੀਆ ਗੱਲਾਂ ਕਰਨੀਆਂ। ਉਹਨੇ ਸਾਨੂੰ ਵੀ ਕਹਿਣਾ ਯਾਰ ਤੁਸੀਂ ਥੋੜ੍ਹੀ ਜਿਹੀ ਪੀ ਕੇ ਦੇਖੋ, ਕੁਛ ਨਹੀਂ ਹੁੰਦਾ ਹੈਗਾ। ਮਤਲਬ 6-7 ਦਿਨ ਬਾਅਦ ਥੋੜ੍ਹੀ ਜਿਹੀ ਉਹਨੇ ਸਾਨੂੰ ਪਿਲਾਤੀ। ਜਦੋਂ ਪੀ ਕੇ ਦੇਖੀ ਤਾਂ ਸਾਨੂੰ ਜਦੋਂ ਬੰਦਾ ਫਸਟ ਟਾਈਮ ਨਸ਼ਾ ਕਰਦਾ, ਇੱਕ ਨਵੀਂ ਚੜ੍ਹਦੀ ਉਮਰ ਹੁੰਦੀ ਜਵਾਨੀ ਦੀ, ਉਦੋਂ ਬੜਾ ਵਧੀਆ ਲੱਗਿਆ ਵੀ ਇਹਦੀ ਕਿ ਇਹਦਾ ਚੀਜ਼ ਹੀ ਬਹੁਤ ਵਧੀਆ। ਸ਼ੀਸ਼ੀਆਂ, ਫਿਰ ਉਸ ਤੋਂ ਬਾਅਦ ਹੋਰ ਕਿਹੜੇ ਨਸ਼ੇ ਦੀ ਫਿਰ ਆਦਤ ਪੈਣੀ ਸ਼ੁਰੂ ਹੋ ਗਈ ਤੁਹਾਨੂੰ? ਪਹਿਲਾਂ ਤਾਂ ਸ਼ੀਸ਼ੀਆਂ ਹੀ ਪੀਂਦੇ ਸੀਗੇ, ਫਿਰ ਹੌਲੀ ਹੌਲੀ ਨਾਲ ਸਿਗਰਟਾਂ ਪੀਣ ਲੱਗ ਗਏ। ਸ਼ੀਸ਼ੀਆਂ ਤੋਂ ਬਾਅਦ ਫਿਰ ਸਰਕਲ ਬੰਦੇ ਦਾ ਉੱਦਾਂ ਦਾ ਬਣ ਜਾਂਦਾ ਸੀ। 2010 ਤੋਂ ਸਟਾਰਟਿੰਗ ਹੁੰਦੀ ਹੈ, 2009-10 ਤੋਂ, ਫਿਰ 2017 ਤੱਕ, 16 ਦਾ ਐਂਡ ਤੱਕ ਚਿੱਟਾ ਪੀਤਾ ਜਾਂਦਾ ਹੈ। ਵੈਸੇ ਬੰਦਾ ਘਰਦਿਆਂ ਤੋਂ ਲੁਕਾਉਂਦਾ ਵੀ ਮੈਂ ਨਹੀਂ ਕਰਿਆ, ਝੂਠ ਬੋਲਦੇ ਆ ਘਰ ਦੂਜੇ ਤੋਂ ਵੀ ਮੈਂ ਨਹੀਂ ਕਰਦਾ ਹੈਗਾ, ਪਰ ਅਸਲ ਦੇ ਵਿੱਚ ਤਾਂ ਆਪਦੇ ਆਪ ਨੂੰ ਸੈਟਿਸਫਾਈ ਕਰਨ ਲਈ ਬੰਦਾ ਕਰਦਾ, ਪਰ ਘਰਦਿਆਂ ਨੂੰ ਝੂਠ ਬੋਲੀ ਜਾਂਦਾ ਮੈਂ ਨਹੀਂ ਕਰਦਾ। ਪਰ ਹੌਲੀ ਹੌਲੀ ਫਿਰ ਇੱਕ ਦਿਨ ਇੱਦਾਂ ਦਾ ਆਉਂਦਾ, ਘਰਦਿਆਂ ਨੂੰ ਵੀ ਪਤਾ ਲੱਗ ਹੀ ਜਾਂਦਾ, ਕਿਉਂਕਿ ਜਿਹੜਾ ਬੰਦਾ ਟ੍ਰੇਨਡ ਆ ਉਹਦੇ ਨਾਲ ਹੀ ਬੰਦਾ ਬੈਠੂਗਾ। ਜਦੋਂ ਉਹਨੇ ਪਹਿਲੀ ਵਾਰ ਮਤਲਬ ਲਾਇਆ, ਉਦੋਂ ਬੜਾ ਹੋਰ ਵੀ ਵਧੀਆ ਲੱਗਿਆ, ਮਜ਼ਾ ਆਇਆ। ਫਿਰ ਸੋਚਿਆ ਵੀ ਨਹੀਂ ਯਾਰ, ਉਹਦੇ ਨਾਲ ਰੈਪ 'ਤੇ ਪੀਣ ਨਾਲ ਤਾਂ ਕੰਮ ਵਧੀਆ, ਨਾਲੇ 2 ਮਿੰਟ 1 ਸਕਿੰਟ ਲੱਗਦਾ ਵਾ। ਪੈਸਾ ਕਿੱਥੋਂ ਆਉਂਦਾ ਸੀ ਇੰਨੇ ਤਾਂ ਦਿਨ ਖਰਚਾ ਕਰਨਾ? ਕਿੰਨੇ ਕੁ ਪੈਸਿਆਂ ਦਾ ਨਸ਼ਾ ਵੀ ਪੀ ਚੁੱਕੇ ਹੋ? ਪੈਸਾ ਦੇਖੋ ਜੀ, ਜਦੋਂ ਬੰਦਾ ਇਹ ਲਾਈਨ 'ਚ ਆ, ਉਹਦਾ ਲਿੰਕ ਬਣ ਜਾਂਦੇ ਨੇ। ਜ਼ਰੂਰੀ ਨਹੀਂ ਗਾ ਕਿ ਉਹ ਡੇਲੀ ਪੈਸਾ ਖਰਚਦਾ, ਜਿਹਦੇ ਕੋਲ ਹੈਗਾ ਖਰਚ ਵੀ ਲੈਂਦਾ ਵਾ। ਪਰ ਜਿੱਦਾਂ ਹੁਣ ਨਾਲ ਦਾ ਫਰੈਂਡ, ਉਹਨੇ ਕਹਤਾ ਮੈਨੂੰ ਦਵਾ ਦੇ ਯਾਰ, ਦੂਸਰੇ ਦਾ ਫੋਨ ਆ ਗਿਆ, ਕੱਲ੍ਹ ਨੂੰ ਦੂਜੇ ਨਾਲ ਆਪਾਂ 2-3 ਦਿਨ ਕਿਸੇ ਨੂੰ ਪਿਲਾਉਂਦੇ ਆ, ਉਹ ਤੋਂ ਪੀ ਲੈਂਦੇ ਸੀਗੇ। ਬਾਕੀ ਰਹੀ ਪੈਸਿਆਂ ਦੀ, ਘਰੋਂ ਵੀ ਲੈ ਲੈਂਦੇ ਸੀ, ਝੂਠ ਬੋਲ ਦਿੰਦੇ ਸੀ, ਕੱਪੜੇ ਲੈਣੇ ਨੇ ਜਾਂ ਜਿਵੇਂ ਕਿਰਾਇਆ ਇਕੱਠਾ ਕਰਦੇ ਸੀ, ਉਹਦੇ ਵਿੱਚੋਂ ਬਚਾ ਲੈਣੇ। 70 ਲੱਖ ਰੁਪਏ ਦਾ ਨਸ਼ਾ ਪੀ ਚੁੱਕੇ ਹੋ? ਦੇਖੋ, ਇਹ ਆਪਾਂ ਇਕੱਠਾ ਤਾਂ ਪੀਤਾ ਨਹੀਂ ਗਾ ਜੀ। ਜੇ ਆਪਾਂ 14 ਸਾਲ ਨਸ਼ਾ ਕਰਿਆ, ਜੇ ਆਪਾਂ ਦਿਨ ਦਾ 2000 ਦਾ ਵੀ ਲਾਉਂਦੇ ਆ, ਸਵੇਰੇ ਕਰਦੇ ਆ, ਜਿਹੜੇ ਪੀਂਦੇ ਉਹਨਾਂ ਨੂੰ ਪਤਾ ਵਾ, ਤਾਂ ਲਾ ਲਓ ਤੁਸੀਂ 14 ਸਾਲ ਨਾਲ ਜੋੜ ਲਓ ਕਿੰਨੇ ਹੋ ਗਏ। ਉਹ ਜ਼ਿੰਦਗੀ ਕਿਵੇਂ ਦੀ ਸੀ? ਕਿੰਨਾ ਕੁ ਟੁੱਟੇ ਉਸ ਦੌਰਾਨ? ਕਦੀ ਐਂ ਵੀ ਹੋਇਆ ਕਿ ਅੱਜ ਛੱਡ ਦਈਏ, ਨਹੀਂ ਕਰਨਾ, ਮੇਰੇ ਘਰ ਦੇ ਮੇਰੇ ਤੋਂ ਦੂਰ ਹੁੰਦੇ ਜਾ ਰਹੇ, ਮੇਰੀ ਪਤਨੀ ਮੇਰੇ ਤੋਂ ਦੂਰ ਹੁੰਦੀ, ਬੱਚਿਆਂ ਤੋਂ ਦੂਰ ਹੋ ਰਿਹਾ ਮੈਂ, ਅੱਜ ਮੈਂ ਛੱਡਦਾ? ਬਹੁਤ ਵਾਰੀ ਬੰਦਾ ਸੋਚਦਾ ਜੀ, ਇੱਥੋਂ ਤੱਕ ਵੀ ਸੋਚਦਾ ਵੀ ਜਾਂ ਤਾਂ ਮੈਂ ਮਰ ਹੀ ਜਾਵਾਂ ਇਹਦੇ ਨਾਲ, ਤਾਂ ਵੀ ਚੰਗਾ। ਇਹ ਤਾਂ ਪ੍ਰਮਾਤਮਾ ਹੀ, ਆਪਾਂ ਜਦੋਂ ਦਿਲੋਂ ਉਹਨੂੰ ਅਰਦਾਸ ਕਰਦੇ ਹਾਂ ਫੇਰ ਹੀ ਬਾਹਰ ਆ ਸਕਦੇ ਹਾਂ। ਉਹ ਬਾਂਹ ਫੜ ਕੇ ਕੱਢ ਲਵੇ, ਜਾਂ ਆਪਣਾ ਭੈਣ ਭਾਈ ਆ। ਦੇਖੋ, ਇੱਕ ਮਾਂ ਬਾਪ ਆ ਅਤੇ ਇੱਕ ਭੈਣ ਭਾਈ ਆ, ਜਿਨ੍ਹਾਂ ਨੂੰ ਦੁੱਖ ਆਪਾਂ ਕਹਿੰਦੇ ਦੋਸਤ ਨੇ ਜਾਂ ਹੋਰ ਆਸ ਗੁਆਂਢ ਆ ਵੀ ਯਾਰ ਆਪਣੇ ਰਿਸ਼ਤੇਦਾਰ ਨੇ, ਕੋਈ ਕਿਸੇ ਦਾ ਕੋਈ ਨਹੀਂ ਹੈਗਾ ਜੀ। ਇੱਕ ਤੁਹਾਡਾ ਮਾਂ ਅਤੇ ਬਾਪ ਬਿਨਾਂ ਔਰ ਸਕੇ ਭੈਣ ਭਾਈ ਬਿਨਾਂ ਕਿਸੇ ਨੇ ਸਾਥ ਨਹੀਂ ਦੇਣਾ। ਛੱਡ ਕੇ ਤੁਸੀਂ ਬਾਣੇ ਵਿੱਚ ਆਉਂਦੇ ਹੋ, ਸਿੱਖੀ ਜੀਵਨ ਧਾਰਨ ਕਰਦੇ ਹੋ, ਤਾਂ ਉਦੋਂ ਘਰਦਿਆਂ ਨੇ ਯਕੀਨ ਕਰ ਲਿਆ ਕਿ ਵਾਕਈ ਸਾਡਾ ਮੁੰਡਾ ਕਿਤੇ ਇਹ ਨਸ਼ੇ ਦੇ ਵਿੱਚ ਤਾਂ ਨਹੀਂ ਕਿਤੇ ਇਹੋ ਜਿਹਾ ਹੋ ਗਿਆ, ਜਾਂ ਫਿਰ ਉਹਨਾਂ ਨੂੰ ਲੱਗਾ ਕਿ ਹਾਂ ਵਾਕਈ ਸਾਡੇ ਮੁੰਡੇ ਨੂੰ ਇਹਨੇ ਵਾਕਈ ਛੱਡ ਦਿੱਤਾ ਹੈ ਨਸ਼ਾ? ਘਰਦਿਆਂ ਨੂੰ ਵੀ ਡਰ ਸੀ ਵੀ ਕਿਤੇ ਵੀ ਮਹਾਰਾਜ ਦੇ ਦਰ ਤੋਂ ਝੂਠਾ ਨਾ ਪੈ ਜਾਵੇ। ਬਾਕੀ ਗੱਲ ਚਲੋ ਪਹਿਲਾਂ ਜਿਹੋ ਜਿਹਾ ਹੈਗਾ ਵੀ ਉਹਦੇ ਦਰ 'ਤੇ ਝੂਠਾ ਨਾ ਪਵੇ। ਮੈਂ ਘਰਦਿਆਂ ਨੂੰ ਕਿਹਾ, ਮੈਂ ਚੋਲੇ ਸਮਾਉਣੇ ਨੇ। ਕਹਿੰਦੇ ਤੂੰ ਰਹਿਣ ਦੇ, ਤੂੰ ਕੁੜਤੇ ਪਜਾਮੇ ਸਮਾ ਲਾ, ਵੀ ਵਧੀਆ ਨਹੀਂ ਲੱਗਦੇ ਪੁੱਤ, ਚੋਲੇ ਵਧੀਆ ਨਹੀਂ ਲੱਗਦੇ ਹੈਗੇ, ਕੁੜਤੇ ਪਜਾਮੇ ਸਮਾ ਲਾ। ਮੈਂ ਕਿਹਾ ਨਹੀਂ ਵੀ ਮੈਂ ਚੋਲੇ ਸਮਾਉਣੇ। ਚਲੋ ਮੰਮੀ ਨੇ ਕਿਹਾ, ਮੈਂ ਕਿਹਾ ਚਲੋ ਮੰਮੀ ਕਹਿੰਦੀ ਕੋਈ ਨਹੀਂ, ਤੂੰ ਚੋਲੇ ਸਮਾਉਣ ਤੋਂ ਮਨਾ ਨਹੀਂ ਕਰਦੇ, ਬਾਅਦ ਵਿੱਚ ਸਮਾ ਲਈ। ਫਿਰ ਮੇਰੇ ਮਨ 'ਚ ਆਈ, ਮੈਂ ਕਿਹਾ ਨਹੀਂ ਠੀਕ ਆ ਇਹ ਵੀ ਗੱਲ। ਮੈਂ ਜਾਣੀ ਕੁੜਤੇ ਪਜਾਮੇ ਆਪਦੇ ਪੈਂਟ ਸ਼ਰਟ ਪਾਉਂਦਾ ਸੀ, ਉਸ ਤੋਂ ਕੁੜਤੇ ਪਜਾਮੇ ਤੋਂ ਹੌਲੀ ਹੌਲੀ ਫਿਰ ਮੈਂ ਚੋਲੇ ਪਾਉਣ ਲੱਗਿਆ। ਜਾਣੀ ਦੁਨੀਆ ਜਿਹੜੀ ਉੱਥੇ ਨੇੜੇ ਤੇੜੇ ਸਮਾਜ ਆ ਨਾ, ਉਹ ਉਹਨਾਂ ਨੂੰ ਇਹੀ ਸੀਗਾ ਵੀ ਇਹਨੇ ਫਿਰ ਲੱਗ ਜਾਣਾ 3-4 ਮਹੀਨੇ ਬਾਅਦ, 6 ਮਹੀਨੇ ਬਾਅਦ ਇਹਨੇ ਲੱਗ ਜਾਣਾ। ਪਰ ਜਦੋਂ ਆਪਾਂ ਕਹਿੰਦੇ ਨੇ ਨਾ ਸੱਚੇ ਦਿਲੋਂ ਉਹਨੇ ਬਾਂਹ ਫੜੀ ਹੁੰਦੀ, ਆਪਾਂ ਅਰਦਾਸ ਕਰੀ ਹੁੰਦੀ ਆ, ਉਹਦੇ ਦਰਗਾਹ ਦੇ ਵਿੱਚ ਜ਼ਰੂਰ ਕਬੂਲ ਹੁੰਦੀ ਆ। ਉਹ ਮੇਰੀ ਕਬੂਲ ਹੋਈ ਵੀ ਆ ਅਤੇ ਕਿਰਪਾ ਵੀ ਆ ਮਹਾਰਾਜ ਦੀ, ਇਹੋ ਜਿਹੀ ਗੱਲ ਨਹੀਂ। ਉਦੋਂ ਉੱਦਾਂ ਹੁਣ ਮੈਂ ਕਈ ਵਾਰ ਜਾਂਦਾ ਸੀਗਾ, ਉਹਨਾਂ ਨੇ ਮੈਨੂੰ ਜਾਣੀ ਬਿਠਾਉਣਾ, ਰੋਟੀ ਪਾਣੀ ਖਿਲਾਤਾ, ਠੀਕ ਆ। ਅਗਲਾ ਮੈਨੂੰ ਜਾਣੀ ਛੱਡਣ ਤੱਕ ਵੀ ਨਹੀਂ ਸੀ ਜਾਂਦਾ ਹੁੰਦਾ। ਮੇਰੀ ਗੱਲ, ਕੋਈ ਵੀ ਨਸ਼ੇ ਵਾਲਾ ਬੰਦਾ ਉਹਨੂੰ ਜਾਣੀ ਰਿਸ਼ਤੇਦਾਰ ਛੱਡਣ ਵੀ ਨਹੀਂ ਸੀ ਜਾਂਦਾ ਹੁੰਦਾ, ਮਗਰ ਵੀ ਇਹਨੂੰ ਉੱਥੇ ਤੱਕ ਰੋਡ ਤੱਕ ਛੱਡਿਆ ਜੀ, ਉਹ ਵੀ ਕਹਿੰਦੇ ਸੀ ਆਪਦੇ ਆਪ ਚਲੇ ਜਾਵੇ। ਪਰ ਇੱਦਾਂ ਇਹ ਚੀਜ਼ ਹੋਣੀ ਨਹੀਂ ਚਾਹੀਦੀ। ਜੇ ਤੁਹਾਡੇ ਕੋਲ ਕੋਈ ਆਉਂਦਾ, ਉਹਨੂੰ ਹੌਸਲਾ ਦੇਵੋ, ਉਹਨੂੰ ਕਿ ਕੋਈ ਗੱਲ ਨਹੀਂ, ਅਸੀਂ ਤੇਰੇ ਨਾਲ ਆ, ਚੱਲ ਤੈਨੂੰ ਦਵਾਈ ਦਵਾ ਕੇ ਲੈ ਕੇ ਆਈਏ। ਤੁਹਾਨੂੰ ਕਦੇ ਕਿਸੇ ਨੇ ਨਹੀਂ ਕਿਹਾ ਵੀ ਹੋਣਾ, ਹੁਣ ਯਾਦ ਨਹੀਂ ਹੈਗਾ ਜੀ। ਦੇਖੋ, ਨੇੜੇ ਦਾ ਜਿਹੜਾ ਬੰਦਾ ਜਿਹਨੂੰ ਦਰਦ ਹੁੰਦਾ ਨਾ, ਉਹ ਬੰਦਾ ਤੁਹਾਨੂੰ ਨੇੜੇ ਵੀ ਰਹੂਗਾ, ਤੁਹਾਨੂੰ ਪੈਸੇ ਵੀ ਦੇਊਗਾ। ਜਿਹਨੂੰ ਦਰਦ ਨਹੀਂ ਗਾ, ਉਹਨੇ ਤਾਂ ਤੁਹਾਨੂੰ ਮੱਥਾ ਟੇਕ ਦੂਰੋਂ ਹੀ ਉਹਨੇ ਕਹਿਣਾ ਭਰਾਵਾ ਚਾਹ ਤੂੰ ਮੇਰੇ ਗਲ ਪੈ ਗਿਆ। ਸਿੱਧਾ ਨਹੀਂ ਕਹੂਗਾ, ਉੱਪਰਲੇ ਮਨੋਂ ਜਾਣੀ ਤੁਹਾਨੂੰ ਕਹੂ ਜੀ ਆਇਆਂ ਨੂੰ ਕਹੂ, ਪਰ ਅੰਦਰਲੇ ਮਨੋਂ ਦੁਖੀ ਹੋਊਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ।
ਅੱਜ ਪੰਜਾਬ ਦੇ ਜੇਕਰ ਬਹੁਤ ਸਾਰੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਘਰ ਅਜਿਹੇ ਹੋਣਗੇ ਜਿਨ੍ਹਾਂ ਦੇ ਕਈ ਬੱਚੇ ਨੇ ਜੋ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਨੇ ਔਰ ਐਸੇ ਨੌਜਵਾਨ ਗੱਭਰੂਆਂ ਦੀ ਕਹਾਣੀ ਪਹਿਲਾਂ ਵੀ ਡੇਲੀ ਪੋਸਟ ਪੰਜਾਬੀ 'ਤੇ ਦਿਖਾਈ ਗਈ ਹੈ। ਪਰ ਅੱਜ ਜਿਸ ਅਸੀਂ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ ਉਹ ਨੌਜਵਾਨ ਕਿਸ ਤਰ੍ਹਾਂ ਇਸ ਬੁਰੀ ਅਲਾਮਤ ਵਿੱਚੋਂ ਬਾਹਰ ਨਿਕਲ ਕੇ ਆਇਆ ਹੈ। ਜੇਕਰ ਅਸੀਂ ਗੱਲ ਕਰੀਏ ਬਹੁਤ ਸਾਰੀਆਂ ਮਾਵਾਂ ਨਿਤ ਦਿਨ ਸਵੇਰੇ ਉੱਠ ਕੇ ਪਰਮਾਤਮਾ ਦੇ ਅੱਗੇ ਨਿਤ ਅਰਦਾਸ ਕਰਦੀਆਂ ਨੇ ਕਿ ਸਾਡਾ ਪੁੱਤ ਇਸ ਬੁਰੀ ਅਲਾਮਤ ਵਿੱਚੋਂ ਭੈੜੇ ਕੋੜ ਦੇ ਵਿੱਚੋਂ ਬਾਹਰ ਨਿਕਲ ਆਵੇ। ਕਈਆਂ ਦੀ ਅਰਦਾਸ ਤਾਂ ਉਸ ਦਰਗਾਹ ਵਿੱਚ ਕਬੂਲ ਹੋ ਜਾਂਦੀ ਹੈ ਤੇ ਪੁੱਤ ਸਹੀ ਸਲਾਮਤ ਵਾਪਸ ਆ ਜਾਂਦੇ ਨੇ ਤੇ ਕਈ ਮਾਵਾਂ ਆਪਣੇ ਪੁੱਤਾਂ ਨੂੰ ਤਰਸਦੀਆਂ ਇਸ ਜਹਾਨ ਤੋਂ ਰੁਖਸਤ ਹੋ ਜਾਂਦੀਆਂ ਨੇ। ਬਿਲਕੁਲ ਜੀ, ਪਰ ਅੱਜ ਐਸੇ ਨੌਜਵਾਨ ਦੀ ਗੱਲਬਾਤ ਅਸੀਂ ਤੁਹਾਨੂੰ ਕਹਾਣੀ ਸੁਣਾਵਾਂਗੇ, ਉਸ ਨੌਜਵਾਨ ਨਾਲ ਮੁਲਾਕਾਤ ਕਰਾਵਾਂਗੇ ਜਿਸ ਦੀ ਮਾਂ ਨੇ ਵੀ ਕਈ ਅਰਦਾਸਾਂ ਕੀਤੀਆਂ ਹੋਣਗੀਆਂ। ਖੁਦ ਉਹ ਨੌਜਵਾਨ ਪਰਮਾਤਮਾ ਦੇ ਅੱਗੇ ਹਾੜੇ ਕੱਢਦਾ ਰਿਹਾ ਕਿ ਮੈਨੂੰ ਬਚਾ ਲਾ ਔਰ ਪਰਮਾਤਮਾ ਨੇ ਕਿਸ ਤਰੀਕੇ ਦੇ ਨਾਲ ਉਸ ਦੀ ਸੁਣੀ ਹੈ, ਕਿਸ ਤਰੀਕੇ ਨਾਲ ਉਹ ਉਸ ਦਲਦਲ ਵਿੱਚੋਂ ਨਿਕਲ ਕੇ ਅੱਜ ਗੁਰਸਿੱਖੀ ਦੇ ਵਿੱਚ ਆਏ ਨੇ। ਮੈਂ ਗੱਲਬਾਤ ਕਰਾਂਗੀ, ਗੱਲ ਕਰ ਰਹੀ ਹਾਂ ਰਾਜਦੀਪ ਸਿੰਘ ਹੋਣਾ ਦੀ ਜੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡੇਲੀ ਪੋਸਟ ਪੰਜਾਬੀ ਤੇ ਕਹਾਣੀ ਵੀ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਬੁਰੀ ਅਲਾਮਤ ਚੋਂ ਬਾਹਰ ਨਿਕਲ ਕੇ ਆਏ ਨੇ। ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਰਾਜਦੀਪ ਜੀ, ਸਭ ਤੋਂ ਪਹਿਲਾ ਸਵਾਲ ਮੈਂ ਇਹੀ ਪੁੱਛਣਾ ਚਾਹਾਂਗੀ ਕਿ ਇੰਨੀ ਭੈੜੀ ਅਲਾਮਤ ਵਿੱਚੋਂ ਬਾਹਰ ਨਿਕਲਣਾ ਬੜਾ ਮੁਸ਼ਕਲ ਹੁੰਦਾ ਹੈ ਤੇ ਉਸ ਤੋਂ ਮੁਸ਼ਕਲ ਹੁੰਦਾ ਹੈ ਇਸ ਸਿੱਖੀ ਸਰੂਪ ਦੇ ਵਿੱਚ ਆਉਣਾ। ਤਾਂ ਮੈਂ ਤੁਹਾਡੇ ਪਿਛੋਕੜ ਤੋਂ ਪਹਿਲਾਂ ਜਾਵਾਂਗੀ ਕਿ ਇਹ ਨੌਜਵਾਨ ਪਹਿਲਾਂ ਕਿਸ ਤਰ੍ਹਾਂ ਦਾ ਸੀਗਾ? ਪਹਿਲਾਂ ਤਾਂ ਨਸ਼ਾ ਕਰਦੇ ਸੀ, ਮੋਨਾ ਸੀਗਾ ਪਹਿਲਾਂ ਤਾਂ ਜੀ ਮੈਂ। ਹੌਲੀ ਹੌਲੀ ਜਦੋਂ ਕਾਲਜ ਤੋਂ ਬਾਅਦ ਵਿੱਚ ਮਤਲਬ ਫ੍ਰੀ ਟਾਈਮ ਮਿਲਿਆ ਤਾਂ ਮੁੰਡਿਆਂ ਨਾਲ ਬੈਠਣਾ ਫ੍ਰੀ ਟਾਈਮ ਦੇ ਵਿੱਚ, ਜਿੱਦਾਂ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ। ਸਾਡੇ ਉੱਥੇ ਪੀਸੀ ਹੁੰਦਾ ਸੀਗਾ, ਉਸ ਦੁਕਾਨ 'ਤੇ ਬੈਠਣ ਲੱਗਦੇ ਹਾਂ। ਉੱਥੋਂ ਮੇਰੇ ਨਸ਼ੇ ਦੀ ਕਹਾਣੀ ਸਟਾਰਟ ਹੁੰਦੀ ਹੈ ਜੀ। ਉੱਥੇ ਫ੍ਰੀ ਰਹਿੰਦੇ ਰਹਿੰਦੇ ਉੱਥੇ ਮੁੰਡਾ ਜਾਣੀ ਕਹਿੰਦੇ ਨੇ ਨਾ ਇੱਕ ਸੇਬ ਸਾਰੇ ਪੂਰੀ ਪੇਟੀ ਨੂੰ ਖਰਾਬ ਕਰ ਦਿੰਦਾ। ਉਸ ਹਿਸਾਬ ਨਾਲ ਉੱਥੇ ਇੱਕ ਮੁੰਡਾ ਸਾਡੇ ਕੋਲ ਆਉਂਦਾ ਹੁੰਦਾ ਸੀ, ਸ਼ੀਸ਼ੀਆਂ ਪੀਂਦਾ ਹੁੰਦਾ ਸੀਗਾ। ਉਹਦੀ ਉੱਥੇ ਸਟਾਰਟਿੰਗ ਹੁੰਦੀ ਹੈ, ਉੱਥੋਂ ਸਾਡਾ ਦੌਰ ਸ਼ੁਰੂ ਹੋ ਜਾਂਦਾ ਸ਼ੀਸ਼ੀਆਂ ਦਾ ਜੀ। ਉਮਰ ਕੀ ਸੀ ਤੁਹਾਡੀ ਉਸ ਟਾਈਮ 'ਤੇ? ਉਦੋਂ ਮੇਰੀ ਉਮਰ ਹੋਣੀ ਆ 20 ਸਾਲ ਦੀ ਉਮਰ ਹੋਣੀ ਹੈ ਜੀ। 20 ਸਾਲ ਦੀ ਉਮਰ। 20 ਸਾਲ ਦੀ ਉਮਰ 'ਚ ਤੁਸੀਂ ਰਾਜਦੀਪ ਦਿਖਦਾ ਕਿ ਮੇਰੇ ਨਾਲ ਦਾ ਇੱਕ ਨਸ਼ੇ ਕਰ ਰਿਹਾ ਤੇ ਤੁਹਾਨੂੰ ਲੱਗਦਾ, ਤੁਹਾਨੂੰ ਕਿਉਂ ਲੋੜ ਪਈ ਕਿ ਯਾਰ ਮੈਂ ਕਰਕੇ ਦੇਖ, ਸ਼ੌਂਕ 'ਚ ਕਰਕੇ ਦੇਖਿਆ? ਨਹੀਂ, ਸਾਨੂੰ ਵਧੀਆ ਨਹੀਂ ਸੀ ਲੱਗਦਾ। ਅਸੀਂ ਉਹਨੂੰ ਰੋਕਦੇ ਵੀ ਸੀ, ਟੋਕਦੇ ਵੀ ਸੀਗੇ, ਪਰ ਉਹਨੇ ਨਾ ਜਦ ਵੀ ਆਉਣਾ, ਉਹਨੇ ਜਦੋਂ ਪੀ ਲੈਣੀ, ਉਹਨੇ ਵਧੀਆ ਗੱਲਾਂ ਕਰਨੀਆਂ। ਉਹਨੇ ਸਾਨੂੰ ਵੀ ਕਹਿਣਾ ਯਾਰ ਤੁਸੀਂ ਥੋੜ੍ਹੀ ਜਿਹੀ ਪੀ ਕੇ ਦੇਖੋ, ਕੁਛ ਨਹੀਂ ਹੁੰਦਾ ਹੈਗਾ। ਅਸੀਂ ਇੱਕ ਦਿਨ ਰੋਕਦੇ ਰਹੇ, 2 ਦਿਨ ਰੋਕਦੇ ਰਹੇ। ਓਬਵੀਅਸ ਆ ਕਿ ਬੰਦਾ 2 ਵਾਰ 3 ਵਾਰ 4 ਵਾਰ ਰੋਕ ਦਊਗਾ, ਪਰ ਇੱਕ ਨਾ ਇੱਕ ਦਿਨ ਜਦੋਂ ਨਾਲ ਬੰਦਾ ਬੈਠਾ ਕਰਦਾ ਉਹਦਾ ਮਨ ਕਰੂਗਾ ਜੀ। ਮਤਲਬ 6-7 ਦਿਨ ਬਾਅਦ ਥੋੜ੍ਹੀ ਜਿਹੀ ਉਹਨੇ ਸਾਨੂੰ ਪਿਲਾਤੀ। ਪੀ ਕੇ ਦੇਖੀ ਤਾਂ ਸਾਨੂੰ ਜਦੋਂ ਬੰਦਾ ਫਸਟ ਟਾਈਮ ਨਸ਼ਾ ਕਰਦਾ, ਇੱਕ ਨਵੀਂ ਚੜ੍ਹਦੀ ਉਮਰ ਹੁੰਦੀ ਹੈ ਜਵਾਨੀ ਦੀ, ਉਦੋਂ ਬੜਾ ਵਧੀਆ ਲੱਗਿਆ ਵੀ ਇਹਦੀ ਕਿ ਇਹਦਾ ਚੀਜ਼ ਹੀ ਬਹੁਤ ਵਧੀਆ ਵਾ। ਉੱਥੋਂ ਮਤਲਬ ਸ਼ੁਰੂ ਹੋ ਜਾਂਦੀ, ਸ਼ੁਰੂਆਤ ਹੋ ਜਾਂਦੀ ਹੈ ਜੀ। ਜਦੋਂ ਸ਼ੀਸ਼ੀਆਂ, ਫਿਰ ਉਸ ਤੋਂ ਬਾਅਦ ਹੋਰ ਕਿਹੜੇ ਨਸ਼ੇ ਦੀ ਫਿਰ ਆਦਤ ਪੈਣੀ ਸ਼ੁਰੂ ਹੋ ਗਈ ਤੁਹਾਨੂੰ? ਪਹਿਲਾਂ ਤਾਂ ਸ਼ੀਸ਼ੀਆਂ ਹੀ ਪੀਂਦੇ ਸੀਗੇ, ਫਿਰ ਹੌਲੀ ਹੌਲੀ ਨਾਲ ਸਿਗਰਟਾਂ ਪੀਣ ਲੱਗ ਗਏ। ਸ਼ੀਸ਼ੀਆਂ ਤੋਂ ਬਾਅਦ ਫਿਰ ਸਰਕਲ ਬੰਦੇ ਦਾ ਉੱਦਾਂ ਦਾ ਬਣ ਜਾਂਦਾ ਜੀ। ਮੰਡੀਰ ਆ ਜਿਹੜੀ ਜਾਂ ਲਿੰਕ ਨੇ ਆਪਣੇ ਉੱਦਾਂ ਦੇ ਬੰਦਿਆਂ ਨਾਲ ਹੀ ਬਣ ਜਾਂਦੇ ਨੇ, ਕਿਉਂਕਿ ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ। ਜਦੋਂ ਉਹਦੇ ਵਿੱਚ ਬੈਠਣ ਲੱਗ ਗਏ ਫਿਰ ਉੱਦਾਂ ਦੇ ਬੰਦੇ ਮਿਲਣ ਲੱਗ ਗਏ। ਫਿਰ ਡੋਡੇ ਵੀ ਖਾ ਲੈਣੇ, ਫੀਮ ਮਿਲ ਜਾਣੀ, ਸਿਗਰਟਾਂ ਪੀ ਲੈਣੀਆਂ। ਜੇ ਨਹੀਂ ਮਿਲਣੀ ਉਦੋਂ ਬਾਅਦ ਸਮੈਕ ਦਾ ਦੌਰ ਆਉਂਦਾ, ਸਮੈਕ ਪੀਣ ਲੱਗ ਗਏ ਸੀਗੇ ਜੀ। ਅੱਛਾ। ਹਾਂਜੀ, ਹੌਲੀ ਹੌਲੀ ਉਸ ਤੋਂ ਬਾਅਦ ਫਿਰ ਆਪਣੇ ਹੈਰੋਇਨ ਚਿੱਟੇ ਨੂੰ ਸ਼ੁਰੂ ਹੋ ਗਏ ਜੀ। 2010 ਤੋਂ ਸਟਾਰਟਿੰਗ ਹੁੰਦੀ ਹੈ, 2009-10 ਤੋਂ। ਫਿਰ 2017 ਤੱਕ, 16 ਦਾ ਐਂਡ ਤੱਕ ਚਿੱਟਾ ਪੀਤਾ ਜਾਂਦਾ ਜੀ। ਮਾਪਿਆਂ ਦਾ ਲਾਡਲਾ ਰਾਜਦੀਪ ਜਿਹੜਾ ਘਰੋਂ ਬੜਾ ਵਧੀਆ ਤਿਆਰ ਸ਼ਿਆਰ ਹੋ ਕੇ ਜਾਂਦਾ ਹੈ, ਮੰਮੀ ਪਾਪਾ ਨੂੰ ਲੱਗਦਾ ਕਿ ਕਾਲਜ ਗਿਆ ਜਾਂ ਦੋਸਤਾਂ ਦੇ ਨਾਲ ਬੈਠਾ, ਘਰੋਂ ਵਧੀਆ ਤੁਹਾਡਾ ਰਸੂਖ ਚੰਗੇ ਘਰ ਪਰਿਵਾਰ ਵਿੱਚੋਂ ਸੀ। ਜਦੋਂ ਬੱਚੇ ਦਾ ਰੰਗ ਢੰਗ ਬਦਲਦਾ ਨਾ, ਮਾਪਿਆਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਬੱਚੇ ਦੀ ਨਾ ਹੁਣ ਤੋਰ ਜਿਹੜੀ ਚਾਲ ਹੈ ਇਹ ਬਦਲਦੀ ਜਾ ਰਹੀ ਹੈ। ਅਤੇ ਮਾਪਿਆਂ ਨੂੰ ਜਦੋਂ ਪਹਿਲੀ ਵਾਰ ਪਤਾ ਲੱਗਾ ਸੀ ਤਾਂ ਉਹਨਾਂ ਦਾ ਰਿਐਕਸ਼ਨ ਕੀ ਸੀਗਾ? ਰਿਐਕਸ਼ਨ ਪਹਿਲਾਂ ਘਰੇ ਗਾਲਾਂ ਪਈਆਂ ਜੀ। ਘਰਦਿਆਂ ਨੇ ਰੋਕਿਆ ਵੀ ਇਹ ਚੀਜ਼ ਮਾੜੀ ਆ, ਤੂੰ ਇਹ ਚੀਜ਼ ਨੂੰ ਨਾ, ਇਸ ਦੌਰ ਵੱਲ ਨੂੰ ਨਾ ਜਾ, ਵੀ ਗਲਤ ਚੀਜ਼ ਆ ਇਹ। ਪਰ ਉਦੋਂ ਸਾਡੀ ਉਮਰ ਹੀ ਇਹੋ ਜਿਹੀ ਹੁੰਦੀ ਹੈ, ਸਾਨੂੰ ਆਪਦਾ ਆਪ ਵਧੀਆ ਲੱਗਦਾ। ਆਪਾਂ ਕਹਿੰਦੇ ਨਹੀਂ ਵੀ ਘਰਦਿਆਂ ਨੂੰ ਵੀ ਮੈਂ ਛੱਡ ਦੇਣਾ ਯਾਰ, ਘਰਦਿਆਂ ਨੂੰ ਥੋੜ੍ਹੀ ਪਤਾ, ਮੈਨੂੰ ਪਤਾ ਮੇਰੇ ਬਾਰੇ, ਘਰਦਿਆਂ ਨੂੰ ਨਹੀਂ ਪਤਾ ਹੈਗਾ। ਵੀ ਕੋਈ ਗੱਲ ਨਹੀਂ, ਮੈਂ ਕਿਹੜਾ ਪੱਕਾ ਵਾਂ ਜਾਂ ਮੈਂ ਕਿਹੜਾ ਕਰਦਾ ਵਾਂ ਵੀ ਜੇ ਮੈਂ ਤਾਂ ਅੱਜ ਦਾ ਦਿਨ ਕਰਿਆ ਸੀ। ਵੈਸੇ ਬੰਦਾ ਘਰਦਿਆਂ ਤੋਂ ਲੁਕਾਉਂਦਾ ਵੀ ਮੈਂ ਨਹੀਂ ਕਰਿਆ, ਝੂਠ ਬੋਲਦੇ ਆ ਘਰ ਦੂਜੇ ਤੋਂ ਵੀ ਮੈਂ ਨਹੀਂ ਕਰਦਾ ਹੈਗਾ।
ਪਰ ਅਸਲ ਦੇ ਵਿੱਚ ਤਾਂ ਆਪਦੇ ਆਪ ਨੂੰ ਸੈਟੀਸਫਾਈ ਕਰਨ ਲਈ ਬੰਦਾ ਕਰਦਾ, ਪਰ ਘਰਦਿਆਂ ਨੂੰ ਝੂਠ ਬੋਲੀ ਜਾਂਦਾ ਮੈਂ ਨਹੀਂ ਕਰਦਾ ਨਹੀਂ ਕਰਦਾ। ਪਰ ਹੌਲੀ ਹੌਲੀ ਫਿਰ ਇੱਕ ਦਿਨ ਇਦਾਂ ਦਾ ਆਉਂਦਾ ਘਰਦਿਆਂ ਨੂੰ ਵੀ ਪਤਾ ਲੱਗ ਹੀ ਜਾਂਦਾ। ਕਿੰਨੇ ਕੁ ਝੂਠ ਬੋਲੇ ਆਪਣੇ ਘਰਦਿਆਂ ਤੋਂ? ਦੇਖੋ ਅਮਲੀ ਬੰਦਾ ਤਾਂ ਬੋਲਦੇ ਝੂਠ ਹੁੰਦਾ ਜੀ। ਜਦੋਂ ਨਸ਼ਾ ਕਰਦਾ ਉਹਨੂੰ ਉਹਦਾ ਸਹਾਰਾ ਹੀ ਉਹਨੂੰ ਝੂਠ ਦਾ ਹੁੰਦਾ, ਹੋਰ ਉਹਨੂੰ ਸਹਾਰਾ ਹੀ ਨਹੀਂ ਹੁੰਦਾ ਦੂਸਰਾ ਕੋਈ। ਇਹ ਆਉਂਦਾ ਕਿੱਥੋਂ ਸੀ ਇੰਨਾ ਨਸ਼ਾ? ਪੀਂਦੇ ਕਿੱਦਾਂ ਸੀ ਤੁਸੀਂ? ਜਿਹੜੀ ਸਮੈਕ ਹੈਰੋਇਨ ਦੀ ਗੱਲ ਕਰਦੇ ਹੋ, ਚਿੱਟੇ ਦੀ ਗੱਲ ਕਰ ਰਹੇ ਹੋ ਤੁਸੀਂ, ਇਹ ਲਿਆਉਂਦੇ ਕਿਵੇਂ ਸੀ, ਮਿਲਦਾ ਕਿਵੇਂ ਸੀ? ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਵਰਤੋਂ 'ਚ ਕਿਵੇਂ ਕਰਦੇ ਸੀਗੇ? ਲਿਆਉਣ ਦਾ ਦੇਖੋ ਜਦੋਂ ਬੰਦਾ ਇੱਕ ਵਾਰ ਉਹਦੇ ਆਦਤ ਪੈ ਗਈ ਫਿਰ ਤਾਂ ਚਾਹੇ ਜਿੱਥੋਂ ਮਰਜ਼ੀ ਪੈਦਾ ਕਰੇ ਉਹਨੇ ਕਰ ਹੀ ਲੈਣਾ। ਜਿਹੜੇ ਬੰਦੇ ਕਰਦੇ ਨੇ ਉਹਨਾਂ ਨੂੰ ਪਤਾ ਹੀ ਹੈ ਇਸ ਚੀਜ਼ ਬਾਰੇ, ਉਹਨਾਂ ਨੇ ਕਿਤੋਂ ਨਾ ਕਿਤੋਂ ਹੱਲ ਕਰ ਹੀ ਲੈਣਾ। ਬਾਕੀ ਰਹੀ ਵਰਤੋਂ ਦੀ ਗੱਲ, ਕੋਈ ਨੱਕ ਨਾ ਪੀਂਦਾ, ਕੋਈ ਰੈਪ ਤੇ ਪੀਂਦਾ ਵਾ, ਕੋਈ ਇੰਜੈਕਸ਼ਨ ਲਾਉਂਦਾ ਜੀ। ਜਦੋਂ ਤੁਸੀਂ ਇੰਜੈਕਸ਼ਨਾਂ ਦੀ ਗੱਲ ਕਰ ਰਹੇ ਹੋ ਨਾ, ਸਾਡੇ ਵਰਗੇ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ, ਅਸੀਂ ਟੀਕਾ ਵੇਖ ਕੇ ਭੱਜਣਾ ਸ਼ੁਰੂ ਕਰ ਦਿੰਦੇ ਕਿ ਹਾਈ ਸਾਨੂੰ ਇੰਜੈਕਸ਼ਨ ਲੱਗੇਗਾ। ਪਰ ਤੁਹਾਡੇ ਵਰਗੇ ਜਦੋਂ ਜਿਹਦੇ ਨਸ਼ੇ ਦੇ ਆਦੀ ਬਣ ਜਾਂਦੇ ਨੇ, ਉਹ ਨਾੜਾਂ ਲੱਭਦੇ ਨੇ ਆਪਣੀਆਂ। ਬਹੁਤ ਸਾਰੇ ਮੁੰਡੇ ਅਸੀਂ ਦੇਖੇ ਨੇ ਕਿ ਗਲਤ ਇੰਜੈਕਸ਼ਨ ਲਾਉਣ ਦੇ ਨਾਲ ਮੌਤ ਦੇ ਮੂੰਹ ਪੈ, ਮਾਵਾਂ ਰੋਂਦੀਆਂ ਕਰਲਾਉਂਦੀਆਂ ਰਹਿ ਜਾਂਦੀਆਂ ਨੇ। ਇਹ ਤੁਹਾਨੂੰ ਨਾੜਾਂ ਕਿਵੇਂ ਲੱਭ ਜਾਂਦੀਆਂ ਨੇ ਕਿ ਅਸੀਂ, ਤੁਹਾਨੂੰ ਮਰਨ ਤੋਂ ਡਰ ਨਹੀਂ ਲੱਗਿਆ ਕਿ ਅਸੀਂ ਕਿਤੇ ਗਲਤ ਲਾ ਲਾਂਗੇ ਟੀਕਾ? ਨਹੀਂ, ਜਦੋਂ ਪਹਿਲੀ ਵਾਰ ਬੰਦਾ ਲਾਉਂਦਾ ਨਾ, ਪਹਿਲੀ ਵਾਰ ਦੂਜਿਆਂ ਨੂੰ ਦੇਖਦੇ ਉਹਨਾਂ ਨੂੰ ਦੇਖ ਕੇ ਡਰ ਲੱਗਦਾ। ਪਰ ਜਦੋਂ ਆਪਦੇ ਆਪ ਤੇ ਆਇਆ, ਇਹ ਵੀ ਮਨ ਦੇ ਵਿੱਚ ਗੱਲ ਆਈ ਵੀ ਯਾਰ ਕੁਛ ਹੋ ਨਾ ਜਾਵੇ, ਹੈ ਨਾ, ਵੀ ਯਾਰ ਲਾਈਏ ਕਿ ਨਾ ਲਾਈਏ, ਦੋ ਚਿੱਤਾ ਮਨ ਹੋ ਗਿਆ। ਫਿਰ ਜਦੋਂ ਤੋੜ ਲੱਗੀ ਹੁੰਦੀ ਹੈ ਬੰਦਾ ਕਹਿੰਦਾ ਯਾਰ ਫਿਰ ਨਾਲ ਦੇ, ਕਿਉਂਕਿ ਇਕੱਲਾ ਬੰਦਾ ਪਹਿਲੀ ਸਟਾਰਟਿੰਗ ਦੇ ਵਿੱਚ ਕਦੇ ਨਹੀਂ ਲਾਊਗਾ, ਨਾਲ ਦਾ ਸ਼ੁਰੂਆਤ ਕਰਦਾ। ਉਹ ਕਹਿੰਦਾ ਕੋਈ ਨਹੀਂ ਮੈਂ ਲਾਉਣਾ, ਤੇ ਕਿਉਂਕਿ ਉਹ ਬੰਦਾ ਦੂਸਰਾ ਪਹਿਲਾਂ ਲਾਉਂਦਾ ਹੁੰਦਾ ਨਾ, ਕਿਉਂਕਿ ਜਿਹੜਾ ਬੰਦਾ ਟ੍ਰੇਨਡ ਆ ਉਹਦੇ ਨਾਲ ਹੀ ਬੰਦਾ ਬੈਠੂਗਾ। ਜਦੋਂ ਉਹਨੇ ਪਹਿਲੀ ਵਾਰ ਮਤਲਬ ਲਾਇਆ ਉਦੋਂ ਬੜਾ ਹੋਰ ਵੀ ਵਧੀਆ ਲੱਗਿਆ, ਮਜ਼ਾ ਆਇਆ। ਫਿਰ ਸੋਚਿਆ ਵੀ ਨਹੀਂ ਯਾਰ ਉਹਦੇ ਨਾਲ ਰੈਪ 'ਤੇ ਪੀਣ ਨਾਲ ਤਾਂ ਕੰਮ ਵਧੀਆ, ਨਾਲੇ 2 ਮਿੰਟ 1 ਸਕਿੰਟ ਲੱਗਦਾ ਵਾ। ਡਰ ਲੱਗਦਾ ਸੀ ਪਰ ਉਹ ਜਦੋਂ ਇੱਕ ਵਾਰ ਲੱਗ ਗਿਆ ਫਿਰ ਡਰ ਉਹ ਸਭ ਖਤਮ ਹੋ ਜਾਂਦਾ ਜੀ ਬੰਦੇ ਦਾ। ਇੱਕ ਉਹ ਰਾਜਦੀਪ ਜਿਹੜਾ ਵਧੀਆ ਮੰਮੀ ਪਾਪਾ ਦੀ ਨਿਗਾਹ 'ਚ ਵੀ ਬੜਾ ਚੰਗਾ, ਯਾਰਾਂ ਦੋਸਤਾਂ ਦੀ ਨਿਗਾਹ 'ਚ ਬੜਾ ਚੰਗਾ ਹੁੰਦਾ ਸੀ, ਰਿਸ਼ਤੇਦਾਰ ਵੀ ਬੜੀ ਤਾਰੀਫ ਕਰਦੇ ਸੀ। ਜਦੋਂ ਰਾਜਦੀਪ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਨਸ਼ਾ ਕਰਨ ਲੱਗ ਗਿਆ, ਇਹ ਤਾਂ ਸਾਰੀ ਜਿੰਨੇ ਨਸ਼ੇ ਨੇ ਇਹਦੇ ਅੰਦਰ ਜਾਂਦੇ ਨੇ, ਹੈ ਨਾ, ਤਾਂ ਉਦੋਂ ਘਰ ਦੇ ਕੀ ਕਹਿੰਦੇ ਹੁੰਦੇ ਸੀ? ਕਦੇ ਬੁਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ, ਕਮੈਂਟਾਂ ਦਾ ਸਾਹਮਣਾ ਕਰਨਾ ਪਿਆ, ਗੱਲਾਂ ਬੁਲਾਉਣਾ ਬੰਦ ਕੀਤਾ ਰਿਸ਼ਤੇਦਾਰਾਂ ਨੇ? ਰਿਸ਼ਤੇਦਾਰਾਂ ਨੂੰ ਘਰ ਦੇ ਤਾਂ ਬੋਲਦੇ ਆ, ਘਰ ਦੇ ਵੀ ਕਹਿੰਦੇ ਨੇ, ਲੜਦੇ ਨੇ, ਬੋਲਦੇ ਨੇ ਵੀ ਨਾ ਕਰ ਉਸ ਚੀਜ਼ ਬਾਰੇ, ਨਾ ਨਸ਼ੇ ਨੂੰ ਯੂਜ਼ ਕਰ। ਉਦੋਂ ਜਾਣੀ ਸੁਣਦੇ ਨਹੀਂ ਸੀ ਹੁੰਦੇ, ਬਾਹਰ ਨਿਕਲ ਜਾਂਦੇ ਹੁੰਦੇ ਸੀ ਵੀ ਬੋਲਦੇ ਬੋਲੀ ਜਾਣ ਦੇ, ਕੋਈ ਗੱਲ ਨਹੀਂ ਮੈਂ ਤਾਂ ਛੱਡ ਦੇਣਾ ਵਾ, ਇਹ ਬੋਲਦੇ ਬੋਲੀ ਜਾਣ ਦਿਓ। ਬਾਕੀ ਆ ਗਈ ਰਿਸ਼ਤੇਦਾਰਾਂ ਦੀ ਗੱਲ, ਰਿਸ਼ਤੇਦਾਰਾਂ ਕੋਲ ਬੰਦਾ ਜਿਹੜਾ ਕਰਦਾ ਉਹ ਆਪ ਹੀ ਘੱਟ ਸ਼ੁਰੂ ਜਾਣਾ, ਮਤਲਬ ਕਿ ਬਹੁਤ ਘੱਟ ਕਰ ਦਿੰਦਾ ਵਾ। ਜੇ ਉਹ ਮਹੀਨੇ 2 ਮਹੀਨੇ ਬਾਅਦ ਇੱਕ ਵਾਰ ਜਾਂਦਾ ਉਹ ਵੀ ਬੰਦ ਕਰ ਦਿੰਦਾ ਵਾ, ਕਿਉਂਕਿ ਉਹਨੂੰ ਪਤਾ ਹੁੰਦਾ ਜੇ ਉਹਦੀ ਇੱਕ ਜਦੋਂ ਮਜਬੂਰੀ ਬਣ ਜਾਵੇ ਕਿ ਕਿਤੇ ਲੜਿਆ ਮੇਰਾ ਘਰੇ ਗੁੱਸੇ ਹੋ ਗਿਆ ਫਿਰ ਰਿਸ਼ਤੇਦਾਰਾਂ ਕੋਲ ਚਲੇ ਗਿਆ, ਫਿਰ ਭਾਵੇਂ ਚਲੇ ਜਾਵੇ, ਨਹੀਂ ਤਾਂ ਬੰਦਾ ਆਪ ਹੀ ਨਹੀਂ ਜਾਂਦਾ ਰਿਸ਼ਤੇਦਾਰਾਂ ਕੋਲ। ਉਹਨੂੰ ਪਤਾ ਹੁੰਦਾ ਮੈਂ ਨਸ਼ਾ ਕਰਦਾ, ਉਹ ਆਪਦੇ ਜਿੱਥੇ ਨਸ਼ਾ ਮਿਲਣਾ ਉਸ ਵੱਲ ਨੂੰ ਜਾਊਗਾ, ਰਿਸ਼ਤੇਦਾਰਾਂ ਵੱਲ ਨੂੰ ਨਹੀਂ ਜਾਊਗਾ ਜੀ। ਪੈਸਾ ਕਿੱਥੋਂ ਆਉਂਦਾ ਸੀ ਇੰਨਾ ਨਿੱਤ ਦਿਨ ਖਰਚਾ ਕਰਨਾ? ਕਿੰਨੇ ਕੁ ਪੈਸਿਆਂ ਦਾ ਨਸ਼ਾ ਵੀ ਪੀ ਚੁੱਕੇ ਹੋ? ਪੈਸਾ ਦੇਖੋ ਜੀ, ਜਦੋਂ ਬੰਦਾ ਇਹ ਲਾਈਨ 'ਚ ਉਹਦਾ ਲਿੰਕ ਬਣ ਜਾਂਦੇ ਨੇ। ਜ਼ਰੂਰੀ ਨਹੀਂ ਗਾ ਕਿ ਉਹ ਡੇਲੀ ਪੈਸਾ ਖਰਚਦਾ, ਜਿਹਦੇ ਕੋਲ ਹੈਗਾ ਖਰਚ ਵੀ ਲੈਂਦਾ ਵਾ। ਪਰ ਜਿੱਦਾਂ ਹੁਣ ਨਾਲ ਦਾ ਫਰੈਂਡ ਉਹਨੇ ਕਹਤਾ ਮੈਨੂੰ ਦਵਾ ਦੇ ਯਾਰ, ਦੂਸਰੇ ਦਾ ਫੋਨ ਆ ਗਿਆ, ਕੱਲ੍ਹ ਨੂੰ ਦੂਜੇ ਨਾਲ ਆਪਾਂ 2-3 ਦਿਨ ਕਿਸੇ ਨੂੰ ਪਿਲਾਉਂਦੇ ਉਹ ਤੋਂ ਪੀ ਲੈਂਦੇ ਸੀਗੇ। ਬਾਕੀ ਰਹੀ ਪੈਸਿਆਂ ਦੀ, ਘਰੋਂ ਵੀ ਲੈ ਲੈਂਦੇ ਸੀ, ਝੂਠ ਬੋਲ ਦਿੰਦੇ ਸੀ ਕੱਪੜੇ ਲੈਣੇ ਨੇ, ਜਾਂ ਜਿਵੇਂ ਕਿਰਾਇਆ ਇਕੱਠਾ ਕਰਦੇ ਸੀ ਉਹਦੇ ਵਿੱਚੋਂ ਬਚਾ ਲੈਣੇ 50-60 ਲੱਖ ਰੁਪਈਆ, 70 ਲੱਖ ਰੁਪਈਆ। ਇਸ ਤੋਂ ਵੱਡੇ ਵੀ ਬੈਠੇ ਨੇ, ਮੈਂ ਜੇ ਕਹੂੰਗਾ ਵਿੱਚ ਕਮੈਂਟਾਂ 'ਚ ਫਿਰ ਅਗਲਾ ਕਹਿੰਦਾ ਯਾਰ ਇੰਨੇ ਤੇ ਕਿਵੇਂ। ਪਰ ਜੋ ਇਹ ਲੈਣ ਦੇ ਵਿੱਚ ਉਹਨਾਂ ਨੂੰ ਪਤਾ ਨੋਰਮਲ ਗੱਲ ਹੈ 60-70 ਲੱਖ ਰੁਪਈਆ ਇੰਨੇ ਕੁ ਦਾ ਪੀ ਚੁੱਕੇ ਹੋਵਾਂਗੇ। ਹਾਂਜੀ, ਤੁਸੀਂ 70 ਲੱਖ ਰੁਪਏ ਦਾ ਨਸ਼ਾ ਪੀ ਚੁੱਕੇ ਹੋ? ਦੇਖੋ ਇਹ ਆਪਾਂ ਇਕੱਠਾ ਤਾਂ ਪੀਤਾ ਨਹੀਂਗਾ ਜੀ। ਜੇ ਆਪਾਂ 14 ਸਾਲ ਨਸ਼ਾ ਕਰਿਆ, ਜੇ ਆਪਾਂ ਦਿਨ ਦਾ 2000 ਦਾ ਵੀ ਲਾਉਂਦੇ ਆ, ਸਵੇਰੇ ਸਵੇਰੇ ਕਰਦੇ ਆ, ਜਿਹੜੇ ਪੀਂਦੇ ਉਹਨਾਂ ਨੂੰ ਪਤਾ ਵਾ, ਤਾਂ ਲਾ ਲਓ ਤੁਸੀਂ 14 ਸਾਲ ਨਾਲ ਜੋੜ ਲਓ ਕਿੰਨੇ ਹੋ ਗਏ। ਜਿਹੜੇ ਆਪਾਂ ਚਾਹ ਪੀਣੀ, ਸਿਗਰਟਾਂ ਪੀਣੀਆਂ ਵੱਖਰਾ, ਗੱਡੀ 'ਚ ਲੈ ਕੇ ਜਾਣਾ, ਲੈ ਕੇ ਆਉਣਾ, ਤੇਲ ਪਾਉਣਾ ਉਹ ਵੱਖਰੀ ਚੀਜ਼। ਤੁਸੀਂ ਆਪ ਹੀ ਕਾਊਂਟਿੰਗ ਕਰ ਲਓ ਵੀ ਇੰਨਾ ਨੋਰਮਲ ਚੀਜ਼ ਆ 60-70 ਲੱਖ ਰੁਪਏ। ਮੇਰਾ ਨਹੀਂ, ਹਰ ਬੰਦੇ ਦਾ ਹੋਊਗਾ ਜਿਹੜਾ ਲੰਬੇ ਸਮੇਂ ਤੋਂ ਆ, ਜਿਹੜਾ ਸਾਲ 2-3 ਸਾਲ ਵਾਲਾ ਉਹਨੇ ਵੀ ਘੱਟੋ ਘੱਟ ਨਹੀਂ ਤਾਂ 15-20 ਲੱਖ ਤਾਂ ਉਹਨੇ ਵੀ ਖਰਾਬ ਕਰਿਆ ਹੋਣਾ 4 ਸਾਲਾਂ 'ਚ। ਸਵੇਰੇ ਜਦੋਂ ਉੱਠਦੇ ਹੋ ਨਾ, ਉੱਠਦੇ ਤੋੜ ਲੱਗਣੀ ਸ਼ੁਰੂ ਹੋ ਜਾਂਦੀ ਸੀ ਕਿ ਨਹੀਂ ਆਪਣਾ ਦਿਨ ਚਾਰੇ ਸ਼ੁਰੂ ਕਰਦੇ, ਹੌਲੀ ਹੌਲੀ ਆਦਤ ਪੈਂਦੀ ਆ? ਕਦੋਂ ਸਮੇਂ ਕਿਹੜਾ ਹੁੰਦਾ ਸੀ ਤੁਸੀਂ ਜਿਹੜਾ ਨਸ਼ਾ ਲੈਂਦੇ ਸੀਗੇ? ਨਹੀਂ ਦੇਖੋ ਇਹ ਨਹੀਂ ਕੋਈ ਪੱਕਾ ਹੁੰਦਾ ਕਿ ਬੰਦਾ ਕਹਿੰਦਾ ਵੀ ਹਾਂ ਵੀ ਤੋੜ ਲੱਗਣੀ। ਬੰਦੇ ਨੂੰ ਸ਼ੁਰੂਆਤ ਜਦੋਂ ਹੁੰਦੀ ਉਹਨੂੰ ਇਹੀ ਹੁੰਦਾ ਵੀ ਮੈਂ ਪੱਕਾ ਨਹੀਂ ਹੈਗਾ, ਵੀ ਮੈਂ ਤਾਂ ਇਸ ਚੀਜ਼ ਨੂੰ ਛੱਡ ਦੇਣਾ ਵਾ। ਉਹਨੂੰ ਇਹ ਪਤਾ ਨਹੀਂ ਲੱਗਦਾ ਵੀ ਕਦੋਂ ਉਸ ਚੀਜ਼ ਦਲਦਲ ਦੇ ਵਿੱਚ ਪੂਰਾ ਧੱਸ ਜਾਂਦਾ ਵਾ। ਫਿਰ ਇੱਕ ਦੌਰ ਇਹੋ ਜਿਹਾ ਆ ਜਾਂਦਾ ਵੀ ਰਾਤ ਨੂੰ ਸਿਰਹਾਣੇ ਬੰਦਾ ਰੱਖ ਕੇ ਸੌਂਦਾ। ਸਵੇਰੇ ਜਦੋਂ ਬਾਥਰੂਮ ਜਾਂਦੇ ਆਪਾਂ, ਫਰੈਸ਼ ਹੋਣ ਜਾਂਦੇ ਆ, ਉੱਥੇ ਕੋਲੇ ਰੱਖਿਆ ਹੁੰਦਾ ਸੀਗਾ, ਫਰੈਸ਼ ਹੋ ਕੇ ਨਹਾ ਕੇ ਜਦੀ ਪਹਿਲਾਂ ਲਾਉਣੇ ਆ।
ਇਹੋ ਜਿਹੇ ਹਾਲਾਤ ਤੁਹਾਡੇ ਵੀ ਰਹੇ? ਸਾਰਿਆਂ ਜੋ ਕਰਦੇ ਨੇ, ਜੋ ਲੰਬੇ ਸਮੇਂ ਤੋਂ ਪੁਰਾਣੇ ਨੇ, ਜੋ ਜਿਹੜੇ ਹਟ ਕੇ ਚੰਗੀ ਗੱਲ ਆ, ਜਿਹੜੇ ਨਹੀਂ ਹਟੇ ਕਰਦੇ ਨੇ, ਉਹਨਾਂ ਦਾ ਸਿਸਟਮ ਦੌਰ ਹੀ ਇਹੀ ਆ, ਸਿਰਫ ਘੰਟੀ ਨਸ਼ੇ ਦੀ ਹੀ ਵੱਜਣੀ ਆ ਸਾਰੀ ਦਿਹਾੜੀ ਦੇ ਵਿੱਚ, ਵੀ ਕਿੱਥੋਂ ਲੈ ਕੇ ਆਉਣਾ, ਕਿਵੇਂ ਕਰਨਾ, ਕਿੱਥੋਂ ਪੈਸੇ ਇਕੱਠੇ ਕਰਨੇ ਨੇ, ਉੱਥੇ ਦਿਮਾਗ ਦੀ ਘੰਟੀ ਉੱਥੇ ਵੱਜਣੀ ਆ। ਸਵੇਰੇ ਸ਼ਾਮ ਨੂੰ ਸੋਚਣਾ, ਸ਼ਾਮ ਵਾਲਾ ਸਵੇਰ ਵਾਲਾ, ਸ਼ਾਮ ਨੂੰ ਸਵੇਰੇ ਕਿਵੇਂ ਕਰਨਾ ਉਹ ਸੋਚਣਾ, ਦੂਏ ਦਿਨ ਸਵੇਰ ਦਿਨ ਚੜ੍ਹ ਗਿਆ ਉਹ ਸੋਚਣਾ ਦੁਪਹਿਰੇ ਕਿਵੇਂ ਕਰਨਾ, ਸ਼ਾਮ ਨੂੰ ਕਿਵੇਂ ਕਰਨਾ। ਗੱਡੀ ਉਹੀ ਲਈ ਤੇ ਰਹਿੰਦੀ ਆ ਬਸ, ਹੋਰ ਪਾਸੇ ਬੰਦਾ ਸੋਚਦਾ ਹੀ ਨਹੀਂ ਗਾ, ਨਾ ਘਰਦਿਆਂ ਬਾਰੇ ਸੋਚਦਾ, ਨਾ ਬਾਹਰਲਿਆਂ ਬਾਰੇ। ਉਹਨੂੰ ਆਪਦੇ ਤੱਕ ਮਤਲਬ ਆ, ਮੈਨੂੰ ਪੈਸੇ ਮਿਲਣ, ਮੈਨੂੰ ਮੇਰਾ ਨਸ਼ਾ ਮਿਲੇ। ਜੇ ਉਹਨੂੰ ਕੋਈ ਸਮਝਾਉਂਦਾ ਉਹ ਉਹਨੂੰ ਬੁਰਾ ਲੱਗਦਾ, ਜੇ ਕੋਈ ਉਹਨੂੰ ਨਹੀਂ, ਜਿਹੜਾ ਉਹਦੇ ਪੱਖ ਦੀ ਗੱਲ ਕਰੂਗਾ ਉਹ ਉਹਨੂੰ ਚੰਗਾ ਲੱਗੂਗਾ। ਉਹ ਜੇ ਉਹ ਜਿਹੜਾ ਉਹਨੂੰ ਹਟਾਊਗਾ ਉਹਨੇ ਕਹਿਣਾ ਮੇਰਾ ਦੁਸ਼ਮਣ ਆ ਇਹ। ਤੁਸੀਂ ਘਰ ਦੇ ਵਿੱਚ ਆਪਣੇ ਫਾਦਰ ਸਾਹਿਬ ਨਾਲ ਜ਼ਿਆਦਾ ਨੇੜੇ ਸੀ ਕਿ ਮਾਤਾ ਨਾਲ? ਨਹੀਂ, ਨੇੜੇ ਤਾਂ ਦੇਖੋ, ਬੱਚਾ ਤਾਂ ਮਾਂ ਬਾਪ ਦੋਨਾਂ ਦੇ ਨੇੜੇ ਹੁੰਦਾ ਵਾ, ਬਾਕੀ ਕੁਛ ਪੇਰੈਂਟਸ ਬਿਜ਼ੀ ਹੋਣ ਕਰਕੇ ਨਹੀਂ ਟਾਈਮ ਦੇ ਪਾਉਂਦੇ, ਉਹ ਵੱਖਰੀ ਗੱਲ ਹੁੰਦੀ ਆ। ਮੰਮੀ ਪਾਪਾ ਦੋਨਾਂ ਦੇ ਨੇੜੇ ਸੀਗਾ ਜੀ। ਜਦੋਂ ਮਾਂ ਨੂੰ ਪਤਾ ਲੱਗਦਾ ਹੁੰਦਾ ਨਾ ਕਿ ਮੇਰਾ ਪੁੱਤ ਗਲਤ ਰਾਹ ਵੱਲ ਚਲਾ ਗਿਆ, ਜੋ ਸਵੇਰੇ ਤੁਹਾਨੂੰ ਕਦੀ ਉਠਾਉਣ ਆਉਣ ਮਾਤਾ, ਕਦੀ ਚਾਹ ਲੈ ਕੇ ਆਉਂਦੇ ਹੋਣੇ ਆ ਜਾਂ ਫਿਰ ਉੱਦਾਂ ਉਠਾਉਂਦੇ ਹੋਣੇ ਆ, ਉਹ ਵੇਖਦੇ ਹੋਣੇ ਆ ਕਿ ਇਹਦੇ ਸਰਾਣੇ ਨਸ਼ਾ ਪਿਆ, ਉਦੋਂ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀਗਾ? ਨਹੀਂ, ਇਹ ਦੌਰ ਪਹਿਲਾਂ ਨਹੀਂ ਸੀ ਆਇਆ। ਪਹਿਲਾਂ ਤਾਂ ਜਿਵੇਂ ਘਰੇ ਸੀ ਨਹੀਂ ਸੀ ਰੱਖਦੇ ਹੁੰਦੇ, ਜਦੋਂ ਸਟਾਰਟ ਹੋਇਆ ਜਾਂ ਜਦ ਵਿੱਚ ਜਨਮ ਇਸ ਚੀਜ਼ ਦੇ ਵਿੱਚ ਚਲੇ ਵੀ ਗਏ ਸੀ, ਘਰੇ ਨਹੀਂ ਸੀ ਕਦੇ ਵੀ ਰੱਖਿਆ। ਇਹ ਚੀਜ਼ਾਂ ਆਉਂਦੀਆਂ ਨੇ ਬਿਲਕੁਲ ਐਂਡ 'ਤੇ ਜਾ ਕੇ, ਜਾਣੀ ਜਦੋਂ ਆਹ 14-15 ਦੇ ਵਿੱਚ, ਮੈਰਿਜ ਤੋਂ, ਆਫਟਰ ਮੈਰਿਜ ਤੋਂ। ਫਿਰ ਉਦੋਂ ਤਾਂ ਵਾਈਫ ਨਹੀਂ ਆਉਣਾ ਹੁੰਦਾ ਸੀ ਕੋਲੇ, ਘਰਦਿਆਂ ਨੇ ਤਾਂ, ਮੰਮੀ ਪਾਪਾ ਨੇ ਤਾਂ ਆਉਣਾ ਨਹੀਂ ਹੁੰਦਾ ਸੀਗਾ। ਇਹ ਉੱਥੇ ਜਾ ਕੇ ਦੌਰ ਆਉਂਦਾ, ਉਦੋਂ ਮਤਲਬ ਵਾਈਫ ਤੋਂ ਵੀ ਲੁਕੋ ਕੇ ਰੱਖ ਲੈਂਦੇ ਹੁੰਦੇ ਸੀਗੇ, ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਵੀ ਪਿਆ ਕਿ ਨਹੀਂ ਪਿਆ, ਪਰ ਆਪਦਾ ਰੱਖ ਕੇ ਬਾਥਰੂਮ ਕੋਲ ਹੀ ਹੁੰਦਾ ਸੀ, ਉੱਠ ਕੇ ਜਦੀ ਬਾਥਰੂਮ ਚਲੇ ਜਾਂਦੇ ਸੀਗੇ। ਨਸ਼ੇ ਕਰਨ ਵਾਲੇ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਜਦੋਂ ਅਸੀਂ ਪਹਿਲਾਂ ਬੜੇ ਹਾਈਪਰ ਜਿਹੇ ਹੁੰਦੇ ਆ, ਹੈ ਨਾ, ਨਸ਼ਾ ਕਰ ਲੈਂਦੇ, ਸਾਡੀ ਜਿਹੜੀ ਸੋਚ ਇੱਕਦਮ ਚੇਂਜ ਹੋ ਜਾਂਦੀ। ਮੈਂ ਦੇਖੇ ਨੇ ਬੰਦੇ ਇੱਦਾਂ ਦੇ, ਹੈ ਨਾ, ਉਹ ਕੀ ਕਰਦੇ ਨੇ, ਜਦੋਂ ਪਹਿਲਾਂ ਕਿਸੇ ਨਾਲ ਲੈਣਾ ਦੇਣਾ ਨਹੀਂ, ਬੁਲਾਉਣਾ ਨਹੀਂ, ਉਦਾਸ 'ਚ ਬੈਠੇ ਰਹਿਣਾ, ਸ਼ਾਂਤ ਬੈਠੇ ਰਹਿੰਦੇ ਸੀ, ਹੈ ਨਾ, ਜਦੋਂ ਉਹਨੂੰ ਨਸ਼ਾ ਮਿਲ ਗਿਆ, ਪੂਰਤੀ ਹੋ ਗਈ ਉਹਦੀ, ਫਿਰ ਬੜੇ ਚੰਗੇ ਭਰੇ, ਸਾਰੇ ਘਰ ਦੇ ਨਾਲ ਹੱਸਦੇ ਖੇਡਦੇ ਨੇ, ਵਧੀਆ ਨੇ। ਤੁਹਾਡੇ ਨਾਲ ਵੀ ਆਇਆ ਹੁੰਦਾ ਸੀ? ਬਿਲਕੁਲ ਹੁੰਦਾ ਸੀਗਾ ਜੀ। ਜਦੋਂ ਨਸ਼ਾ ਨਹੀਂ ਮਿਲਦਾ ਸੀ ਤਾਂ ਤੋੜ ਲੱਗੀ ਹੁੰਦੀ ਸੀ, ਬੁਲਾਉਣ ਨੂੰ ਕਿਸੇ ਨੂੰ ਜੀਓ ਨਹੀਂ ਸੀ ਕਰਦਾ ਵੀ ਕਿਸੇ ਨਾਲ ਗੱਲ ਕਰੀਏ। ਜਦੋਂ ਆਪਦਾ ਮਿਲ ਗਿਆ ਫਿਰ ਸਾਰਿਆਂ ਨਾਲ ਵਧੀਆ ਗੱਲਾਂ ਬਾਤਾਂ ਕਰਦੇ ਸੀਗੇ, ਵਧੀਆ ਗੱਲ, ਪਤਾ ਲੱਗ ਜਾਂਦਾ ਸੀ ਵੀ ਇਹਨੇ ਨਸ਼ਾ ਕਰ ਲਿਆ। ਜਦ ਨਹੀਂ ਨਸ਼ਾ ਕਰਨਾ ਫਿਰ ਤਾਂ ਜੀਓ ਨਹੀਂ ਕਰਦਾ ਸੀ ਉੱਠਣ ਨੂੰ। ਕੋਈ ਜਿਹੜਾ ਬੰਦਾ ਖਾਂਦਾ ਪੀਂਦਾ ਉਹਨੂੰ ਪਤਾ ਕਿ ਨਸ਼ੇ ਨਾਲ ਹੀ ਉਹਦਾ ਸਰੀਰ ਕਾਇਮ ਹੁੰਦਾ, ਉਹਦਾ ਕੰਮ ਕਰਨ ਨੂੰ ਕੋਈ ਦਿਲ ਕਰਦਾ ਨਸ਼ੇ ਨਾਲ ਹੀ ਕਰੂਗਾ, ਉਸ ਤੋਂ ਬਿਨਾਂ ਉਹਦਾ ਉੱਠਣ ਨੂੰ ਜੀਓ ਨਹੀਂ ਕਰਦਾ। 14 ਸਾਲ ਨਸ਼ਾ ਤੁਸੀਂ ਕੀਤਾ, ਨਸ਼ੇ ਦੇ ਵਿੱਚ ਰਹੇ ਹੋ। ਨਸ਼ੇ 'ਚ ਤੁਸੀਂ ਪਤਾ ਨਹੀਂ ਉੱਠਦੇ, ਬਹਿੰਦੇ, ਸੌਂਦੇ, ਸਭ ਕੁਛ ਨਸ਼ਾ ਨਸ਼ਾ ਨਸ਼ਾ। ਤੁਹਾਨੂੰ ਕਿੱਥੋਂ ਮਿਲਣਾ, ਕਿਵੇਂ ਕਰਨਾ, ਕਿੱਦਾਂ ਪਹੁੰਚਣਾ ਉੱਥੇ ਨਸ਼ੇ ਵਾਲਿਆਂ ਦੇ ਕੋਲ। ਉਹ ਜ਼ਿੰਦਗੀ ਕਿਵੇਂ ਦੀ ਸੀ? ਕਿੰਨਾ ਕੁ ਟੁੱਟੇ ਉਸ ਦੌਰਾਨ? ਕਦੀ ਐਂ ਵੀ ਹੋਇਆ ਕਿ ਅੱਜ ਛੱਡ ਦਈਏ, ਨਹੀਂ ਕਰਨਾ, ਮੇਰੇ ਘਰ ਦੇ ਮੇਰੇ ਤੋਂ ਦੂਰ ਹੁੰਦੇ ਜਾ ਰਹੇ, ਮੇਰੀ ਪਤਨੀ ਮੇਰੇ ਤੋਂ ਦੂਰ ਹੁੰਦੀ ਜਾਂਦੀ, ਬੱਚਿਆਂ ਤੋਂ ਦੂਰ ਹੋ ਰਿਹਾ ਮੈਂ, ਅੱਜ ਮੈਂ ਛੱਡਦਾ? ਬਹੁਤ ਵਾਰੀ ਬੰਦਾ ਸੋਚਦਾ ਜੀ, ਇੱਥੋਂ ਤੱਕ ਵੀ ਸੋਚਦਾ ਵੀ ਜਾਂ ਤਾਂ ਮੈਂ ਮਰ ਹੀ ਜਾਵਾਂ ਇਹਦੇ ਨਾਲੋਂ ਤਾਂ ਵੀ ਚੰਗਾ। ਪਰ ਇਹ ਇੱਕ ਬਿਮਾਰੀ ਹੈ, ਜਦੋਂ ਬੰਦਾ ਫਸ ਜਾਂਦਾ ਨਾ, ਉਹਦੇ ਵਿੱਚੋਂ ਨਿਕਲਣ ਨੂੰ ਬਹੁਤ ਮੁਸ਼ਕਿਲ ਹੋ ਜਾਂਦਾ। ਆਸ-ਪਾਸ ਆਪਾਂ ਸਹਾਰਾ ਵੀ ਦੇਖਦੇ ਹਾਂ ਵੀ ਕੋਈ ਬੰਦਾ ਮੈਨੂੰ ਕੱਢ ਲਵੇ, ਕੋਸ਼ਿਸ਼ ਵੀ ਕਰਦੇ ਹਾਂ ਪਰ ਨਹੀਂ ਨਿਕਲ ਪਾਉਂਦੇ ਉਹਦੇ ਵਿੱਚੋਂ। ਇਹ ਤਾਂ ਪ੍ਰਮਾਤਮਾ ਹੀ, ਆਪਾਂ ਜਦੋਂ ਦਿਲੋਂ ਉਹਨੂੰ ਅਰਦਾਸ ਕਰਦੇ ਹਾਂ ਫਿਰ ਹੀ ਬਾਹਰ ਆ ਸਕਦੇ ਹਾਂ। ਉਹ ਬਾਂਹ ਫੜ ਕੇ ਕੱਢ ਲਵੇ, ਜਾਂ ਆਪਣਾ ਭੈਣ ਭਾਈ ਆ। ਦੇਖੋ, ਇੱਕ ਮਾਂ ਬਾਪ ਆ ਅਤੇ ਇੱਕ ਭੈਣ ਭਾਈ ਆ ਜਿਨ੍ਹਾਂ ਨੂੰ ਦੁੱਖ ਆ। ਆਪਾਂ ਕਹਿੰਦੇ ਦੋਸਤ ਨੇ ਜਾਂ ਹੋਰ ਆਸ ਗੁਆਂਢ ਆ ਵੀ ਯਾਰ ਆਪਣੇ ਰਿਸ਼ਤੇਦਾਰ ਨੇ, ਕੋਈ ਕਿਸੇ ਦਾ ਕੋਈ ਨਹੀਂ ਹੈਗਾ ਜੀ। ਇੱਕ ਤੁਹਾਡਾ ਮਾਂ ਅਤੇ ਬਾਪ ਬਿਨਾਂ ਔਰ ਸਕੇ ਭੈਣ ਭਾਈ ਬਿਨਾਂ ਕਿਸੇ ਨੇ ਸਾਥ ਨਹੀਂ ਦੇਣਾ, ਕਿਸੇ ਨੇ ਵੀ ਸਾਥ ਨਹੀਂ ਦੇਣਾ। ਤੁਹਾਡੇ ਸਰੀਰ ਨੇ ਸਾਥ ਦੇਣਾ, ਤੁਹਾਡਾ ਮਾਂ ਬਾਪ ਨੇ ਔਰ ਸਕੇ ਭੈਣ ਭਾਈ ਨੇ। ਇਸ ਤੋਂ ਬਿਨਾਂ ਕਿਸੇ ਨੂੰ ਕੋਈ ਦੁੱਖ ਨਹੀਂ, ਤੁਸੀਂ ਮਰੋ ਜਿਉਵੋ। ਜਿਹੜੇ ਵੀਰ ਇਸ ਦਲਦਲ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਬੇਨਤੀ ਹੈ, ਵੀਰੇ ਕੋਸ਼ਿਸ਼ ਕਰੋ ਬਾਹਰ ਆਵੋ, ਕੋਈ ਗੱਲ ਨਹੀਂ। ਪਹਿਲਾਂ ਜੋ ਪਿੱਛੇ ਜੋ ਲੰਘ ਗਿਆ ਉਹਨੂੰ ਛੱਡ ਦਿਓ, ਜੋ ਹੁਣ ਚੱਲ ਰਿਹਾ ਉਹ ਚੀਜ਼ ਨੂੰ ਦੇਖੋ। ਜੇ ਤੁਸੀਂ ਅੱਜ ਆਪਦਾ ਚੰਗਾ ਬਣਾਓਗੇ ਤਾਂ ਤੁਹਾਡਾ ਕੱਲ੍ਹ ਚੰਗਾ ਹੋਣਾ। ਜੇ ਤੁਸੀਂ ਅੱਜ ਨਹੀਂ ਚੰਗਾ ਬਣਾਉਂਦੇ ਤਾਂ ਕੱਲ੍ਹ ਨੂੰ ਤੁਹਾਡਾ ਚੰਗਾ ਨਹੀਂ ਹੋਣਾ। ਜੇ ਤੁਸੀਂ ਕਹੋਗੇ ਕਿ ਨਾ ਅੱਜ ਆਪਾਂ ਯਾਰ ਵੀ ਅੱਜ ਹੀ ਲਾਉਣਾ, ਮੈਂ ਵੀ ਕੱਲ੍ਹ ਨੂੰ ਮੈਂ ਦਵਾਈ ਲੈ ਆਉਣੀ ਆ, ਪਰ ਉਹ ਚੀਜ਼ ਨਾ ਸੋਚੋ ਵੀਰੇ। ਜੇ ਤੁਸੀਂ ਕੱਲ੍ਹ ਕਰੇ ਸੋ ਆਜ ਕਰੇ ਸੋ ਅਬ, ਉਹ ਚੀਜ਼ ਨੂੰ ਆਪਦੇ ਮਨ ਦੇ ਵਿੱਚ ਧਿਆਨ 'ਚ ਰੱਖੋ। ਤੁਸੀਂ ਕਹਿੰਦੇ ਕਿ 14 ਸਾਲ ਨਸ਼ਾ ਕੀਤਾ, ਹੈ ਨਾ, 14 ਸਾਲਾਂ ਦੇ ਵਿੱਚ ਤੁਸੀਂ ਬੜੀ ਵਾਰ ਮਨ ਬਣਾਇਆ ਹੋਏਗਾ ਮੈਂ ਛੱਡਦਾ, ਮੈਂ ਨਹੀਂ, ਮੇਰੇ ਘਰ ਦੇ ਦੂਰ ਹੋ ਗਏ, ਮੈਂ ਅੱਜ ਛੱਡਦਾ, ਮੈਂ ਅੱਜ ਛੱਡਦਾ, ਮੈਂ ਛੱਡਦਾ। ਫਿਰ ਇੱਕ ਦਿਨ ਵੇਲਾ ਆਉਂਦਾ ਹੈ ਜੋ ਤੁਸੀਂ ਛੱਡਦੇ ਹੋ, ਉਹ ਕਦੋਂ ਮਨ ਬਣਦਾ ਹੈ? ਮਨ ਪਹਿਲਾਂ ਵਿਚਾਰ ਬੜੇ ਸਮੇਂ ਦਾ ਚੱਲਦਾ ਵੀ ਇਹ ਛੱਡਣਾ ਵਾ, ਕੋਸ਼ਿਸ਼ ਵੀ ਕਰਦੇ ਹਾਂ, ਛੱਡ ਕੇ ਵੀ ਦੇਖਦੇ ਹਾਂ, ਸੈਂਟਰਾਂ 'ਚ ਵੀ ਜਾਂਦਾ, ਵਿਦਿਆਲੇ 'ਚ ਵੀ ਰਿਹਾ, ਇਹੋ ਜਿਹੀ ਗੱਲ ਨਹੀਂ। ਪਰ ਹੌਲੀ ਹੌਲੀ ਕਿਤੇ ਨਾ ਕਿਤੇ ਜਦੋਂ ਮੈਂ ਇਕੱਲਾ ਰਹਿਣ ਲੱਗ ਜਾਂਦਾ ਫਿਰ ਮਨ ਨੂੰ ਠੇਸ ਲੱਗਦੀ ਆ। ਫਿਰ ਮਨ 'ਚ ਇਹ ਹੁੰਦਾ ਜਾਂ ਤਾਂ ਯਾਰ ਰੱਬ ਮਾਰ ਦੇਵੇ
ਵੀ ਜਾਂ ਇਸ ਚੀਜ਼ ਤੋਂ ਬਾਹਰ ਕੱਢ ਲਵੇ। ਫਿਰ ਇਕੱਲਾ ਗੁਰਦੁਆਰੇ ਜਾ ਕੇ ਬੈਠਦਾ ਉੱਥੇ, ਮਤਲਬ ਸਾਰੀ 2-2 3-3 ਘੰਟੇ ਬੈਠਾ ਰਹਿਣਾ ਇੱਕ ਸਾਈਡ 'ਤੇ, ਖੂੰਜੇ ਚਲਾ ਕੇ ਬਹਿ ਜਾਂਦਾ ਮੈਂ, ਮਨ 'ਚ ਸੋਚੀ ਜਾਂਦਾ ਵੀ ਯਾਰ ਕੀ ਹੋਊਗਾ, ਕੀ ਕਰੂੰਗਾ, ਕਿਵੇਂ ਬਾਹਰ ਆਵਾਂ, ਕਿਵੇਂ ਮਨ ਬਦਲਿਆ। ਫਿਰ ਜਦੋਂ ਇੱਕ ਮੇਰੀ ਆਦਤ ਹੁੰਦੀ ਸੀ ਯੂਟਿਊਬ 'ਤੇ ਮੈਂ ਕਥਾ ਸੁਣਦਾ ਹੁੰਦਾ ਸੀਗਾ। ਕਈ ਵਾਰ ਸ਼ਾਮ ਨੂੰ ਦਾਰੂ ਪੀਣੀ ਨਾ, ਘਰਦਿਆਂ ਨੇ ਕਹਿਣਾ, ਜਦੋਂ ਲਾਸਟ ਦੌਰ ਦੇ ਵਿੱਚ ਆ ਕੇ, ਮਤਲਬ 2015-16 ਦੇ ਵਿੱਚ। ਸ਼ਰਾਬ ਵੀ ਪੀਂਦੇ ਰਹੇ ਹੋ? ਹਾਂ ਹਾਂ, ਸ਼ਰਾਬੀ ਪੀਂਦੇ ਸੀਗੇ। ਉਦੋਂ ਮੈਂ ਨਾ ਸ਼ਾਮ ਨੂੰ ਜਦੋਂ 2-3 ਪੈਗ ਲਾ ਕੇ, ਮਤਲਬ ਘਰ ਵਾਲੀ ਵੀ ਕੋਲੇ, ਬੱਚੇ ਵੀ, ਮੰਮੀ ਹੁਣੀ ਵੀ ਫਿਰਦੇ ਹੁੰਦੇ ਸੀ ਕੋਲੇ, ਮੇਰੀ ਆਦਤ ਸੀ ਮੈਂ ਯੂਟਿਊਬ 'ਤੇ ਸੰਤਾਂ ਦੀ ਕਥਾ ਲਾ ਲੈਂਦਾ ਸੀਗਾ। ਕੋਈ ਮਤਲਬ ਜਿਵੇਂ ਆਪਣੇ ਮਸਕੀਨ ਜੀ ਨੇ, ਰਾੜਾ ਸਾਹਿਬ ਵਾਲੇ ਬਾਬਾ ਜੀ ਸੀਗੇ, ਆਪਣੇ ਸਰਬਜੀਤ ਸਿੰਘ ਬਾਬਾ ਜੀ ਨੇ ਲੁਧਿਆਣੇ ਵਾਲੇ, ਜਿੰਨੇ ਵੀ ਮਤਲਬ ਹੈਗੇ, ਗਿਆਨੀ ਪਿੰਦਰਪਾਲ ਸਿੰਘ ਜੀ ਨੇ, ਵਧੀਆ ਕਥਾ ਵਾਚਕ, ਇਹਨਾਂ ਦੀ ਕਥਾ ਸੁਣਦੇ ਸੀ ਨਾ, ਮੈਨੂੰ ਆਦਤ ਹੁੰਦੀ ਸੀਗੀ। ਉਹਨਾਂ ਨੇ ਕਹਿਣਾ ਲੈ ਵੱਡਾ ਗਿਆਨੀ ਆ ਗਿਆ, ਦਾਰੂ ਪੀ ਕੇ ਕਥਾ ਸੁਣੀ ਜਾਂਦਾ। ਜਾਣੀ ਉਹ ਚੀਜ਼ਾਂ ਨੇ ਮੈਨੂੰ ਬਹੁਤ ਇਮੋਸ਼ਨਲੀ ਮੈਨੂੰ ਅਟੈਚ ਕਰਿਆ। ਜਦੋਂ ਗੱਲਾਂ ਸੁਣੀਆਂ, ਪਤਾ ਲੱਗਿਆ, ਤਾਂ ਹੋਰ ਵੀ ਮੇਰਾ ਜਾਣੀ ਮਨ ਪੱਕਾ ਹੁੰਦਾ ਗਿਆ। ਫਿਰ ਮੈਨੂੰ ਇਹ ਸੀ ਮੈਂ ਹੌਲੀ ਹੌਲੀ ਵੀ ਜਿਵੇਂ ਮੈਂ, ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਕਰਨ ਦੇ ਆਦੀ ਹੁੰਦੇ, ਉੱਦਾਂ ਆਪਾਂ ਛੱਡਣ ਦੇ ਆਦੀ ਹੋ ਜਾਂਦੇ ਹਾਂ। ਫਿਰ ਹੌਲੀ ਹੌਲੀ ਮਤਲਬ ਉੱਪਰਲੀ ਪੌੜੀ ਤੋਂ ਹੌਲੀ ਹੌਲੀ ਥੱਲੇ ਵਾਲੀ ਪੌੜੀ 'ਤੇ ਉਤਰਦਾ ਗਿਆ ਮੈਂ। ਤੁਸੀਂ ਗੱਲ ਕੀਤੀ ਸੈਂਟਰਾਂ ਦੀ, ਤੁਸੀਂ ਸੈਂਟਰਾਂ ਦੇ ਵਿੱਚ ਵੀ ਰਹੇ ਹੋ ਕਿ ਇੱਥੇ ਤਾਂ ਜਦੋਂ ਸੈਂਟਰ 'ਚ ਜਾਂਦੇ ਹੋ ਤਾਂ ਉਦੋਂ ਕੁਛ ਦਿਨ ਉਹਨਾਂ ਨੇ ਛੁਡਵਾਇਆ ਹੋਏਗਾ ਨਸ਼ਾ, ਜਾਂ ਤੁਹਾਡੀ ਮਾਤਰਾ ਜਿਹੜੀ ਨਸ਼ੇ ਦੀ ਘੱਟ ਕੀਤੀ ਹੋਏਗੀ ਕਿ ਬੰਦੇ ਨੂੰ ਇੱਕਦਮ ਛਡਵਾਉਣਾ ਨਹੀਂ ਹੈ, ਜਾਂ ਛੱਡਤਾ ਸੀ ਇੱਕਦਮ, ਉਹ ਵਾਲਾ ਮੈਨੂੰ ਜਿਹੜਾ ਵਾਕਿਆ ਜ਼ਰੂਰ ਦੱਸੋ ਕਿ ਉਸ ਦੌਰਾਨ ਜਦੋਂ ਛੱਡਦੇ ਸੀ ਤਾਂ ਸਰੀਰ ਨੂੰ ਕੀ ਹੁੰਦਾ ਸੀ? ਇੱਦਾਂ ਕੁਛ ਨਹੀਂ ਹੁੰਦਾ ਜੀ। ਦੇਖੋ ਪਹਿਲਾਂ ਵੀ ਸੈਂਟਰ ਸੀਗੇ, ਹੁਣ ਵੀ ਹੈਗੇ ਨੇ। ਕੁਛ ਲੋਕ ਨੇ ਬਦਨਾਮ ਕਰਦੇ ਆ ਉਹਨਾਂ ਨੂੰ, ਠੀਕ ਆ, 5 ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ, ਪਰ ਵਿੱਚ ਕਹਿੰਦੇ ਨੇ ਕੁੱਟਮਾਰ ਹੁੰਦੀ ਹੈ, ਇਹ ਹੁੰਦਾ ਉਹ ਹੁੰਦਾ, ਕਰਦੇ ਵੀ ਹੋਣਗੇ, ਪਰ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਵਿੱਚ ਚੰਗੇ ਬੰਦੇ ਵੀ ਹੁੰਦੇ ਨੇ, ਜ਼ਰੂਰੀ ਨਹੀਂ ਹੁੰਦਾ। ਜਿੱਦਾਂ ਤੁਸੀਂ ਬਾਕੀ ਗੱਲ ਕਰੀ ਆ ਵੀ ਤਕਲੀਫ ਹੁੰਦੀ ਆ, ਇਹੋ ਜਿਹਾ ਕੁਛ ਨਹੀਂ ਹੁੰਦਾ ਉੱਥੇ। ਸਿਰਫ ਤੁਹਾਨੂੰ ਪ੍ਰੋਪਰ ਦਵਾਈ ਦਿੱਤੀ ਜਾਂਦੀ ਹੈ 4 ਤੋਂ 5 ਦਿਨ, ਕੁਛ 7 ਦਿਨ ਵੀ ਦੇ ਦਿੰਦੇ ਨੇ, 8 ਦਿਨ ਵੀ ਦੇ ਦਿੰਦੇ ਨੇ। ਅੱਜ ਤੋਂ ਜਿਹੜੇ ਪਹਿਲਾਂ ਵਾਲਾ ਮਾਹੌਲ ਸੀ ਸੈਂਟਰਾਂ 'ਚ, ਹੁਣ ਤੇ ਉਹ ਵਾਲੇ ਮਾਹੌਲ 'ਚ ਬਹੁਤ ਫਰਕ ਆ। ਉਦੋਂ ਸਖਤਾਈ ਨਹੀਂ ਸੀ ਹੁੰਦੀ, ਹੁਣ ਗੌਰਮੈਂਟ ਦੀ ਸਖਤਾਈ ਬਹੁਤ ਜ਼ਿਆਦਾ। ਹੁਣ ਅਗਲਾ ਕਹਿੰਦਾ ਇਹ ਮਤਲਬ ਡਾਕਟਰ ਨਾਲ ਕੰਸਲਟ ਕਰਕੇ ਤੁਹਾਨੂੰ ਮੈਡੀਸਨ ਦਵਾਈ ਜਾਂਦੀ ਹੈ, ਤੁਹਾਡੀ 8 ਦਿਨ ਚੱਲੇ, 10 ਦਿਨ ਚੱਲੇ, ਉਸ ਤੋਂ ਬਾਅਦ ਸੈਂਟਰ ਵਾਲੇ ਬੰਦ ਕਰਦੇ ਨੇ। ਪਹਿਲਾਂ ਹੀ ਆਪਦੀ ਮਰਜ਼ੀ ਨਾਲ ਹੀ 3-4 ਦਿਨ ਮੈਡੀਸਨ ਦੇ ਕੇ ਦਵਾਈ ਬੰਦ ਕਰ ਦਿੰਦੇ ਸੀਗੇ। ਉਦੋਂ ਸਿਰਫ 2-3 ਦਿਨ ਤੋੜ ਲੱਗਦੀ, ਉਸ ਤੋਂ ਬਾਅਦ ਕੋਈ ਤੋੜ ਨਹੀਂ ਲੱਗਦੀ, ਬੰਦਾ ਫਿਰ ਨੋਰਮਲ ਹੋ ਜਾਂਦਾ। ਇੱਕ ਸਰੀਰ ਨੂੰ ਤੋੜ ਨਹੀਂ ਹੁੰਦੀ, ਇੱਕ ਜਿਹੜਾ ਅੰਦਰ ਆਪਣੇ ਮਨ ਆ, ਇਹ ਇਮੋਸ਼ਨਲੀ ਇੰਨਾ ਕੁ ਜਾਣੀ। ਦੇਖੋ ਜਦੋਂ ਬੰਦਾ ਨਸ਼ਾ ਛੱਡਦਾ, ਨਵਾਂ ਜਨਮ ਆ ਬੰਦੇ ਦਾ, ਕੋਈ ਵੀ ਆ ਚਾਹੇ, ਇਹਦਾ ਮਨ ਆ ਜਿਹੜਾ ਨਾ, ਅਡਿਕਟ ਬੰਦਾ ਵਾ, ਅਮਲੀ ਬੰਦੇ ਦਾ ਜਿਹੜਾ ਮਨ ਆ, ਜਦੋਂ ਨਸ਼ਾ ਛੱਡ ਦਿੰਦਾ, ਇਹ 10-12 ਸਾਲ ਦੇ ਬੱਚੇ ਵਰਗਾ ਮਨ ਬਣ ਜਾਂਦਾ ਇਹਦਾ। ਉਦੋਂ ਉਹਨੂੰ ਸੰਭਾਲਣ ਦੀ ਲੋੜ ਹੁੰਦੀ ਹੈ ਜਦੋਂ ਮੈਡੀਸਨ ਛੱਡ ਦਿੰਦਾ। ਮੈਡੀਸਨ ਖਾ ਕੇ ਤਾਂ ਉਹਨੂੰ ਸਰੀਰ ਨੂੰ ਤਾਂ ਪੂਰਤੀ ਉਹਦੀ ਮੈਡੀਸਨ ਕਰੀ ਜਾਂਦੀ ਹੈ, ਪਰ ਮੈਡੀਸਨ ਜਦੋਂ ਛੱਡਦਾ ਫਿਰ ਇਮੋਸ਼ਨਲੀ ਉਹਨੂੰ ਯਾਦਾਂ ਆਉਂਦੀਆਂ ਨੇ ਘਰ ਦੀਆਂ, ਵੀ ਹਾਏ ਮੈਂ ਆਹ ਗਲਤੀਆਂ ਕਰੀਆਂ ਨੇ, ਐ ਨਹੀਂ ਕਰਨਾ ਸੀ, ਘਰ ਦੇ ਮੇਰੇ ਮੈਂ ਇੰਨਾ ਤੰਗ ਕਰਿਆ ਘਰਦਿਆਂ ਨੂੰ, ਹੁਣ ਮੈਂ ਨਹੀਂ ਇਹ ਚੀਜ਼ ਕਰਨੀ ਹੈਗੀ। ਪਰ ਜਦੋਂ ਉੱਥੋਂ ਬਾਹਰ ਜਾਂਦਾ ਵਾ ਉਹ ਫਿਰ ਜਾਣੀ ਮਨ ਕਹਿੰਦੇ ਨੇ ਆਜ਼ਾਦ ਹੋ ਜਾਂਦਾ। ਉਹ ਫਿਰ ਜਾ ਕੇ ਜਾਣੀ ਕੋਈ ਬੰਦੇ ਸਮਝ ਜਾਂਦੇ ਨੇ, ਕਿ ਨਹੀਂ ਵੀ ਸਮਝਦੇ, ਦੁਬਾਰਾ ਅਗਲਾ ਫਿਰ ਲੱਗ ਜਾਂਦਾ। ਸਾਡੇ ਨਾਲ ਵੀ ਐਂ ਹੁੰਦਾ ਸੀ, 2-3 ਮਹੀਨੇ ਠੀਕ ਰਹਿੰਦੇ ਸੀ, ਆ ਕੇ ਫਿਰ ਲੱਗ ਜਾਂਦੇ ਸੀਗੇ। ਅੱਛਾ, ਜਦੋਂ ਨਸ਼ੇ ਸੈਂਟਰ ਤੋਂ ਬਾਹਰ ਆਉਂਦੇ ਫਿਰ ਨਸ਼ਾ ਕਰਦੇ ਸੀਗੇ, ਦੁਬਾਰਾ ਫਿਰ ਲੱਗ ਜਾਂਦੇ ਸੀਗੇ ਜੀ। ਸਭ ਤੋਂ ਮੇਨ ਚੀਜ਼ ਦੇਖੋ, ਨਾਲ ਦਾ ਆਪਣਾ ਮਾਹੌਲ, ਸਮਾਜ ਆ। ਸਭ ਤੋਂ ਵੱਡੇ ਮਾਂ-ਬਾਪ ਨੇ। ਅਗਰ ਮਾਂ-ਬਾਪ ਸਿਰ 'ਤੇ ਨੇ ਬੱਚੇ ਦੇ, ਬੱਚਾ ਆਉਂਦਾ ਘਰੇ, ਉਹਨੂੰ ਤੁਸੀਂ ਜਦ ਉਹਦਾ ਸਾਥ ਦਿੰਦੇ ਹੋ ਨਾ, ਬੱਚੇ ਨੂੰ ਪਤਾ ਮੇਰਾ ਮਾਂ-ਬਾਪ ਮੈਨੂੰ ਲਾਡ ਕਰਦਾ, ਉਹਦੇ ਸਿਰ 'ਤੇ ਉਹ ਵਿਗੜਦਾ। ਜਿੰਨਾ ਮਾਂ-ਬਾਪ ਉਹਨੂੰ ਲਾਡ ਕਰੂਗਾ ਓਨਾ ਵਿਗੜੂਗਾ ਉਹ। ਹੁਣ ਮੰਨ ਲਓ ਆਪਣਾ ਵੀ ਉਰੇ ਵਿਦਿਆਲਿਆ ਚੱਲਦਾ, ਆਪਣੇ ਕੋਲ ਬੱਚੇ ਆਉਂਦੇ ਨੇ, ਉਰੇ ਆ ਕੇ ਉਹ ਬੈਠਦੇ ਨੇ ਆਰਾਮ ਨਾਲ, ਕੋਈ ਹਰਕਤ ਨਹੀਂ ਕਰਦੇ। ਘਰੇ ਉਹ ਮਾਂ-ਬਾਪ ਦਾ ਉਹਨਾਂ ਦਾ ਫੋਨ ਆਉਂਦਾ, ਕਹਿੰਦੇ ਤੋੜ ਭੰਨ ਕਰਦਾ, ਕੁੱਟਮਾਰ ਕਰਦਾ, ਤੁਹਾਡੇ ਕੋਲ ਆਰਾਮ ਨਾਲ ਬੈਠਦਾ। ਉਹਨੂੰ ਪਤਾ ਨਾ ਮੇਰੇ ਮਾਂ-ਬਾਪ ਨੇ ਮੈਨੂੰ ਕੁਛ ਕਹਿਣਾ ਨਹੀਂ ਗਾ। ਇੱਥੇ ਚਾਹੇ ਆਪਾਂ ਨਹੀਂ ਕੁਛ ਕਹਿੰਦੇ, ਆਪਾਂ ਕੋਈ ਵੀ ਆ ਚਾਹੇ, ਪਰ ਉਹਨੂੰ ਇੱਕ ਡਰ ਹੁੰਦਾ ਵੀ ਯਾਰ ਇਹ ਬੰਦੇ ਬੇਗਾਨੇ ਬੰਦੇ ਨੇ, ਵੀ ਮੈਨੂੰ ਕੁੱਟਣ ਮਾਰਨ ਨਾ। ਪਰ ਘਰੇ ਉਹਨਾਂ ਨੂੰ ਪਤਾ ਵੀ ਸਾਨੂੰ ਪੈਸੇ ਮਿਲ ਜਾਣੇ ਆ, ਤੋੜ ਭੰਨ ਕਰੀ ਤੇ ਲੜਾਈ ਕਰੀ ਤੇ। ਤੁਸੀਂ ਕਿੰਨੀ ਕੀਤੀ? ਨਹੀਂ, ਮੈਂ ਤੋੜ ਭੰਨ ਨਹੀਂ ਸੀ ਕਰਦਾ। ਮੇਰੇ ਪਿੰਡ ਵੀ ਤੁਸੀਂ ਜਾ ਕੇ ਪੁੱਛ ਸਕਦੇ ਹੋ, ਕਈ ਬਹੁਤ ਨੇ ਹਾਈਪਰ ਹੋ ਜਾਂਦੇ ਆ, ਕਰਦੇ ਨੇ, ਪਰ ਮੈਂ ਕਦੇ ਨਹੀਂ ਸੀ ਕਰਿਆ। ਆਪਾਂ ਆਪਦੇ ਮੂੰਹੋਂ ਮੀਆਂ ਮਿੱਠੂ ਨਹੀਂ ਬਣਦੇ। ਮੇਰੇ ਪਿੰਡ ਜਾ ਕੇ ਵੀ ਤੁਸੀਂ ਪੁੱਛ ਸਕਦੇ ਹੋ, ਇਹੋ ਜਿਹੀ ਕਦੇ ਮਤਲਬ ਕੋਈ ਗੱਲਬਾਤ ਨਹੀਂ ਸੀਗੀ। ਮਾਂ-ਬਾਪ ਤਾਂ ਚਾਹੁੰਦੇ ਕਿ ਸਾਡਾ ਬੱਚਾ ਸੋਹਣੀ ਜ਼ਿੰਦਗੀ ਜਿਉਵੇ, ਬੜੇ ਪਿਆਰ ਨਾਲ ਪਾਲਦੇ ਨੇ, ਵੱਡਾ ਕਰਦੇ, ਪੜ੍ਹਾਉਂਦੇ, ਲਿਖਾਉਂਦੇ, ਵਿਆਹ ਕਰਦੇ ਨੇ, ਫਿਰ ਉਹਨਾਂ ਦਾ ਸਹਾਰਾ ਬਣਨਾ ਹੁੰਦਾ, 9 ਪੁੱਤ ਨੇ, ਹੈ ਨਾ, ਗਾਂ ਉਹਨਾਂ ਦੇ ਬੱਚੇ ਆ ਜਾਂਦੇ ਆ, ਦਾਦਾ ਦਾਦੀ ਬਣ ਜਾਂਦੇ ਆ। ਪਰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਮਾਂ-ਬਾਪ ਸਿਰ 'ਤੇ, ਕਿ ਤੁਸੀਂ ਵੀ ਆਪਣੇ ਫਿਰ ਮਾਂ-ਬਾਪ ਦੇ ਪਿਆਰ ਦਾ ਨਜਾਇਜ਼ ਫਾਇਦਾ ਚੁੱਕਿਆ ਸੀਗਾ? ਨਜਾਇਜ਼ ਫਾਇਦਾ ਨਹੀਂ, ਚਲੋ ਉਹਨਾਂ ਨੇ ਜਾਣੀ ਇੱਦਾਂ ਨਹੀਂ ਗਾ ਕਿ ਉਹਨਾਂ ਨੇ ਮੈਨੂੰ ਛਡਵਾਇਆ ਨਹੀਂ। ਬਥੇਰੀ ਜਗ੍ਹਾ ਡਾਕਟਰ ਕੋਲ ਇਲਾਜ ਵੀ ਕਰਾਇਆ, ਸੈਂਟਰਾਂ 'ਚ ਵੀ ਭੇਜਿਆ, ਪਰ ਆਪਦਾ ਇੱਕ ਬੰਦੇ ਦਾ ਕਹਿੰਦੇ ਨਾ, ਜਦੋਂ ਆਪਾਂ ਟਾਈਮ ਨਹੀਂ ਜ਼ਿਆਦਾ ਸਪੈਂਡ ਕਰ ਪਾਉਂਦੇ ਬੱਚੇ ਨਾਲ, ਉਹ ਫਰਕ ਪਾ ਦਿੰਦਾ ਜੀ। ਟਾਈਮ ਸਪੈਂਡ ਵੀ ਕਰਦੇ ਸੀ, ਬਿਜ਼ੀ ਹੁੰਦੇ ਸੀ। ਕੁਛ ਸਾਡੇ ਤੁਹਾਨੂੰ ਮਾਹੌਲ ਹੁੰਦਾ ਆਲਾ ਦੁਆਲਾ, ਆਪਣਾ ਸਮਾਜ ਹੁੰਦਾ, ਸਾਡੇ ਸਮਾਜ 'ਚ ਕੁਛ ਬੰਦੇ ਦੇ ਘਰੇਲੂ ਪ੍ਰੋਬਲਮਸ ਹੁੰਦੀਆਂ ਨੇ,
ਮਾਹੌਲ ਬਣ ਜਾਂਦਾ ਘਰ ਦੇ ਵਿੱਚ ਉਹੋ ਜਿਹਾ। ਉਹ ਥੋੜ੍ਹਾ ਜਾਣੀ ਲੰਬਾ ਪੀਰੀਅਡ ਚਲੇ ਗਿਆ ਮੇਰਾ ਉਸ ਚੀਜ਼ ਦੇ ਵਿੱਚ, ਨਹੀਂ ਤਾਂ ਸ਼ਾਇਦ ਪਹਿਲਾਂ ਛੱਡ ਦਿੰਦੇ। ਬਾਕੀ ਦੇਖੋ ਜੀ, ਦੇਰ ਆਏ ਦਰੁਸਤ ਆਏ, ਜਦੋਂ ਸਮਝ ਆਉਂਦੀ ਹੈ ਪਤਾ ਜ਼ਿਆਦਾ ਹੀ ਲੱਗਦਾ। ਉਦੋਂ ਪਹਿਲਾਂ ਜਿੰਨੀ ਆਪਾਂ ਮਰਜ਼ੀ ਗੱਲਾਂ ਮਾਰੀ ਚੱਲੀ ਸਮਝ ਨਹੀਂ ਲੱਗਦੀ ਜੀ। ਤੁਸੀਂ ਦੱਸ ਰਹੇ ਸੀ ਕਿ ਮੈਂ ਗੁਰੂ ਘਰ ਜਾ ਕੇ ਬੈਠਦਾ ਰਿਹਾ, ਅਰਦਾਸ ਕਰਦਾ ਰਿਹਾ ਉੱਥੇ, ਤੇ ਅੱਜ ਛੱਡ ਦੂੰਗਾ ਬੈਠ ਕੇ 2-3 ਘੰਟੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਜਾਂਦੇ ਸੀ। ਅਰਦਾਸ ਕਰਨ ਵੇਲੇ ਕੀ ਅਰਦਾਸ ਕਰਿਆ ਕਰਦੇ ਸੀ ਕਿ ਮੈਨੂੰ ਕਿਸ ਤਰੀਕੇ ਨਾਲ ਬਾਹਰ ਕੱਢ? ਅਰਦਾਸ ਇਹ ਚੀਜ਼ ਹੁੰਦੀ ਸੀਗੀ। ਕਦੇ ਰੋਈ ਵੀ ਸੀ ਅਰਦਾਸ ਕਰਦੇ? ਨਹੀਂ, ਦੇਖੋ ਰੋਂਦਾ ਸੀ, ਪਰ ਅੱਖਾਂ 'ਚੋਂ ਪਾਣੀ ਨਹੀਂ ਸੀ ਆਇਆ। ਮਨ ਦੇ ਅੰਦਰ ਤਾਂ ਭੁੱਬਾਂ ਮਾਰ ਕੇ ਰੋਂਦੇ ਸੀਗੇ ਵੀ ਪ੍ਰਮਾਤਮਾ ਇਸ ਚੀਜ਼ 'ਚੋਂ ਕੱਢ ਲਾ, ਜਾਂ ਉਸ ਨਾਲ ਮੈਨੂੰ ਮਾਰ ਦੇ, ਖ਼ਤਮ ਕਰ ਦੇ। ਫਿਰ ਨੰਬਰ 2 'ਤੇ ਅਰਦਾਸ ਇਹ ਹੁੰਦੀ ਸੀ ਵੀ ਸੱਚੇ ਪਾਤਸ਼ਾਹ ਇਸ ਚੀਜ਼ ਤੋਂ ਮੈਨੂੰ ਦੂਰ ਕਰ ਦੇ, ਮੈਨੂੰ ਠੀਕ ਕਰ ਦੇ, ਮੇਰਾ ਮਨ ਬਦਲ ਦੇ। ਔਰ ਤੇਰੇ 'ਚ ਸ਼ਕਤੀ ਆ ਮਨ ਬਦਲਣ ਦੀ, ਮੇਰੇ 'ਚ ਸ਼ਕਤੀ ਨਹੀਂ ਹੈਗੀ। ਮੈਂ ਆਪਦਾ ਆਪ ਮਨ ਨਹੀਂ ਬਦਲ ਸਕਦਾ ਹੈਗਾ। ਤੁਹਾਡਾ ਸਿਰ 'ਤੇ ਹੱਥ ਚਾਹੀਦਾ, ਫਿਰ ਮੇਰਾ ਮਨ ਬਦਲ ਸਕਦਾ ਵਾ। ਮੈਨੂੰ ਆਪਦੇ ਆਪ ਨੂੰ ਲੱਗਦਾ ਹੁੰਦਾ ਸੀ ਮੇਰੇ ਦਾੜੀ ਆ ਗਈ ਯਾਰ, ਮੇਰੇ ਕੇਸ ਆ ਗਏ, ਹੁਣ ਮੈਂ ਧਾਗਾ ਲਵਾਉਂਦਾ ਸੀ ਪਹਿਲਾਂ ਜਦੋਂ ਮੋਨਾ ਸੀ, ਵੀ ਯਾਰ ਕਿੱਦਾਂ ਦਾ ਲੱਗੂਗਾ ਮੈਂ। ਫਿਰ ਮੈਂ ਕਹਿੰਦਾ ਸੀ ਨਹੀਂ ਯਾਰ, ਵੀ ਪ੍ਰਮਾਤਮਾ ਆਪ ਹੀ ਮਨ ਬਦਲਦਾ ਵਾ। ਫਿਰ ਜਦੋਂ ਰੋਜ਼ ਬਾਰ-ਬਾਰ ਇੱਕੋ ਗੱਲ ਉਹਦੇ ਜਾ ਕੇ ਦਰ 'ਤੇ ਦੇਖੋ, ਇੱਕ ਮੰਗਤਾ ਵਾ, ਇੱਕ ਪ੍ਰਧਾਨ ਮੰਤਰੀ ਆ ਜਾਂ ਰਾਜਾ ਕੋਈ, ਉਹਦੇ ਕੋਲ ਇੱਕ ਜਾ ਕੇ ਮੰਗਤਾ ਉਹਦੇ ਦਰ 'ਤੇ ਬਹਿ ਜਾਂਦਾ ਜਾ ਕੇ, ਉਹਨੂੰ ਕੋਈ ਉਹਦੀ ਗੱਲ ਨਹੀਂ ਸੁਣਨ ਦਿੰਦਾ ਹੈਗਾ। ਉਹਦੇ ਕੋਲ ਆਉਂਦੇ ਨੇ ਬੰਦੇ, ਮਿਲੀ ਜਾਂਦੇ ਆ, ਜਾਈ ਜਾਂਦੇ ਆ, ਪਰ ਇੱਕ ਜਿਹੜਾ ਬੈਠਾ ਲਾਸਟ 'ਤੇ ਬੈਠਾ, ਰੋਜ਼ ਬੰਦਾ ਆ ਕੇ ਬਹਿੰਦਾ, ਰਾਜਾ ਵਾ ਚਾਹੇ ਪ੍ਰਧਾਨ ਮੰਤਰੀ ਆ, ਉਹਦੀ ਇੱਕ ਨਾ ਇੱਕ ਦਿਨ ਉਹ 'ਤੇ ਨਿਗਾਹ ਪਊਗੀ, ਉਹ ਕਹੂਗਾ ਉਹਨੂੰ ਬੁਲਾ ਕੇ ਲੈ ਕੇ ਆਓ ਯਾਰ। ਇਹੀ ਚੀਜ਼ ਪ੍ਰਮਾਤਮਾ 'ਤੇ ਹੁੰਦੀ ਹੈ, ਢੁੱਕਦੀ ਆ ਆਪਣੇ 'ਤੇ ਢੁੱਕਦੀ ਆ। ਜਦ ਆਪਾਂ ਉਹਦੇ ਦਰ 'ਤੇ ਜਾ ਕੇ ਬਹਿਨੇ ਆ ਨਾ, ਚਾਹੇ ਆਪਾਂ ਬੈਠਣਾ ਤਾਂ ਜਾ ਕੇ ਸੱਚੇ ਮਨੋਂ ਚਾਹੀਦਾ, ਪਰ ਜਦੋਂ ਆਪਾਂ ਠਾਣ ਲਈ ਨਾ ਵੀ ਪ੍ਰਮਾਤਮਾ ਉਹਦੇ ਦਰ 'ਤੇ ਜਾ ਕੇ ਬਾਰ-ਬਾਰ ਬੈਠੇ ਰਹੇ, ਜਦੋਂ ਰੋਜ਼ ਡੇਲੀ ਜਾਵਾਂਗੇ, ਇੱਕ ਨਾ ਇੱਕ ਦਿਨ ਉਹਦੀ ਨਿਗਾਹ ਪੈ ਜਾਣੀ ਹੈ ਵੀ ਬੰਦਾ ਰੋਜ਼ ਆਉਂਦਾ ਹੈ, ਤਦ ਉਹ ਨੇੜੇ ਹੋ ਕੇ ਸੁਣਦਾ। ਜਦੋਂ ਤੁਸੀਂ ਕਹਿੰਦੇ ਕਿ ਮੈਂ ਹਾੜੇ ਕੱਢੇ ਪ੍ਰਮਾਤਮਾ ਅੱਗੇ, ਫਿਰ ਜਦੋਂ ਛੱਡ ਕੇ ਤੁਸੀਂ ਬਾਣੇ ਵਿੱਚ ਆਉਂਦੇ ਹੋ, ਸਿੱਖੀ ਜੀਵਨ ਧਾਰਨ ਕਰਦੇ ਹੋ, ਤਾਂ ਉਦੋਂ ਘਰਦਿਆਂ ਨੇ ਯਕੀਨ ਕਰ ਲਿਆ ਕਿ ਵਾਕਈ ਸਾਡਾ ਮੁੰਡਾ ਕਿਤੇ ਇਹ ਨਸ਼ੇ ਦੇ ਵਿੱਚ ਤਾਂ ਨਹੀਂ ਕਿਤੇ ਇਹੋ ਜਿਹਾ ਹੋ ਗਿਆ, ਜਾਂ ਫਿਰ ਉਹਨਾਂ ਨੂੰ ਲੱਗਾ ਕਿ ਹਾਂ ਵਾਕਈ ਸਾਡੇ ਮੁੰਡੇ ਨੂੰ ਇਹਨੇ ਵਾਕਈ ਛੱਡ ਦਿੱਤਾ ਹੈ ਨਸ਼ਾ? ਪਹਿਲਾਂ ਘਰਦਿਆਂ ਨੂੰ ਇੱਦਾਂ ਹੁੰਦਾ ਸੀ ਵੀ ਜਾਣ ਕੇ ਤਾਂ ਨਹੀਂ ਕਰ ਰਿਹਾ, ਜਾਂ ਇਹਦਾ ਮੂਡ ਨਾ ਬਦਲ ਗਿਆ ਹੋਵੇ। ਵੀ ਮੇਨ ਚੀਜ਼ ਇਹ ਸੀਗੀ ਵੀ ਰੱਖੂਗਾ ਕਿ ਨਹੀਂ ਰੱਖੂਗਾ। ਮੁੱਕ ਦੀ ਗੱਲ ਕਰੀਏ, ਘਰਦਿਆਂ ਨੂੰ ਵੀ ਡਰ ਸੀ ਵੀ ਕਿਤੇ ਵੀ ਮਹਾਰਾਜ ਦੇ ਦਰ ਤੋਂ ਝੂਠਾ ਨਾ ਪੈ ਜਾਵੇ। ਬਾਕੀ ਗੱਲ ਚਲੋ ਪਹਿਲਾਂ ਜਿਹੋ ਜਿਹਾ ਹੈਗਾ ਵੀ ਉਹਦੇ ਦਰ 'ਤੇ ਝੂਠਾ ਨਾ ਪਵੇ। ਮੈਂ ਘਰਦਿਆਂ ਨੂੰ ਕਿਹਾ, ਮੈਂ ਕਿਹਾ ਮੈਂ ਚੋਲੇ ਸਮਾਉਣੇ ਨੇ। ਕਹਿੰਦੇ ਤੂੰ ਰਹਿਣ ਦੇ, ਤੂੰ ਕੁੜਤੇ ਪਜਾਮੇ ਸਮਾ ਲਾ, ਵੀ ਵਧੀਆ ਨਹੀਂ ਲੱਗਦੇ ਪੁੱਤ, ਚੋਲੇ ਵਧੀਆ ਨਹੀਂ ਲੱਗਦੇ ਹੈਗੇ, ਕੁੜਤੇ ਪਜਾਮੇ ਸਮਾ ਲਾ। ਮੈਂ ਕਿਹਾ ਨਹੀਂ, ਵੀ ਮੈਂ ਚੋਲੇ ਸਮਾਉਣੇ ਨੇ। ਚਲੋ ਮੰਮੀ ਨੇ ਕਿਹਾ, ਮੈਂ ਕਿਹਾ ਚਲੋ ਮੰਮੀ ਕਹਿੰਦੀ ਕੋਈ ਨਹੀਂ, ਤੂੰ ਚੋਲੇ ਸਮਾਉਣ ਤੋਂ ਮਨਾ ਨਹੀਂ ਕਰਦੇ, ਬਾਅਦ ਵਿੱਚ ਸਮਾ ਲਈ। ਫਿਰ ਮੇਰੇ ਮਨ 'ਚ ਆਈ, ਮੈਂ ਕਿਹਾ ਨਹੀਂ ਠੀਕ ਆ ਇਹ ਵੀ ਗੱਲ। ਫਿਰ ਮੈਂ ਜਾਣੀ ਕੁੜਤੇ ਪਜਾਮੇ, ਆਪਦੇ ਪੈਂਟ ਸ਼ਰਟ ਪਾਉਂਦਾ ਸੀ, ਉਸ ਤੋਂ ਕੁੜਤੇ ਪਜਾਮੇ ਤੋਂ ਹੌਲੀ ਫਿਰ ਮੈਂ ਚੋਲੇ ਪਾਉਣ ਲੱਗਿਆ। ਜਾਣੀ ਦੁਨੀਆ ਜਿਹੜੀ ਉੱਥੇ ਨੇੜੇ ਤੇੜੇ ਸਮਾਜ ਆ ਨਾ, ਉਹ ਉਹਨਾਂ ਨੂੰ ਇਹੀ ਸੀਗਾ ਵੀ ਇਹਨੇ ਫਿਰ ਲੱਗ ਜਾਣਾ 3-4 ਮਹੀਨੇ ਬਾਅਦ, 6 ਮਹੀਨੇ ਬਾਅਦ ਇਹਨੇ ਲੱਗ ਜਾਣਾ। ਪਰ ਜਦੋਂ ਆਪਾਂ ਕਹਿੰਦੇ ਨੇ ਨਾ ਸੱਚੇ ਦਿਲੋਂ ਉਹਨੇ ਬਾਂਹ ਫੜੀ ਹੁੰਦੀ ਆ, ਆਪਾਂ ਅਰਦਾਸ ਕਰੀ ਹੁੰਦੀ ਆ, ਉਹਦੇ ਦਰਗਾਹ ਦੇ ਵਿੱਚ ਜ਼ਰੂਰ ਕਬੂਲ ਹੁੰਦੀ ਆ। ਉਹ ਮੇਰੀ ਕਬੂਲ ਹੋਈ ਵੀ ਆ, ਅਤੇ ਕਿਰਪਾ ਵੀ ਆ ਮਹਾਰਾਜ ਦੀ, ਇਹੋ ਜਿਹੀ ਗੱਲ ਨਹੀਂ। ਬਹੁਤ ਅੱਗੇ ਨਾਲੋਂ ਫਰਕ ਆ, ਜ਼ਮੀਨ ਅਸਮਾਨ ਦਾ ਫਰਕ ਆ ਉਹ ਜ਼ਿੰਦਗੀ ਅਤੇ ਆਹ ਜ਼ਿੰਦਗੀ ਦੇ ਵਿੱਚ। ਤੁਸੀਂ ਕੋਈ ਨਸ਼ਾ ਮਤਲਬ ਜਦੋਂ ਨਸ਼ੇ ਛੱਡਣ ਲਈ ਕੋਈ ਦਵਾਈ ਨਹੀਂ ਲਈ, ਕਿਸੇ ਡਾਕਟਰ ਕੋਲ ਨਹੀਂ ਗਏ, ਸਿਰਫ ਗੁਰਬਾਣੀ ਦਾ ਸਹਾਰਾ ਲਿਆ? ਨਹੀਂ ਜੀ ਨਹੀਂ, ਐਵੇਂ ਮੈਂ ਝੂਠ ਬੋਲਣਾ ਉਹ ਵੀ ਗੱਲ ਗਲਤ ਆ। ਗੁਰਬਾਣੀ ਦਾ ਸਹਾਰਾ ਵੀ ਲਿਆ, ਦਵਾਈ ਵੀ ਖਾਧੀ ਆ। ਦੇਖੋ ਹਰ ਬੰਦੇ ਦੀ ਆਪਦੀ ਬੋਡੀ ਦੀ ਤਸੀਰ ਆ। ਕਿਸੇ ਨੂੰ ਕੋਈ ਜੀਭ ਵਾਲੀ ਗੋਲੀ ਫਿੱਟ ਆ, ਮੈਂ ਇਹ ਨਹੀਂ ਕਹਿੰਦਾ ਹੁਣ ਤੁਸੀਂ ਜੀਭ ਵਾਲੀ ਗੋਲੀ 6 ਮਹੀਨੇ ਖਾਈ ਚੱਲੋ। ਕਿਸੇ ਨੂੰ ਟਰਾਮਾਡੋਲ ਫਿੱਟ ਆ, ਮੈਂ ਵੀ ਖਾਧੀ ਆ ਮੈਡੀਸਨ, 8-9 ਦਿਨ ਮੈਡੀਸਨ ਖਾਧੀ ਆ। ਜਾਣੀ ਜਿਵੇਂ ਪਹਿਲੇ ਦਿਨ ਮੈਂ ਦਿਨ ਦੀ ਸਵੇਰੇ ਦੁਪਹਿਰੇ ਸ਼ਾਮ 3 ਟਰਾਮਾਡੋਲ ਲੈ ਲਈਆਂ, ਦੂਸਰੇ ਦਿਨ ਵੀ 3 ਲੈ ਲਈਆਂ, ਤੀਸਰੇ ਦਿਨ ਜਾ ਕੇ ਦੁਪਹਿਰੇ ਮੈਂ ਦੁਪਹਿਰ ਵਾਲੀ ਬੰਦ ਕਰਤੀ, ਸਵੇਰ ਸ਼ਾਮ ਵਾਲੀ ਰੱਖ ਲਈ। ਫਿਰ ਸਵੇਰ ਸ਼ਾਮ ਵਾਲੀ ਸੀਗੀ, ਮਤਲਬ ਕਿ ਤੀਜਾ ਚੌਥਾ 5ਵੇਂ ਦਿਨ ਮੈਂ ਸਵੇਰ ਵਾਲੀ ਅੱਧੀ ਕਰਤੀ, ਸਵੇਰੇ ਅੱਧੀ ਰਹਿ ਗਈ, ਸ਼ਾਮ ਵਾਲੀ 1 ਰੱਖੀ। ਉਸ ਤੋਂ ਨੈਕਸਟ ਡੇ ਜਾਣੀ ਮੈਂ 9-10 ਦਿਨਾਂ ਬਾਅਦ ਮੈਡੀਸਨ ਬੰਦ ਕਰਤੀ ਸੀਗੀ। ਅਜੀਬ ਵਾਲੀਆਂ ਗੋਲੀਆਂ ਦਾ ਵੀ ਥੋੜ੍ਹਾ ਜਿਹਾ ਜ਼ਰੂਰ ਦੱਸਿਓ, ਕਿਉਂਕਿ ਜਦੋਂ ਇਹ ਹੌਲੀ ਜੋ ਛੱਡਣਾ ਸ਼ੁਰੂ ਕਰਦੇ, ਡਾਕਟਰ ਕਹਿੰਦੇ ਕਿ ਜੀਭ ਵਾਲੀ ਗੋਲੀ ਰੱਖੋ, ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਵੀ ਇੱਕ ਵੱਡਾ ਨਸ਼ਾ ਹੀ ਹੈ, ਕਿਉਂਕਿ ਇਸ ਨਸ਼ੇ ਤੋਂ ਦੂਰ ਕਰ ਦਿੰਦੇ ਪਰ ਜੀਭ ਵਾਲੀਆਂ ਗੋਲੀਆਂ 'ਤੇ ਲਾ ਦਿੰਦੇ ਆ। ਦੇਖੋ ਤੁਸੀਂ ਕਦੇ ਉਹਦਾ ਸਾਲਟ ਪੜ੍ਹਿਆ? ਜਿਨ੍ਹਾਂ ਨੂੰ ਇਸ ਚੀਜ਼ ਦਾ ਗਿਆਨ ਆ ਨਾ, ਉਹ ਗੋਲੀ ਦਾ ਨਾਮ ਕੀ ਆ? ਨੋਰਫਿਨ, ਬੁਪਰੋਫਿਨ ਨਾਮ ਆ ਉਹਦਾ। ਜਦੋਂ ਆਰਮੀ ਦੇ ਵਿੱਚ ਤੁਸੀਂ ਦੇਖਿਆ ਹੋਊਗਾ, ਤੁਸੀਂ ਨੈੱਟ 'ਤੇ ਖੋਲ੍ਹ ਕੇ ਪੜ੍ਹ ਵੀ ਸਕਦੇ ਹੋ, ਜਦੋਂ ਆਰਮੀ ਦੇ ਵਿੱਚ ਕਿਸੇ ਨੂੰ ਗੋਲੀ ਲੱਗਦੀ ਹੈ ਜਾਂ ਇੰਜਰਡ ਹੁੰਦਾ ਬੰਦਾ, ਤਾਂ ਉਹਨੂੰ ਬੁਪਰੋਫਿਨ ਦਾ ਇੰਜੈਕਸ਼ਨ ਲਾਇਆ ਜਾਂਦਾ ਉਹਦੇ ਪੱਟ 'ਚ ਜਾਂ ਉਹਦੀ ਗਰਦਨ 'ਚ, ਕਿਤੇ ਵੀ ਜਿੱਥੇ ਮਤਲਬ ਠੀਕ ਲੱਗਦਾ ਉਹਨਾਂ ਨੂੰ। ਉਹ ਸਾਲਟ ਕੀ ਆ? ਉਹ ਫੀਮ ਦਾ ਸਾਲਟ ਆ। ਉਹਦਾ ਤਰਕ ਕੱਢ ਕੇ ਉਹ ਦਰਦ ਵਾਸਤੇ ਪੇਨ ਕਿਲਰ ਹੈ ਇੱਕ। ਇਹ ਆਪਾਂ ਨੂੰ ਡਾਕਟਰ ਪੇਨ ਕਿਲਰ ਦੇ ਰਿਹਾ, ਇਹਦਾ ਆਪਾਂ ਰੈਗੂਲਰ ਹੀ ਜ਼ਿਆਦਾ ਯੂਜ਼ ਕਰਦੇ ਹਾਂ, ਮਤਲਬ ਕਿ 3 ਮਹੀਨੇ 6 ਮਹੀਨੇ ਆਪਾਂ ਖਾਂਦੇ ਹਾਂ, ਆਪਣੇ ਲੀਵਰ ਦੇ ਉੱਤੇ ਅਸਰ ਪਾਉਂਦੀ ਹੈ ਇਹ। ਠੀਕ ਆ, ਗੋਲੀ ਵਧੀਆ ਛੱਡਣ ਵਾਸਤੇ ਬਹੁਤ ਵਧੀਆ, ਪਰ ਅਗਰ ਸਹੀ ਮਾਇਨੇ 'ਚ 10 ਤੋਂ 12 ਦਿਨ ਦੇ ਵਿੱਚ
ਪਹਿਲਾਂ ਤੁਸੀਂ ਵੱਡੀ ਲੈਂਦੇ ਹੋ 3-4 ਦਿਨ ਵੱਡੀ ਖਾਓ ਫਿਰ ਛੋਟੀ, ਮਤਲਬ ਕਿ 3-3 ਦਿਨ ਦੇ ਪੀਰੀਅਡ ਮਗਰੋਂ ਤੁਸੀਂ 12 ਦਿਨ ਬਾਅਦ ਇਹਨੂੰ ਬੰਦ ਕਰ ਦਿਓ। ਸਭ ਤੋਂ ਵਧੀਆ, ਸਭ ਤੋਂ ਪਹਿਲਾਂ ਕਿਹਨੇ ਕਿਹਾ ਸੀਗਾ, ਕਿਹੜਾ ਐਸਾ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਿਹੜਾ ਤੁਹਾਨੂੰ ਇਸ ਸਰੂਪ ਨੂੰ ਵੇਖ ਕੇ ਖੁਸ਼ ਹੋ ਕੇ ਗਲੇ ਲਗਾ ਲਿਆ ਹੋਵੇ? ਨਹੀਂ, ਖੁਸ਼ੀ ਤਾਂ ਸਾਰਿਆਂ ਨੂੰ ਹੋਈ ਆ, ਵਧੀਆ ਕਿਹਾ, ਮਤਲਬ ਗਲੇ ਤਾਂ ਚਲੋ ਕਿਸੇ ਨੇ ਨਹੀਂ ਲਾਇਆ, ਮਤਲਬ ਸਾਰਿਆਂ ਨੇ ਸ਼ਾਬਾਸ਼ ਜ਼ਰੂਰ ਕਿਹਾ, ਵਧੀਆ ਚੰਗੀ ਨਸੀਹਤ ਦਿੱਤੀ ਆ ਵੀ ਨਹੀਂ ਚੰਗਾ। ਚਲੋ ਕੁਛ ਉੱਪਰ ਵਾਲੇ ਮੈਨੂੰ ਵੀ ਕਹਿਣ ਵਾਲੇ ਸੀ, ਕੁਛ ਦਿਲੋਂ ਵੀ ਕਹਿਣ ਵਾਲੇ ਸੀ, ਬਾਕੀ ਪਤਾ ਲੱਗ ਜਾਂਦਾ ਵੀ ਕਿਹੜਾ ਆਪਾਂ ਨੂੰ ਦਿਲੋਂ ਕਹਿੰਦਾ, ਕਿਹੜਾ ਦੇਖ ਕੇ ਆਪਾਂ ਨੂੰ ਜਰਦਾ, ਕਿਹੜਾ ਨਹੀਂ ਜਰਦਾ। ਪਰ ਜ਼ਿਆਦਾਤਰ ਐਪਰੀਸ਼ੀਏਟ ਕੀਤਾ ਲੋਕਾਂ ਨੇ, ਪਰ ਬਹੁਤ ਘੱਟ ਨਹੀਂ ਕਿਹਾ, ਮਤਲਬ ਅੰਦਰਲੇ ਮਨੋਂ ਨਹੀਂ ਕਿਹਾ ਹੈਗਾ। ਅੱਜ ਕੱਲ੍ਹ ਦੂਸਰਾ ਟਰੈਂਡ ਜ਼ਿਆਦਾ ਨਾ ਮੁੰਡਿਆਂ ਦਾ, ਵੀ ਅਗਲਾ ਕਹਿੰਦਾ ਮੇਰੇ ਕੋਲ ਗੱਡੀ ਹੋਵੇ, ਬਸ ਮੁੰਡੇ ਦੇ ਵਾਲ ਕੱਟੇ ਹੋਣ ਅਤੇ ਪੈਸਾ ਹੋਵੇ, ਕਦੇ ਸ਼ਿਮਲੇ ਕਦੇ ਕਿਤੇ, ਇੱਦਾਂ ਸਿਸਟਮ, ਮਤਲਬ ਕਿ ਅਗਲਾ ਪੈਸੇ ਨੂੰ ਜ਼ਿਆਦਾ ਉਹ ਕਰਦਾ। ਕਈ ਬੰਦਿਆਂ ਨੂੰ ਮੈਂ ਜਦੋਂ ਪਹਿਲਾਂ ਆਪਦੇ ਬਾਰੇ ਦੱਸਿਆ, ਚਲੋ ਤੁਸੀਂ ਇਹ ਤੁਹਾਡਾ ਧੰਨਵਾਦ ਆ, ਡੇਲੀ ਪੋਸਟ ਵਾਲਿਆਂ ਦਾ ਵੀ ਧੰਨਵਾਦ ਆ, ਪਰ ਕਈ ਜਾਣੇ, ਜੇ ਮੈਂ ਇੱਥੇ ਮੂਨਾ ਹੁੰਦਾ ਨਾ, ਮੇਰੀ ਇੰਟਰਵਿਊ ਕਹਿਣ ਦਾ ਮਤਲਬ ਸ਼ਾਇਦ ਜ਼ਿਆਦਾ ਪੱਤਰਕਾਰ ਮੇਰੇ ਕੋਲ ਇੰਟਰਵਿਊ ਲੈਣ ਆਉਂਦੇ, ਪਰ ਬਾਣੇ ਦੇ ਵਿੱਚ ਮੇਰੇ ਕੋਲ ਜਾਣੀ ਘੱਟ ਆਏ ਨੇ। ਬਾਣੇ ਦਾ ਅਸਰ ਪੈਂਦਾ ਜੀ, ਇਹੋ ਜਿਹੀ ਗੱਲ ਨਹੀਂ, ਪਰ ਥੋੜ੍ਹਾ ਜਿਹਾ ਜਾਣੀ ਪਤਾ ਨਹੀਂ ਕਾਹਤੇ ਇਸ ਚੀਜ਼ ਤੋਂ ਲੋਕ ਪਿੱਛੇ ਹਟੇ ਹੋਏ ਨੇ, ਥੋੜ੍ਹਾ ਜਿਹਾ ਨਾਲ ਵੀ ਹੋਣਗੇ, ਪਰ ਕਹਿ ਨਹੀਂ ਸਕਦੇ ਕੁਝ ਵੀ ਇਸ ਚੀਜ਼ ਬਾਰੇ। ਜਿਹੜੇ ਰਿਸ਼ਤੇਦਾਰ ਤੁਹਾਡੇ ਨਸ਼ੇ ਕਰਕੇ ਟੁੱਟ ਗਏ ਸੀ, ਬਿਲਕੁਲ ਬਹੁਤ ਦੂਰ ਹੋ ਗਏ ਸੀ, ਲਾਗੇ ਨਹੀਂ ਆਉਂਦੇ ਸੀ ਕਿ ਨਹੀਂ ਸਾਡੇ ਘਰ ਵੀ ਨਾ ਆਵੇ, ਬਹੁਤ ਨਸ਼ੇ ਕਰਦਾ ਹੈ ਨਾ, ਤਾਂ ਬਾਅਦ ਵਿੱਚ ਉਹ ਤੁਹਾਨੂੰ ਉਹਨਾਂ ਦਾ ਜਦੋਂ ਪਤਾ ਲੱਗਾ ਕਿ ਹਾਂ ਰਾਜਦੀਪ ਨਸ਼ਾ ਛੱਡ ਗਿਆ, ਤਾਂ ਫਿਰ ਉਹਨਾਂ ਦਾ ਰਿਐਕਸ਼ਨ ਕੀ ਸੀ? ਆਏ, ਮਿਲੇ, ਹੁਣ ਮਿਲਦੇ ਉਹਨਾਂ ਨੂੰ? ਤਾਂ ਕੁਛ ਨਹੀਂ ਹੁੰਦਾ ਜੀ, ਅੱਜ ਕੱਲ੍ਹ ਦਾ ਰਿਸ਼ਤੇਦਾਰ ਤੁਹਾਨੂੰ ਪਤਾ ਹੀ ਹੈ, ਜੇ ਪੈਸਾ ਤਾਂ ਰਿਸ਼ਤੇਦਾਰ ਨੇ ਨੰਬਰ 2 'ਤੇ। ਜੇ ਕਿਸੇ ਕੋਲ ਚਲੇ ਵੀ ਜਾਂਦੇ, ਦੇਖੋ ਇੱਕ ਚੀਜ਼ ਆ, ਜੇ ਤੁਹਾਡਾ ਕੋਈ ਵੀ, ਜਿੰਨੇ ਹੁਣ ਤੁਸੀਂ ਮੈਨੂੰ ਦਰਸ਼ਕ ਦੇਖ ਰਹੇ ਨੇ ਜਾਂ ਸੁਣ ਰਹੇ ਨੇ, ਤੁਹਾਡੇ ਕੋਲ ਅਗਰ ਕੋਈ ਨਸ਼ੇ ਵਾਲਾ ਬੰਦਾ ਆਉਂਦਾ ਨਾ, ਉਹਨੂੰ ਤੁਸੀਂ ਮਤਲਬ ਉਹਦੇ ਨਾਲ ਵਧੀਆ ਟਰੀਟ ਕਰੋ ਉਹਨੂੰ, ਠੀਕ ਆ, ਪੈਸਾ ਨਾ ਦੇਵੋ, ਨਸ਼ਾ ਨਾ ਲੈ ਕੇ ਦੇਵੋ, ਪਰ ਉਹਨੂੰ ਕਹੋ ਯਾਰ ਤੂੰ, ਉਹਨੂੰ ਦਿਲੋਂ ਪਿਆਰ, ਉਹਨੂੰ ਕਹ ਬੈਠ ਯਾਰ ਤੈਨੂੰ ਦਵਾਈ ਦਵਾਉਂਦੇ ਆ, ਦੱਸ ਤੈਨੂੰ ਕੀ ਚਾਹੀਦਾ, ਜਾਂ ਤੇਰੇ ਘਰੇ ਗੱਲ ਕਰਦੇ ਆ, ਤੈਨੂੰ ਪ੍ਰੋਬਲਮ ਕੀ, ਤੂੰ ਕਾਹਤੇ ਕਰਦਾ ਇਹ ਚੀਜ਼ ਨੂੰ, ਛੱਡ ਇਹਨੂੰ। ਉਹਨੂੰ ਉੱਦਾਂ, ਹੁਣ ਮੈਂ ਕਈ ਵਾਰ ਜਾਂਦਾ ਸੀਗਾ, ਉਹਨਾਂ ਨੇ ਮੈਨੂੰ ਜਾਣੀ ਬਿਠਾਉਣਾ, ਰੋਟੀ ਪਾਣੀ ਖਿਲਾਤਾ, ਠੀਕ ਆ, ਅਗਲਾ ਮੈਨੂੰ ਜਾਣੀ ਛੱਡਣ ਤੱਕ ਵੀ ਨਹੀਂ ਸੀ ਜਾਂਦਾ ਹੁੰਦਾ। ਮੇਰੀ ਗੱਲ, ਕੋਈ ਵੀ ਨਸ਼ੇ ਵਾਲਾ ਬੰਦਾ ਉਹਨੂੰ ਜਾਣੀ ਰਿਸ਼ਤੇਦਾਰ ਛੱਡਣ ਵੀ ਨਹੀਂ ਸੀ ਜਾਂਦਾ ਹੁੰਦਾ, ਮਗਰ ਵੀ ਇਹਨੂੰ ਉੱਥੇ ਤੱਕ, ਰੋਡ ਤੱਕ ਛੱਡਿਆ ਜੀ, ਉਹ ਵੀ ਕਹਿੰਦੇ ਸੀ ਆਪਦੇ ਆਪ ਚਲੇ ਜਾਵੇ। ਪਰ ਇੱਦਾਂ ਇਹ ਚੀਜ਼ ਹੋਣੀ ਨਹੀਂ ਚਾਹੀਦੀ। ਜੇ ਤੁਹਾਡੇ ਕੋਲ ਕੋਈ ਆਉਂਦਾ, ਉਹਨੂੰ ਹੌਸਲਾ ਦੇਵੋ, ਉਹਨੂੰ ਕਿ ਕੋਈ ਗੱਲ ਨਹੀਂ, ਅਸੀਂ ਤੇਰੇ ਨਾਲ ਆ, ਚੱਲ ਤੈਨੂੰ ਦਵਾਈ ਦਵਾ ਕੇ ਲੈ ਕੇ ਆਈਏ। ਤੁਹਾਨੂੰ ਕਦੇ ਕਿਸੇ ਨੇ ਨਹੀਂ ਕਿਹਾ ਸੀ? ਕਿਹਾ ਵੀ ਹੋਣਾ, ਹੁਣ ਯਾਦ ਨਹੀਂ ਹੈਗਾ ਜੀ। ਦੇਖੋ ਨੇੜੇ ਦਾ ਜਿਹੜਾ ਬੰਦਾ, ਜਿਹਨੂੰ ਦਰਦ ਹੁੰਦਾ ਨਾ, ਉਹ ਬੰਦਾ ਤੁਹਾਨੂੰ ਨੇੜੇ ਵੀ ਰਹੂਗਾ, ਤੁਹਾਨੂੰ ਪੈਸੇ ਵੀ ਦਊਗਾ। ਜਿਹਨੂੰ ਦਰਦ ਨਹੀਂ ਗਾ, ਉਹਨੇ ਤਾਂ ਤੁਹਾਨੂੰ ਮੱਥਾ ਟੇਕ ਦੂਰੋਂ ਹੀ ਉਹਨੇ ਕਹਿਣਾ ਭਰਾਵਾ ਚਾਹ ਤੂੰ ਮੇਰੇ ਗਲ ਪੈ ਗਿਆ, ਸਿੱਧਾ ਨਹੀਂ ਕਹੂਗਾ, ਉੱਪਰਲੇ ਮਨੋਂ ਜਾਣੀ ਤੁਹਾਨੂੰ ਕਹੂ ਜੀ ਆਇਆਂ ਨੂੰ ਕਹੂ, ਪਰ ਅੰਦਰਲੇ ਮਨੋਂ ਦੁਖੀ ਹੋਊਗਾ। ਜਿਹੜਾ ਤੁਹਾਡਾ ਕਰਦਾ, ਦਿਲੋਂ ਕਰਦਾ ਵਾ। ਸਾਡੇ ਪਿੰਡ ਡਾਕਟਰ ਹੁੰਦਾ ਸੀ ਇੱਕ, ਉਹ ਬੰਦੇ ਦੀ ਮੈਨੂੰ ਗੱਲ ਅੱਜ ਵੀ ਯਾਦ ਆ। ਮੇਰੇ ਕੋਲ ਪੈਸੇ ਨਹੀਂ ਹੁੰਦੇ ਨਾ, ਮੈਂ ਉਹਦੇ ਕੋਲ ਘਰੇ ਚਲੇ ਜਾਂਦਾ ਹੁੰਦਾ ਸੀਗਾ। ਉਹਨੇ ਮੈਨੂੰ ਕਹਿਣਾ, ਜਦੋਂ ਉਹਦੇ ਕੋਲ ਜਾਣਾ, ਉਹਨੇ ਕਹਿਣਾ, हिंदी बोलता सी वो, पैसे ले लो सर, पैसे की बात नहीं है, लेकिन मेरे को एक चीज़ मेरे मन में है कि जब आप ठीक हो जाओगे ना, तो आप पहले ठीक हो, लेकिन जब ठीक होगे तो आप मेरे को याद करोगे। आज आप इस दलदल में हो, घुस चुके हो, लेकिन जब इससे बाहर निकलोगे ना तो मेरे को याद करोगे। सब तो पहला जी करोना का दौर आਉਂਦਾ ਉਦੋਂ ਜਾਂਦਾ ਮੈਂ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ। ਉੱਥੇ ਜਾ ਕੇ ਦੇਖਦਾ, ਮਤਲਬ ਉਦੋਂ ਬੰਦ ਸੀਗਾ, ਅੰਮ੍ਰਿਤ ਨਹੀਂ ਸੀ ਛਕਾ ਰਹੇ। ਅੰਮ੍ਰਿਤ ਤਾਂ ਮਤਲਬ ਗੁਰਦੁਆਰੇ ਬੰਦ ਕਰਿਆ ਹੋਇਆ ਸੀ, ਮੂਹਰੇ ਟਰਾਲੀ ਲਾਈ ਹੋਈ ਸੀਗੀ। ਉਸ ਤੋਂ ਬਾਅਦ ਫਿਰ ਮੈਂ ਆਉਣਾ ਸਾਹਨੇ ਵਾਲੇ ਰੇਡੂ ਸਾਹਿਬ ਗੁਰਦੁਆਰਾ। ਉੱਥੇ ਆ ਕੇ ਚਲੋ ਦੁਕਾਨਾਂ ਵੀ ਸੀਗੀਆਂ ਉੱਥੇ, ਚਲੋ 2-3 ਦੁਕਾਨਾਂ ਲੱਗੀਆਂ ਹੋਈਆਂ ਸੀਗੀਆਂ, ਅਤੇ ਨਹੀਂ ਦੁਕਾਨ ਘਰੇ ਚਲੇ ਗਿਆ ਸੀ ਦੁਕਾਨ ਵਾਲਾ, ਸੌਰੀ। ਉੱਥੇ ਮੈਂ ਉਤਰਦਾ, ਮੱਥਾ ਟੇਕਦਾ, ਉੱਥੇ ਮੈਂ ਪੁੱਛਿਆ ਉਹਨਾਂ ਨੂੰ ਵੀ ਮੈਂ ਅੰਮ੍ਰਿਤਪਾਨ ਕਰਨਾ ਜੀ। ਉੱਥੇ ਗੇਟ 'ਤੇ ਇੱਕ ਬੰਦਾ ਖੜ੍ਹਾ ਸੀ, ਮੈਨੂੰ ਨਹੀਂ ਸੀ ਪਤਾ ਕੌਣ ਆ, ਮੈਂ ਜਾਣਦਾ ਵੀ ਨਹੀਂ, ਹੁਣ ਵੀ ਨਹੀਂ ਜਾਣਦਾ ਉਹਨੂੰ ਕੌਣ ਸੀ, ਮੈਨੂੰ ਮਿਲਿਆ ਵੀ ਨਹੀਂ ਉਸ ਤੋਂ ਬਾਅਦ ਉਹ। ਅਤੇ ਉਹ ਮੈਨੂੰ ਕਹਿੰਦਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਅੰਮ੍ਰਿਤਪਾਨ ਕਰਨਾ ਵੀ। ਹੁਣ ਮੈਂ ਅੰਦਰ ਜਾ ਕੇ ਪੁੱਛਿਆ, ਇਹ ਕਹਿੰਦੇ ਵੀ ਨਹੀਂ ਵੀ ਅੰਮ੍ਰਿਤਪਾਨ ਹੋ ਰਹੀ ਜੀ, ਕਰੋਨਾ ਕਰਕੇ ਬੰਦ ਆ। ਉਹਨੂੰ ਜਦੋਂ ਪਹਿਲਾਂ ਉਹਨੂੰ ਦੱਸਿਆ ਵੀ ਅੰਮ੍ਰਿਤਪਾਨ ਕਰਨਾ ਵੀ ਮੈਂ ਕਕਾਰ ਲੈਣੇ ਨੇ, ਉਹ ਕਹਿੰਦਾ ਚੱਲ ਯਾਰ ਮੈਨੂੰ ਹੁਣੀ ਦੁਕਾਨ ਵਾਲੇ ਘਰੇ ਗਏ ਨੇ, ਚੱਲ ਮੇਰੇ ਪਿੱਛੇ ਬੈਠ। ਮੈਂ ਕਿਹਾ ਗੱਡੀ ਚੱਕਦਾ, ਕਹਿੰਦਾ ਨਹੀਂ ਤੂੰ ਮੇਰੇ ਪਿੱਛੇ ਮੋਟਰਸਾਈਕਲ 'ਤੇ ਬੈਠ। ਉਹ ਬਗਰਲੇ ਪਾਸੇ ਹੀ ਬੈਕ ਸਾਈਡ 'ਤੇ ਉਹਨਾਂ ਦਾ ਘਰ ਸੀ, ਉੱਥੋਂ ਮੈਨੂੰ ਜਾਣੀ ਕਕਾਰ ਦਵਾ ਕੇ ਲੈ ਕੇ ਆਇਆ। ਉਹ ਜਿੱਦਾਂ ਬੰਦੇ ਨੂੰ ਹੁੰਦਾ ਕਿ ਮੇਰੇ ਥਰੂ ਚਲੋ ਸ਼ੱਕ ਲਵੇ ਨਾ ਵੀ ਹਾਂ ਵੀ ਮੇਰੇ ਨਾਲ ਇਹਨੇ ਉਹ ਕਰਿਆ। ਫਿਰ ਆ ਕੇ ਉਹਨੂੰ ਦੱਸਿਆ, ਉਹਨੂੰ ਪਤਾ ਲੱਗਿਆ ਵੀ ਅੰਮ੍ਰਿਤਪਾਨ ਹੋ ਨਹੀਂ ਰਿਹਾ ਹੈਗਾ। ਅਤੇ ਉਹ ਮੈਨੂੰ ਕਹਿੰਦਾ ਤੁਸੀਂ ਬਾਬਾ ਜੀ ਨੂੰ ਕਹੋ ਵੀ ਅਰਦਾਸ ਕਰ ਦਿਓ। ਬਾਬਾ ਜੀ ਨੂੰ ਪੁੱਛਿਆ ਮੈਂ, ਬਾਬਾ ਜੀ ਅਰਦਾਸ ਕਰ ਦਿਓ। ਕਹਿੰਦੇ ਬੇਟਾ ਅਰਦਾਸ ਕਰੀ ਦੀ ਨਹੀਂ ਹੈਗੀ, ਵੀ ਅੰਮ੍ਰਿਤਪਾਨ ਕਰਕੇ ਹੀ ਤੂੰ ਕਕਾਰ ਪਾਈ। ਅਤੇ ਮੈਂ ਬਾਹਰ ਆਇਆ ਉਹੀ ਬੰਦੇ ਕੋਲ, ਫਿਰ ਮੈਂ ਕਿਹਾ ਵੀ ਐਂ ਕਰਦੇ ਨੇ, ਕਹਿੰਦੇ ਨਹੀਂ ਤੂੰ ਇੱਦਾਂ ਕਰ, ਆਪ ਹੀ ਮੱਥਾ ਟੇਕ ਅਤੇ ਕਕਾਰ ਪਾਇਆ। ਅਤੇ ਚਲੋ ਮੈਂ ਉਹਦੀ ਗੱਲ ਮੰਨੀ, ਗਿਆ ਅਰਦਾਸ ਕਰੀ ਵੀ ਮਹਾਰਾਜ ਵੀ ਹੁਣ ਨਹੀਂ ਅੰਮ੍ਰਿਤ ਸੰਚਾਰ ਨਹੀਂ ਹੋ ਰਿਹਾ, ਮੈਂ ਕੀ ਕਰ ਸਕਦਾ ਹੈ ਨਾ, ਵੀ ਪਰ ਅੱਜ ਤੋਂ ਮੈਂ ਜਾਣੀ ਵੀ ਮੇਰਾ, ਤੁਸੀਂ ਤਾਂ ਜਾਣੀ ਜਾਣੋ ਵੀ ਮੈਂ ਅੱਜ ਤੋਂ ਅੰਮ੍ਰਿਤਧਾਰੀ ਹਾਂ। ਫਿਰ ਚਲੋ ਜੀ ਚਲੋ ਮੈਂ ਕਕਾਰ ਪਾ ਕੇ ਉਹਦਾ ਘਰੇ ਆ ਗਿਆ। ਕਿਰਪਾ ਰਹੀ ਮਹਾਰਾਜ ਦੀ। ਮੈਂ ਫਿਰ ਹਰ ਸੰਡੇ ਨੂੰ ਵੀ
ਤੇ ਸੰਗਰਾਂਦ ਨੂੰ ਫੋਨ ਕਰਨਾ, ਕਟਾਣਾ ਸਾਹਿਬ ਵੀ ਕਰਨਾ, ਸ਼ਾਇਦ ਆਲਮਗੀਰ ਵਾਲਿਆਂ ਨੂੰ ਵੀ ਪਤਾ ਹੋਵੇ, ਆਲਮਗੀਰ ਵੀ ਰੋਜ਼ ਫੋਨ ਕਰਦਾ ਹੁੰਦਾ ਸੀ ਮੈਂ ਵੀ ਬਾਬਾ ਜੀ ਅੰਮ੍ਰਿਤ ਸੰਚਾਰ ਹੋ ਰਿਹਾ ਵਾ। ਜਾਣੀ ਕਰਦੇ ਕਰਾਉਂਦੇ ਗੱਲ ਮੁੱਕਦੀ ਵੀ 3 ਮਹੀਨੇ ਲੰਘ ਜਾਂਦੇ ਨੇ ਜੀ। 3 ਮਹੀਨੇ ਬਾਅਦ ਫਿਰ ਇਹ ਮੇਰੇ ਮਾਈਂਡ 'ਚ ਆਉਂਦਾ ਵੀ ਯਾਰ ਤਖ਼ਤਾਂ ਦੇ ਉੱਤੇ ਜ਼ਰੂਰ ਅੰਮ੍ਰਿਤ ਛਕਾਉਂਦੇ ਹੋਣਗੇ, ਚਾਹੇ ਕਰੋਨਾ ਦਾ ਟਾਈਮ ਹੀ ਚੱਲ ਰਿਹਾ ਸੀਗਾ। ਫਿਰ ਸ਼ਨੀਵਾਰ ਵਾਲੇ ਦਿਨ ਰਾਤ ਨੂੰ ਮੈਂ ਫੋਨ ਕਰਦਾ ਅਨੰਦਪੁਰ ਸਾਹਿਬ ਨੰਬਰ ਲੈ ਕੇ, ਫੋਨ ਕਰਿਆ, ਉਹ ਕਹਿੰਦੇ ਵੀ ਵੀਕਐਂਡ 'ਤੇ ਲੋਕਡਾਊਨ ਹੁੰਦਾ ਸੀ ਸ਼ਨੀਵਾਰ ਵਾਲਾ, ਵੀ ਉਹਦੇ ਕਰਕੇ ਕੱਲ੍ਹ ਨੂੰ ਅਸੀਂ ਸੰਡੇ ਅਤੇ ਬੁੱਧਵਾਰ ਉੱਥੇ ਅੰਮ੍ਰਿਤ ਛਕਾਉਂਦੇ ਨੇ, ਵੀ ਅਸੀਂ ਵੀਕਐਂਡ 'ਤੇ ਲੋਕਡਾਊਨ ਕਰਕੇ ਬੰਦ ਕਰਿਆ ਹੋਇਆ, ਤੁਸੀਂ ਬੁੱਧਵਾਰ ਨੂੰ ਆ ਜਾਇਓ। ਅਤੇ ਮੈਂ ਕਿਹਾ ਨਹੀਂ, ਵੀ ਬੱਚਿਆਂ ਨੂੰ ਮੈਂ ਤਿਆਰ ਕਰ ਲਿਆ ਸੀ, ਉਹ ਕਹਿੰਦੇ ਵੀ ਜਾਣਾ ਰਾਤ ਨੂੰ, ਅਤੇ ਮੈਂ ਕਿਹਾ ਨਹੀਂ ਜੀ ਛਕਣਾ ਤਾਂ ਕੱਲ੍ਹ ਨੂੰ ਹੀ ਛਕਣਾ। ਉਹ ਕਹਿੰਦੇ ਬੇਟਾ ਫਿਰ ਤੁਸੀਂ ਹਰਿਮੰਦਰ ਸਾਹਿਬ ਚਲੇ ਜਾਓ। ਜਾਣੀ ਕਿਰਪਾ ਮਹਾਰਾਜ ਦੀ ਹੋਈ, ਫਿਰ ਹਰਿਮੰਦਰ ਸਾਹਿਬ ਜਾ ਕੇ ਨੈਕਸਟ ਡੇ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕਿਆ ਜੀ। ਕੀ ਬਾਤ ਹੈ, ਉੱਥੋਂ ਛਕ ਕੇ ਆਏ ਹੋ ਤੁਸੀਂ। ਫਿਰ ਉਸ ਤੋਂ ਬਾਅਦ ਹੁਣ ਤੁਹਾਡੀ ਜ਼ਿੰਦਗੀ 'ਚ ਕੀ ਫਰਕ ਦੇਖਦੇ ਹੋ ਤੁਸੀਂ? ਅੱਜ ਆਪ ਛੱਡਿਆ, ਬਹੁਤ ਸਾਰੇ ਨੌਜਵਾਨਾਂ ਨੂੰ ਜੀਵਨ ਤੁਸੀਂ ਦੇ ਰਹੇ ਹੋ, ਬਹੁਤ ਸਾਰੇ ਨੌਜਵਾਨ ਤੁਹਾਡੇ ਕੋਲ ਆਏ ਨੇ, ਬਹੁਤ ਲੋਕ ਜਿਹੜੇ ਤੁਹਾਡੇ ਕੋਲ ਆਏ ਉਹਨਾਂ ਨੂੰ ਤੁਸੀਂ ਨਸ਼ਾ ਛੁਡਾ ਵੀ ਰਹੇ ਹੋ, ਉਹਨਾਂ ਨੂੰ ਕਿਵੇਂ ਛੁਡਾਉਂਦੇ ਹੋ ਤੁਸੀਂ ਹੁਣ ਨਸ਼ਾ? ਉਹਨਾਂ ਨੂੰ ਦੇਖੋ ਜੀ, ਆਪਦੇ ਬਾਰੇ ਜਦੋਂ ਕੁਛ ਘਰ ਦੇ ਵੀ ਛੱਡ ਜਾਂਦੇ ਨੇ, ਕੁਛ ਆਪਦੇ ਆਪ ਵੀ ਆਉਂਦੇ ਨੇ, ਉਹਨਾਂ ਨੂੰ ਇੱਥੇ ਆਪਦੇ ਕੋਲ ਰੱਖੀ ਦਾ, ਸਮਝਾਈ ਦਾ, ਦੱਸੀ ਦਾ ਵਾ। ਸ਼ਡਿਊਲ ਆ ਸਾਡਾ ਦਿਨ ਦਾ ਇੱਕ 4 ਵਜੇ, ਮਤਲਬ ਜਦੋਂ ਪਹਿਲਾਂ ਕੋਈ ਆਉਂਦਾ ਵਾ ਉਹਨੂੰ ਅਸੀਂ ਪਹਿਲਾਂ 15 ਦਿਨ 20 ਦਿਨ ਰੈਸਟ ਦਿੰਦੇ ਹਾਂ। ਰੈਸਟ ਤੋਂ ਬਾਅਦ ਵਿੱਚ ਫਿਰ ਉਹਨੂੰ ਫੈਮਿਲੀ ਦਾ ਮੰਗੂ ਹੁੰਦਾ, ਉਹ ਫੈਮਿਲੀ 'ਚ ਉਹਨੂੰ ਕਰ ਦੇਈਦਾ ਵਾ। ਫੈਮਿਲੀ 'ਚ ਮਤਲਬ ਫਿਰ ਉਹ 4-4:30 ਵਜੇ ਉੱਠ ਕੇ ਆਪਦਾ ਇਸ਼ਨਾਨ ਕਰਕੇ ਚਾਹ ਪੀਂਦੇ ਨੇ, ਚਾਹ ਪੀ ਕੇ ਆਪਦਾ 5 ਵਜੇ ਤੋਂ 6 ਵਜੇ ਪ੍ਰਭਾਤ ਫੇਰੀ, ਫਿਰ ਉਸ ਤੋਂ ਬਾਅਦ ਮੂਲ ਮੰਤਰ ਆ, ਫਿਰ ਯੋਗਾ ਕਰਦੇ ਨੇ, ਫਿਰ ਕਥਾ ਸੁਣਦੇ ਨੇ, 9 ਵਜੇ ਦਲੀਆ ਛਕ ਕੇ 5 ਬਾਣੀਆਂ ਦਾ ਪਾਠ ਕਰਦੇ ਨੇ, 10:30 ਤੋਂ 12 ਵਜੇ ਤੱਕ ਫ੍ਰੀ ਰਹਿੰਦੇ ਨੇ, TV ਦੇਖ ਲਿਆ ਆਪਦਾ, 12 ਵਜੇ ਪ੍ਰਸ਼ਾਦਾ ਛਕ ਕੇ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਫਿਰ 1.5 ਘੰਟਾ ਸੌਂਦੇ ਨੇ, ਫਿਰ ਉਸ ਤੋਂ ਬਾਅਦ ਆਪਦਾ 3 ਵਜੇ ਤੋਂ ਲੈ ਕੇ 4:30 ਵਜੇ ਤੱਕ TV ਦੇਖਦੇ ਨੇ। ਉਸ ਤੋਂ ਬਾਅਦ ਫਿਰ ਪ੍ਰਭਾਤ ਫੇਰੀ ਆ, ਫਿਰ ਮੂਲ ਮੰਤਰ ਆ, ਫਿਰ ਰਹਿਰਾਸ ਸਾਹਿਬ ਆ, ਫਿਰ ਘੰਟਾ ਅਸੀਂ ਬੈਠਦੇ ਹਾਂ, ਦੁਪਹਿਰੇ ਵੀ ਜਾ ਕੇ ਬਹਿਨੇ 1 ਘੰਟਾ, ਉਸ ਤੋਂ ਬਾਅਦ ਫਿਰ ਸੌਂ ਜਾਂਦੇ ਨੇ ਜੀ। ਇਹ ਤੁਸੀਂ ਹੁਣ ਕਿੰਨੇ ਕੁ ਲੋਕਾਂ ਨੂੰ ਜ਼ਿੰਦਗੀ ਦੇ ਚੁੱਕੇ ਹੋ? ਹਜੇ ਤਾਂ ਦੇਖੋ ਜੀ, ਮੈਂ ਹੁਣ ਆਹ 2 ਮਹੀਨਿਆਂ ਦੇ ਵਿੱਚ 5 ਪ੍ਰਾਣੀਆਂ ਨੂੰ ਮਹਾਰਾਜ ਨੇ ਕਿਰਪਾ ਕਰੀ ਆ, 5 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਜੀ। 4 ਮੁੰਡਿਆਂ ਨੇ ਛਕਿਆ, 1 ਮੁੰਡਾ ਸਾਡੇ ਕੋਲ ਗਿਆ ਸੀਗਾ ਨਾਲ, ਉਹਦੀ ਵਾਈਫ ਨੇ ਛਕਿਆ, ਉਹ ਤਾਂ ਚਲੋ ਘਰੇ ਸੀ। 5 ਜਾਣਿਆਂ ਨੇ ਛਕਿਆ। ਜ਼ਿੰਦਗੀ ਹੁਣ ਕਿਵੇਂ ਦੇਖਦੇ ਆਪਣੀ, ਪਹਿਲੀ ਔਰ ਅੱਜ ਵਾਲੀ? ਬਹੁਤ ਫਰਕ ਆ, ਜ਼ਮੀਨ ਅਸਮਾਨ ਦਾ ਫਰਕ ਆ ਜੀ। ਜੋ ਹੁਣ ਇੱਜ਼ਤ ਮਿਲ ਰਹੀ ਆ ਉਹ ਪਹਿਲਾਂ ਨਹੀਂ ਸੀਗੀ। ਬਾਕੀ ਫੀਲਿੰਗ ਹੁੰਦੀ ਆ ਹਰ ਬੰਦੇ ਦੀ ਆਪਦੀ ਅਲੱਗ-ਅਲੱਗ, ਜਾਣੀ ਹੁਣ ਫੀਲਿੰਗ ਬਹੁਤ ਅੱਛੀ ਫੀਲਿੰਗ ਆ। ਉਦੋਂ ਦੇਖੋ ਕੋਈ ਆਪਾਂ ਨੂੰ ਦੇਖਦਾ ਸੀ, ਅਗਲਾ ਕਹਿੰਦਾ ਯਾਰ ਆ ਗਿਆ ਹੈ ਨਾ, ਵੀ ਨਾ ਜਵਾਬ ਦੇਣ ਜੋਗੇ ਆ ਨਾ ਹਾਂ ਕਰਨ ਜੋਗੇ ਆ। ਅਗਲਾ ਮਿਲਦਾ ਸੀ, ਸਤਿ ਸ਼੍ਰੀ ਅਕਾਲ ਹੈਲੋ ਹੈ ਕਰਦਾ ਸੀ, ਚਲੇ ਜਾਂਦਾ ਸੀ। ਹੁਣ ਅਗਲਾ ਕਹਿੰਦਾ ਯਾਰ ਕੋਲੇ 10 ਮਿੰਟ ਖੜ੍ਹ ਜਾ ਸਾਡੇ। ਹੁਣ ਅਗਲਾ ਆਪ ਟਾਈਮ ਮੰਗਦਾ, ਪਰ ਹੁਣ ਆਪਦੇ ਕੋਲ ਸਮਾਂ ਨਹੀਂ ਹੁੰਦਾ, ਇੱਧਰ ਨੂੰ ਆ ਜਾਈਦਾ ਜੀ। ਇੱਥੋਂ ਹੀ ਨਹੀਂ ਸਮਾਂ ਮਿਲਦਾ, ਇੱਥੇ ਹੀ ਰਹੀਦਾ, ਘਰੇ ਵੀ ਜਾਈਦਾ 10-12 ਦਿਨ ਮਗਰੋਂ ਚਾਹੀਦਾ ਜੀ। ਕੀ ਕਾਰਨ ਕੀ ਰਹਿੰਦਾ ਹੈ ਕਿ ਲੋਕ ਨਸ਼ਿਆਂ ਵੱਲ ਵੀ ਜਾਂਦੇ, ਨਸ਼ਾ ਛੱਡ ਵੀ ਦਿੰਦੇ ਨੇ? ਕਾਰਨ ਕੀ ਰਹਿੰਦਾ ਕਿ ਨੌਜਵਾਨ ਕਿਉਂ ਵਿਗੜਦੇ ਨੇ? ਤੁਹਾਨੂੰ ਹੁਣ ਉਸ ਚੀਜ਼ ਬਾਰੇ ਕੀ, ਇਹਦੇ ਬਾਰੇ ਹੁਣ ਕਿੱਦਾਂ ਗੱਲ ਕਰੀਏ, ਕਿਵੇਂ ਦੱਸੀਏ ਇਹਦੇ ਬਾਰੇ? ਲੋਕ ਆਪ ਹੀ ਸਿਆਣੇ ਨੇ। ਵਿਗੜਨ ਦਾ ਕਾਰਨ ਘਰ ਦੀ ਜੜ ਆ, ਘਰ ਦੇ ਉੱਤੋਂ ਆ, ਮਾਂ ਬਾਪ ਦਾ ਲਾਡ ਪਿਆਰ ਆ। ਮਾਂ ਬਾਪ ਦਾ ਲਾਡ ਪਿਆਰ ਵੀ ਨਹੀਂ ਕੁਛ ਜਾਣੀ, ਹੁਣ ਤੁਸੀਂ ਲਾ ਲਓ ਵੀ ਪਿੰਡ 'ਚ 4 ਜਾਣੇ ਨੇ, ਜੇ 1 ਜਣਾ ਗਿਆ ਵਾ, 1 ਜਣਾ ਉਹਨਾਂ 'ਚੋਂ ਨਸ਼ਾ ਕਰਨ ਵਾਲਾ, ਤਾਂ ਉਹਨੇ ਨਾਲ 3 ਨੂੰ ਵੀ ਖਰਾਬ ਕਰ ਦੇਣਾ ਵਾ। ਬਾਕੀ ਮੇਨ ਚੀਜ਼ ਘਰ ਦੇ ਦੇਖੋ, ਜੇਕਰ ਬੱਚਾ ਜਾਂਦਾ, ਆਪਣਾ ਬੱਚਾ ਵਾ, ਉਹਨੂੰ ਦੇਖੋ, ਧਿਆਨ ਰੱਖੋ ਕਿੱਥੇ ਜਾਂਦਾ, ਕਿੱਦਾਂ ਬਹਿੰਦਾ। ਸਭ ਤੋਂ ਪਹਿਲਾਂ ਅੱਜ ਕੱਲ੍ਹ ਫੋਨ ਆ ਆਪਣੇ ਕੋਲੇ, ਕਿਸੇ ਕਹਿੰਦੇ ਨੇ ਨਾ ਬੰਦੇ ਨੂੰ ਜਾਣਨਾ ਵਾ, ਉਹਦਾ YouTube ਖੋਲ੍ਹੋ, ਉਹ ਕੀ ਦੇਖ ਰਿਹਾ ਵਾ, ਤੁਹਾਨੂੰ ਸਾਰਾ ਕੁਛ ਉਹਦੇ ਬਾਰੇ, ਮਤਲਬ ਉਹਦੇ ਕਰੈਕਟਰ ਬਾਰੇ ਪਤਾ ਲੱਗ ਜੂਗਾ। ਹੁਣ ਤੁਸੀਂ ਮੇਰਾ YouTube ਖੋਲੋਗੇ, ਤੁਹਾਨੂੰ ਕਥਾ ਸੰਤਾਂ ਬਾਰੇ ਮਿਲੂ, ਜਾਂ ਕਥਾਵਾਚਕ ਮਿਲਣਗੇ, ਜਾਂ ਤੁਹਾਨੂੰ ਅੰਤਰਿਕਸ਼ ਬਾਰੇ ਜਾਂ ਚੀਜ਼ਾਂ ਗਿਆਨ ਬਾਰੇ, ਜਿਹੜੀਆਂ ਗਿਆਨ ਵਾਲੀਆਂ ਚੀਜ਼ਾਂ ਨੇ ਉਹਦੇ ਬਾਰੇ ਤੁਸੀਂ ਦੇਖੋਗੇ ਇਹਦੇ ਵਿੱਚ, ਜਾਂ ਜੋ ਚੀਜ਼ਾਂ ਮੈਂ ਸੁਣਦਾ ਵਾਂ ਉਹ ਚੀਜ਼ ਦੇਖਣ ਨੂੰ ਮਿਲੂਗੀ। ਔਰ ਹੁਣ ਤਾਂ ਚਲੋ ਦੂਸਰਾ ਸਿਸਟਮ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਫੋਨ ਦੇ ਸੈਂਟਰ ਖੋਲ੍ਹਣੇ ਨੇ। ਇਹ ਅੱਜ ਕੱਲ੍ਹ ਮੇਰੀ 4 ਸਾਲ ਬਾਅਦ ਅੱਜ ਤੋਂ ਦਿਖਾ ਦਿਓ ਇੰਟਰਵਿਊ, ਤੁਸੀਂ ਫੋਨ ਦੇ ਸੈਂਟਰ ਖੋਲ੍ਹਣੇ ਨੇ। ਅਗਲੇ ਨੇ ਲਿਖ ਕੇ ਲਾਉਣਾ ਵੀ ਆ ਫੋਨ ਦੇ ਐਡਿਕਸ਼ਨ ਦਾ ਸੈਂਟਰ ਆ ਇਹ, ਵੀ ਇੱਥੇ ਫੋਨ ਦੀ ਲੱਤ ਛੁਡਵਾਈ ਜਾਂਦੀ ਆ। ਅੱਜ ਕੱਲ੍ਹ ਕੋਈ ਇੱਦਾਂ ਦਾ ਹੋਊਗਾ ਕਿ ਜਿਹੜਾ ਟੋਇਲਟ 'ਚ ਫੋਨ ਹੀ ਲੈ ਕੇ ਜਾਂਦਾ ਨਹੀਂ, ਹਰ ਬੰਦਾ ਜਾਂਦਾ ਫੋਨ ਲੈ ਕੇ ਬੈਠਦਾ ਨਾਲ। ਸਹੀ ਗੱਲ ਆ ਕਿ ਗਲਤ ਗੱਲ ਆ? ਬਹਿੰਦਾ ਕਿ ਨਹੀਂ ਬੈਠਦਾ ਨਾ ਜੀ ਹਰ ਬੰਦਾ। ਇੱਕ ਸਿਰਫ ਨਹਾਉਣ ਵੇਲੇ ਫੋਨ ਛੱਡਦਾ, ਨਹੀਂ ਤਾਂ ਮੈਂ ਕਹਿੰਦਾ ਫੋਨ ਹਰ ਟਾਈਮ ਬੰਦੇ ਦੇ ਕੋਲੇ ਹੁੰਦਾ, ਹਰ ਟਾਈਮ।
ਅੱਜ ਕੱਲ੍ਹ ਫ਼ੋਨ ਵਾਕਈ ਅਜਿਹਾ ਰਹਿ ਗਿਆ ਕਿ ਲੋਕ ਫ਼ੋਨ ਦੀ ਲੱਤ ਬੜੀ ਭੈੜੀ ਹੋ ਗਈ ਹੈ। ਮੈਂ ਇੱਕ ਸਵਾਲ ਬੜੇ ਦੇਰ ਤੋਂ ਮੇਰੇ ਮਨ 'ਚ ਚੱਲ ਰਿਹਾ ਕਿ ਮੈਂ ਇਹ ਤੁਹਾਨੂੰ ਪੁੱਛਾਂ, ਅਕਸਰ ਨਾ ਅਸੀਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਦੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਜਦੋਂ ਮਰਦੇ ਨੇ ਨਸ਼ੇ ਦੇ ਕਰਕੇ, ਉਹਨਾਂ ਦੇ ਜਿਸਮ ਦੇ ਵਿੱਚ ਇੰਜੈਕਸ਼ਨ ਰਹਿ ਜਾਂਦੇ ਨੇ, ਹੈ ਨਾ। ਹਾਂਜੀ। ਕਦੇ ਤੁਹਾਡੇ ਨਾਲ ਵੀ ਕਦੇ ਅੱਖਾਂ ਸਾਹਮਣੇ ਕਦੇ ਕੁਝ ਹੋਇਆ, ਕਦੇ ਕੋਈ ਦੋਸਤ ਹੋਵੇ ਜਾਂ ਕੋਈ ਮੁੰਡਾ ਹੋਵੇ, ਵੀਡੀਓ ਵਾਇਰਲ ਹੁੰਦੀ ਦੇਖ ਕੇ ਤੁਹਾਡੇ ਮਨ 'ਚ ਹੈ ਕਿ ਇਹ ਮਰ ਗਿਆ ਤਾਂ ਸਾਡੀ ਜ਼ਿੰਦਗੀ ਵੀ ਤਾਂ ਖਤਮ ਹੋ ਹੀ ਸਕਦੀ ਹੈ। ਬਿਲਕੁਲ ਆਉਂਦਾ ਜੀ, ਮਨ 'ਚ ਹੋਇਆ ਵੀ ਹੈ ਨਾਲ, ਪਰ ਕਹਿੰਦੇ ਨੇ ਨਾ ਅਮਲੀ ਨੂੰ ਉਹਦਾ ਅਮਲ ਜ਼ਰੂਰੀ ਆ, ਉਹਨੂੰ ਕੋਈ ਮਰੇ ਕੋਈ ਜਿਉਵੇ ਉਹਨੂੰ ਕੋਈ ਮਤਲਬ ਨਹੀਂ, ਉਹਨੂੰ ਜਦੋਂ ਤੋੜ ਲੱਗਦੀ ਹੈ ਉਹਨੇ ਆਪਦਾ ਲਾਉਣਾ ਹੁੰਦਾ ਵਾ, ਉਹਨੂੰ ਥੋੜ੍ਹੀ ਪਤਾ ਵੀ ਸਮਾਨ ਕਿੱਦਾਂ ਦਾ ਵਾ। ਮੇਰੇ ਨਾਲ ਵੀ ਇੱਦਾਂ ਇੱਕ ਵਾਰ ਹੋਇਆ, ਅਸੀਂ ਸਮਾਨ ਲਾਇਆ ਵੀ ਚਲੋ ਤੁਸੀਂ ਇਹ ਸੋਚ ਲਓ ਵੀ ਮਹਾਰਾਜ ਦੀ ਕਿਰਪਾ ਰਹੀ। ਜਿਹੜੇ ਹੁਣ ਨਾਸਤਕ ਲੋਕ ਨੇ ਨਾ, ਜਿਹੜੇ ਕਹਿੰਦੇ ਸੀਗੇ ਵੀ ਰੱਬ ਇੰਨਾ ਚਿਰ ਛਡਾ ਕੇ ਤਰਲੇ ਕਢਾ ਕੇ ਹਾੜੇ ਕਢਾ ਕੇ ਨਸ਼ਾ ਛਡਾਉਂਦਾ, ਤੁਹਾਨੂੰ ਮੈਂ ਹੁਣ ਉਹੀ ਰੱਬ ਦੀ ਉਹ ਗੱਲ ਦੱਸ ਦਿੰਦਾ। ਮੈਂ ਰੋਜ਼ ਮੇਰਾ ਫਰੈਂਡ ਸੀਗਾ, ਲੈ ਕੇ ਆਉਂਦਾ ਸੀ ਨਸ਼ਾ, ਮੈਂ ਉਹਦੇ ਨਾਲ ਬਰਾਬਰ ਨਸ਼ਾ ਲਾਉਂਦਾ ਹੁੰਦਾ ਸੀ। ਮਤਲਬ ਜੇ ਉਹ 2000 ਦਾ ਸਮਾਨ ਲੈ ਕੇ ਆਇਆ, 5 ਮਿਲੀ ਸਮਾਨ ਆ ਇੰਜੈਕਸ਼ਨ ਦੇ ਵਿੱਚ ਪਾਉਂਦੇ ਸੀਗੇ, ਤਾਂ 2.5 ਮਿਲੀ ਉਹ ਲਾਉਂਦਾ ਸੀ, 2.5 ਮਿਲੀ ਮੈਂ ਲਾਉਂਦਾ ਸੀ। ਉਸ ਦਿਨ ਉਹ ਬੰਦੇ ਨੇ ਜ਼ਿੱਦ ਕਰੀ ਕਿ ਤੈਨੂੰ ਮੈਂ 2 ਤੁਪਕੇ ਦੇਣੇ ਨੇ, ਮਤਲਬ ਕਿ ਜਮਾਂ ਹੀ ਅੱਧੇ ਤੋਂ ਵੀ ਅੱਧਾ ਪੁਆਇੰਟ ਤੈਨੂੰ ਦੇਣਾ, ਬਾਕੀ ਮੈਂ ਲਾਉਣਾ, ਔਰ ਉਸ ਤੋਂ ਬਾਅਦ ਮੈਂ ਤੈਨੂੰ ਦੁਬਾਰਾ 1 ਘੰਟੇ ਤੱਕ ਆਪਾਂ ਫਿਰ ਲੈ ਆਉਣੇ, ਲਾ ਲਾਂਗੇ। ਚਲੋ ਉਹਨੇ ਮੈਨੂੰ ਥੋੜ੍ਹਾ ਜਿਹਾ ਦਿੱਤਾ, ਉਹਦੇ ਮੈਂ ਲਾਉਂਦਾ ਹੁੰਦਾ ਸੀਗਾ, ਅੱਗੇ ਉਹਦੇ ਪਹਿਲਾਂ ਲਾਉਂਦਾ ਹੁੰਦਾ ਸੀ ਮੈਂ, ਵੀ ਤੇਰੇ ਪਹਿਲਾਂ ਲਾ ਕੇ ਫਿਰ ਮੈਂ ਬਾਅਦ 'ਚ ਲਾਉਂਦਾ ਹੁੰਦਾ ਸੀ ਆਪਦੇ, ਉਹ ਆਪਦੇ ਆਪ ਨਹੀਂ ਸੀ ਲੱਗਦਾ ਉਹ ਤੋਂ, ਅਤੇ ਮੈਂ ਆਪਦੇ ਲਾਇਆ। ਉਹ ਹਜੇ ਮੈਨੂੰ ਮੇਰੇ ਲੱਗਦੇ ਸਾਰ ਹੀ ਮੇਰੇ ਦਿਮਾਗ ਦੇ ਵਿੱਚ ਜਿੱਦਾਂ ਇਹ ਸਿੱਧਾ ਇਹਨਾਂ ਦਿਲ 'ਤੇ ਅਟੈਕ ਕਰਦਾ, ਮੈਨੂੰ ਜਾਣੀ ਇਹ ਲੱਗਿਆ ਵੀ ਮੇਰਾ ਦਿਮਾਗ ਸਰ ਫਟ ਗਿਆ ਇੱਥੋਂ। ਮੇਰੇ ਸਿਆਲਾਂ ਦਾ ਸਮਾਂ ਸੀਗਾ ਉਦੋਂ, ਕੋਟ ਪਾਇਆ ਹੋਇਆ ਸੀ ਮੈਂ, ਪੂਰਾ ਪਾਣੀ ਨਾਲ ਜਾਣੀ ਗਰਮੀ ਨਾਲ ਇੰਨਾ ਭਿੱਜ ਗਿਆ, ਪਾਣੀਓ ਪਾਣੀ, ਪਸੀਨੋ ਮੇਰੇ ਕੱਪੜੇ ਗਿੱਲੇ ਹੋ ਗਏ ਜਾਣੀ। ਪਰ ਉਹ ਬੰਦਾ, ਉਹਨੂੰ ਮੈਂ ਕਿਹਾ, ਉਹ ਲਾਉਣ ਲੱਗਿਆ, ਮੈਂ ਕਿਹਾ ਉਹਨੂੰ ਫੜ ਦੇ ਇੰਜੈਕਸ਼ਨ, ਮੈਂ ਇੱਦਾਂ ਡੋਲਤਾ। ਉਹ ਕਹਿੰਦਾ ਯਾਰ ਆਹ ਕੀ ਕੀਤਾ? ਮੈਂ ਕਿਹਾ ਤੂੰ ਨਾਲ, ਕਹਿੰਦਾ ਯਾਰ ਤੂੰ ਜਾਣ ਕੇ ਕੀਤਾ ਵੀ ਮੈਂ ਤੈਨੂੰ ਘੱਟ ਪਾਇਆ। ਮੈਂ ਕਿਹਾ ਨਹੀਂ ਮੈਨੂੰ ਕੁਛ ਹੁੰਦਾ। ਕਹਿੰਦਾ ਤੂੰ ਸਹੀ ਗੱਲ ਦੱਸ। ਮੈਂ ਕਿਹਾ ਹਾਂ। ਉਹ ਵੀ ਡਰ ਗਿਆ, ਅਤੇ ਜਾਣੀ ਮੈਂ ਉੱਥੇ ਰੋਡ 'ਤੇ ਆਪਦੇ ਕੱਪੜੇ ਉੱਥੇ ਸਾਈਡ 'ਤੇ ਮਤਲਬ ਬਾਥਰੂਮ ਕਰਨ ਲੱਗ ਗਿਆ। ਜਾਣੀ ਮੈਨੂੰ ਇੰਨਾ ਹੋਇਆ, ਮੈਨੂੰ ਸੁਰਤ ਨਹੀਂ ਰਹੀ ਆਪਦੇ ਆਪ ਦੀ। ਉਹਨੇ ਹੀ ਫੜ ਕੇ ਮੈਨੂੰ ਸਾਈਡ 'ਤੇ ਕਰਕੇ ਬਿਠਾਇਆ, ਜਾਣੀ ਅੱਖਾਂ ਅਤੇ ਕੰਨਾਂ ਤੱਕ ਵੀ ਬੰਦੇ ਨੂੰ ਐਂ ਲੱਗਦਾ ਵੀ ਖੂਨ ਮੇਰੇ ਬਾਹਰ ਆ ਗਿਆ। ਜਾਣੀ BP ਇਸ ਦਾ ਵੀ ਉਹ ਤਾਂ ਜਾਣੀ ਕਿਸਮਤ ਮੰਨ ਲਓ ਵੀ ਘੱਟ ਸੀਗਾ, ਜਾਂ ਕਿਰਪਾ ਮੰਨ ਲਓ ਬਾਬੇ ਦੀ ਵੀ ਉਸ ਸਮੇਂ ਬਚ ਗਿਆ ਇੱਕ ਵਾਰੀ। ਜਦ ਉਦੋਂ BP ਚੈੱਕ ਕਰਾਇਆ, ਬਹੁਤ ਜ਼ਿਆਦਾ ਹਾਈ BP ਸੀਗਾ। ਤੁਹਾਡੇ ਦੋਸਤਾਂ 'ਚੋਂ ਕਦੀ ਕਿਸੇ ਨੂੰ ਗਵਾਇਆ ਨਸ਼ੇ ਕਰਕੇ ਤੁਸੀਂ? ਬਹੁਤ ਚਲੇ ਗਏ ਜੀ, ਬਹੁਤ ਜ਼ਿਆਦਾ। ਜਿਹੜੇ ਨਾਲ ਕਰਦੇ ਸੀ, ਜਿਹਨਾਂ ਦੇ ਨਾਲ ਸ਼ੁਰੂ ਕੀਤਾ ਸੀ ਨਸ਼ਾ, ਅੱਜ ਹੈਗੇ ਆ, ਜਿਉਂਦੇ ਨੇ, ਦੇਖਦੇ ਤੁਹਾਨੂੰ ਕਿ ਤੁਸੀਂ ਇਸ ਬਾਣੇ 'ਚ ਆ ਗਏ ਹੋ? ਹਾਂਜੀ, ਕਰਦੇ ਵੀ ਨੇ ਨਾਲ ਦੇ, ਕੁਛ ਚਲੇ ਵੀ ਗਏ। ਪਰ ਇੱਕ ਚੀਜ਼ ਆ ਨਾ, ਦੇਖੋ ਹੁਣ ਜੇ ਆਪਾਂ ਨਾਲ ਦੇ ਨੂੰ ਕਹਿੰਦੇ ਆ, ਉਹ ਚੀਜ਼ ਤੋਂ ਤੁਹਾਨੂੰ ਮੈਂ ਪਹਿਲਾਂ ਕਿਹਾ ਨਾ ਵੀ ਜਦੋਂ ਆਪਾਂ ਕਿਸੇ ਨੂੰ ਰੋਕਦੇ ਹਾਂ ਉਹਨੂੰ ਬੰਦਾ ਭੈੜਾ ਲੱਗਦਾ। ਜੇ ਉਹਨੂੰ ਆਪਾਂ ਰੋਕਾਂਗੇ ਉਹਨੇ ਕਹਿਣਾ ਨਹੀਂ ਯਾਰ ਵੀ ਮੈਨੂੰ ਛੱਡ ਦੇ ਮੇਰੇ ਹਾਲ 'ਤੇ। ਇਹ ਚੀਜ਼ ਮੇਨ ਚੀਜ਼ ਆ। ਅਗਲਾ ਕਹਿੰਦਾ ਯਾਰ ਤੂੰ ਆਪ ਤਾਂ ਆਪਦੇ ਦੋਸਤਾਂ ਨੂੰ ਤੂੰ ਛਡਾਇਆ ਨਹੀਂ, ਦੂਸਰੇ ਨੂੰ ਛਡਾ ਰਿਹਾ ਵਾ, ਪਰ ਉਹ ਨਹੀਂ ਛੱਡ ਰਹੇ। ਹੁਣ ਮੈਂ ਕਿੱਦਾਂ ਕਰ ਸਕਦਾ ਮੈਂ, ਜਦ ਅਗਲੇ ਦੇ ਪੇਰੈਂਟਸ ਨਹੀਂ ਕਹਿ ਰਹੇ ਮੈਨੂੰ। ਕੱਲ੍ਹ ਨੂੰ ਮੰਨ ਲਓ ਮੈਂ ਉਹਨੂੰ ਲੈ ਵੀ ਆਉਣਾ, ਧੱਕੇ ਨਾਲ ਮੈਂ ਲੈ ਆਉਣਾ, ਫੜ ਲੈਣਾ, ਉਹਨੂੰ ਬਿਠਾ ਲੈਣਾ, ਕੱਲ੍ਹ ਨੂੰ ਉਹਦੇ ਪੇਰੈਂਟਸ ਨੇ ਮੇਰੇ ਖਿਲਾਫ ਹੋ ਜਾਣਗੇ। ਕੋਈ ਵੀ ਆ, ਕੋਈ ਵੀ ਫਰੈਂਡ ਆ, ਉਹਨੇ ਕਹਿਣਾ ਯਾਰ ਤੂੰ ਸਾਡੀ ਜ਼ਿੰਦਗੀ ਤੋਂ ਕੀ ਲੈਣਾ। ਇਹ ਚੀਜ਼ ਆ ਜਾਂਦੀ ਹੈ। ਜੋ ਤੁਹਾਡਾ ਕੋਈ ਦੋਸਤ ਇੱਥੋਂ ਜਹਾਨੋਂ ਰੁਖਸਤ ਹੋਇਆ, ਹੈ ਨਾ, ਤੁਹਾਡੇ ਤੱਕ ਖਬਰ ਪਹੁੰਚੀ ਕਿ ਅਸੀਂ ਇਕੱਠੇ ਨਸ਼ਾ ਕਰਦੇ ਸੀ, ਇਕੱਠੇ ਬਹਿੰਦੇ ਉੱਠਦੇ ਖਾਂਦੇ ਪੀਂਦੇ ਸੀ, ਅਤੇ ਉਦੋਂ ਅੰਦਰ ਰੂਹ ਕੰਬੀ ਕਿ ਇਹ ਅੱਜ ਮਰ ਗਿਆ? ਬਿਲਕੁਲ ਜੀ। ਦੇਖੋ ਫਰੈਂਡ ਇੱਕ ਇੱਦਾਂ ਹੁੰਦਾ ਵੀ ਇੱਦਾਂ ਦਾ ਨਾਲ ਦਾ ਸਹਾਰਾ ਹੁੰਦਾ ਕਿ ਆਪਾਂ ਬਿਆਨ ਨਹੀਂ ਕਰ ਸਕਦੇ ਉਸ ਚੀਜ਼ ਨੂੰ, ਇੰਨਾ ਵੱਡਾ ਬੰਦੇ ਨੂੰ ਘਾਟਾ ਪੈ ਜਾਂਦਾ ਵਾ। ਕਈ ਵਾਰ ਆਪਾਂ ਅਸਲਾ ਤੱਕ ਵੀ ਨਾਲ ਨਹੀਂ ਚੱਕਦੇ, ਆਪਣਾ ਫਰੈਂਡ ਨਾਲ ਹੁੰਦਾ, ਪਰ ਜਦੋਂ ਚਲੇ ਜਾਂਦਾ ਫਿਰ ਹਰ ਟਾਈਮ ਆਪਾਂ ਨੂੰ ਆਪਦੇ ਕੋਲੇ ਰੱਖਣਾ ਪੈਂਦਾ। ਜਿਗਰੀ ਇੱਕ ਦੋਸਤ ਕੋਈ ਖੋਇਆ? ਤਾਂ ਸਾਰੇ ਜਿਗਰੀ ਨੇ, ਹੁਣ ਵੀ ਹੈਗੇ ਵੀ ਨੇ, ਖੋਏ ਵੀ ਨੇ। ਕਿਹਦਾ ਨਾਂ ਲਈਏ, ਕਿਹਦਾ ਨਾਂ ਲਈਏ ਜੀ। ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਲੋਕ ਅੱਜ, ਬਹੁਤ ਸਾਰੇ ਨੌਜਵਾਨ, ਸਾਡੀ ਅੱਜ ਦੀ ਪੀੜ੍ਹੀ, ਅੱਜ ਵੀ, ਮੈਂ ਪਹਿਲਾਂ ਸ਼ੁਰੂਆਤ ਹੀ ਕੀਤੀ ਸੀ ਇੰਟਰਵਿਊ 'ਚ, ਅੱਜ ਵੀ ਪੰਜਾਬ ਦੇ ਬਹੁਤ ਘਰ ਅਜਿਹੇ ਨੇ ਜਿਹੜੀਆਂ ਮਾਵਾਂ ਹਾੜੇ ਕੱਢਦੀਆਂ ਨੇ ਪੁੱਤਾਂ ਦੇ ਕਿ ਨਸ਼ੇ ਛੱਡ ਦਿਓ, ਵਾਪਸ ਆ ਜਾਓ, ਇਹਨਾਂ ਚੀਜ਼ਾਂ ਤੋਂ ਨਿਕਲ ਆਓ। ਪਰ ਨਹੀਂ, ਨਾ ਤਾਂ ਸਰਕਾਰਾਂ ਚੰਗੀਆਂ ਰਹੀਆਂ ਸਾਡੀਆਂ, ਅਤੇ ਨਾ ਅੱਜ ਤੱਕ ਇੱਥੇ ਨਸ਼ਾ ਆਉਣਾ ਬੰਦ ਹੋਇਆ। ਜੋ ਮਰਜ਼ੀ ਕਹਿ ਲਓ, ਪਰ ਅੱਜ ਤੱਕ ਨਸ਼ਾ ਨਾ ਤਾਂ ਮੈਨੂੰ ਲੱਗਦਾ ਨਹੀਂ ਬੰਦ ਹੋਣਾ। ਇਹ ਤਾਂ ਹੱਡਾਂ 'ਚ ਹੀ ਰਚ ਗਿਆ ਪੰਜਾਬ ਦੇ ਵਿੱਚ। ਇਹ ਪਤਾ ਨਹੀਂ ਕਦੋਂ, ਕਿਹੜਾ ਸਮਾਂ ਆਉਣਾ ਆ ਅਤੇ ਜਦੋਂ ਇਹ ਬੰਦ ਹੋਣਾ ਆ, ਅਤੇ ਉਦੋਂ ਅੱਧਿਆਂ ਨੇ ਤਾਂ ਮਰ ਮੁੱਕ ਜਾਣਾ, ਕਈਆਂ ਨੇ ਇੱਥੋਂ ਪੰਜਾਬ ਛੱਡ ਜਾਣਾ। ਨਹੀਂ, ਜ਼ਰੂਰੀ ਨਹੀਂ ਆਪਾਂ ਇਹਦਾ ਹੱਲ ਕਰ ਸਕਦੇ। ਦੇਖੋ ਨਸ਼ੇ ਨੇ ਤਾਂ ਬੰਦ ਨਹੀਂ ਹੋਣਾ। ਅਮਰੀਕਾ ਵਰਗੇ ਦੇਸ਼ 'ਚ ਨਹੀਂ ਬੰਦ ਹੋਇਆ, ਕਿੱਡੀ ਵੱਡੀ ਕੰਟਰੀ ਹੈ, ਕਿੱਡੀ ਸੁਪਰ ਪਾਵਰ ਕੰਟਰੀ, ਉੱਥੇ ਨਹੀਂ ਬੰਦ ਹੋਇਆ। ਆਪਣੇ ਤਾਂ ਚਲੋ ਖੈਰ ਕਿੱਥੇ ਬੰਦ ਹੋ ਜੂ, ਪਰ ਆਪਾਂ ਅਗਰ ਹੱਲਾ ਬੋਲੀਏ ਨਾ, ਥੋੜ੍ਹੀ ਹਿੰਮਤ ਮਾਰੀਏ ਤਾਂ ਬੰਦ ਹੋ ਸਕਦਾ ਵਾ।
ਇੱਕ ਤਾਂ ਜਿੱਦਾਂ ਪਿੰਡਾਂ ਦੇ ਵਿੱਚ ਆਪਣੇ ਲੋਕ ਨੇ, ਆਪਾਂ ਨੂੰ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਵੀ ਕਿਹੜਾ ਮੁੰਡਾ ਨਸ਼ਾ ਕਰਦਾ। ਕਹਿਣ ਦਾ ਭਾਵ ਕਿ ਆਪਣੇ 'ਚ ਆਪਸੀ ਭਾਈਚਾਰਾ ਨਹੀਂ ਹੈਗਾ, ਏਕਾ ਨਹੀਂ ਹੈਗਾ। ਅਗਰ ਪਿੰਡ ਵਾਲੇ ਸਾਰੇ, ਇੱਕ ਪਿੰਡ ਦੀ ਗੱਲ ਨਹੀਂ, ਸਾਰੇ ਪਿੰਡਾਂ ਦੀ, ਅਗਰ ਸਾਰੇ ਏਕਾ ਕਰ ਲੈਣਗੇ, ਉੱਥੋਂ ਲੱਭੋ ਮੁੰਡੇ ਕਿਹੜੇ ਨਸ਼ਾ ਕਰਦੇ ਹੋ, ਉਹਨਾਂ ਦੇ ਘਰਦਿਆਂ ਨੂੰ ਦੱਸੋ, ਨਹੀਂ ਉਹ ਨਹੀਂ ਹਟਦੇ, ਉਹਨਾਂ ਨੂੰ ਭੇਜੋ ਕਿਤੇ ਨਾ ਕਿਤੇ। ਸਾਡੇ ਕੋਲ ਨਹੀਂ, ਵਿਦਿਆਲਿਆ 'ਚ ਨਹੀਂ, ਸੈਂਟਰ 'ਚ ਕਿਤੇ ਜਾ ਕੇ ਤਫਤੀਸ਼ ਕਰੋ, ਜਿਹੜੀ ਚੀਜ਼ ਜਿੱਥੇ ਜਗ੍ਹਾ ਵਧੀਆ ਉਹਨੂੰ ਉੱਥੇ ਛੱਡੋ। ਦੇਖੋ ਜਿਹੜੇ ਬੰਦੇ ਨੂੰ ਤਾਂ ਹੁਣ ਮੰਨ ਲਓ ਸਾਡੇ ਕੋਲੇ ਆ, ਜਿਹੜੇ ਬੰਦੇ ਨੂੰ ਅਸੀਂ ਠੀਕ ਕਰਤਾ, ਉਸ ਬੰਦੇ ਨੇ ਤਾਂ ਚਾਹੇ ਉਹਨੂੰ ਅਸੀਂ ਇੱਥੇ ਸੁੱਕੀਆਂ ਰੋਟੀਆਂ ਵੀ ਦੇਈ ਜਾਂਦੇ ਹਾਂ, ਠੀਕ ਆ ਜੀ, ਚਾਹੇ ਉਹਨੂੰ ਕੁੱਟੀਏ ਮਾਰੀਏ, ਉਹਨੇ ਤਾਂ ਜਾ ਕੇ ਇਹ ਗੱਲ ਕਹਿਣੀ ਹੈ ਵੀ ਉੱਥੇ ਰੱਬ ਨੇ ਮੇਰੇ ਲਈ, ਰੱਬ ਬੈਠਾ, ਉਹਨਾਂ ਨੇ ਮੇਰੀ ਜ਼ਿੰਦਗੀ ਬਚਾਤੀ, ਠੀਕ ਕਰਤਾ। ਇੱਕ ਬੰਦੇ ਨੂੰ ਚਾਹੇ ਅਸੀਂ ਉਹਦੇ ਪਨੀਰ ਵਾਲੇ ਪਕੌੜੇ ਦੇਈ ਚੱਲੀਏ, ਰੋਟੀਆਂ ਜਿੰਨੀਆਂ ਮਰਜ਼ੀ, ਬਰਫੀ ਤੱਕ ਖਿਲਾਈ ਚੱਲੀਏ, ਜਦੋਂ ਉਹਨੇ ਬਾਹਰ ਜਾ ਕੇ ਇਹ ਗੱਲ ਕਹਿਣੀ, ਉੱਥੇ ਤਾਂ ਜੀ ਬੁੱਚੜਖਾਨਾ, ਉੱਥੇ ਤਾਂ ਕੁੱਟ ਪੈਂਦੀ ਆ। ਮਤਲਬ ਮੇਰਾ ਕਿ ਕਹਿਣ ਦਾ, ਤੁਸੀਂ ਇਹਨਾਂ ਦੀ ਜਿਹੜਾ ਬੰਦਾ ਇਹ ਬਿਮਾਰੀ ਦੇ ਵਿੱਚ ਹੁੰਦਾ ਹੈ, ਮੇਰੇ ਅਮਲੀ ਭਰਾ ਵੀ ਨੇ ਜਾਂ ਦੂਜੇ ਜਿਹੜੇ ਇਸ ਟਾਈਮ ਨਸ਼ਾ ਕਰਦੇ ਆ, ਉਹ ਚੀਜ਼ ਨੂੰ ਗੁੱਸਾ ਨਾ ਮੰਨੋ ਯਾਰ, ਤੁਸੀਂ ਆਪ ਵੀ ਥੋੜ੍ਹਾ ਜਿਹਾ ਸਮਝੋ, ਹਿੰਮਤ ਮਾਰੋ, ਬਾਹਰ ਆਓ ਇਸ ਚੀਜ਼ ਤੋਂ। ਜਿਹੜਾ ਤੋੜ ਭੰਨ ਕਰਦਾ ਜਾਂ ਹੋਰ ਚੀਜ਼ ਕਰਦਾ, ਪੰਚਾਇਤ ਵਾਲੇ ਆਪ ਇਕੱਠੇ ਹੋਵੋ, ਉਹਨਾਂ ਦੇ ਘਰੇ ਦੱਸੋ ਜਾ ਕੇ। ਪਰ ਉਹ ਵੀ ਕੀ ਕਰਨ, ਪੰਚਾਇਤ ਵਾਲੇ ਵੀ ਘਰ ਦੇ ਮੂਹਰੇ ਪੈ ਜਾਂਦੇ ਨੇ, ਸਾਡਾ ਮੁੰਡਾ ਸਹੀ ਆ, ਫਿਰ ਤੁਸੀਂ ਜਾ ਕੇ ਕੀ ਕਰੋਗੇ? ਤੁਸੀਂ ਅੱਜ ਇਸ ਕੋਰਟ ਚੋਂ ਨਿਕਲ ਕੇ ਆਏ ਹੋ, ਸੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਤੁਹਾਡੇ ਵਿਚਾਰ ਜਾਣ ਕੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਨਸ਼ਾ ਆਪ ਛੱਡਿਆ, ਆਪ ਮਨ ਬਣਾਇਆ, ਪਰਮਾਤਮਾ ਦੀ ਮਿਹਰ ਹੋਈ ਹੈ, ਔਰ ਜਿਹੜੇ ਲੋਕ ਇਸ ਦੇ ਵਿੱਚ ਹੈਗੇ ਵੀ ਨੇ ਤਾਂ ਉਹ ਵੀ ਦੂਰ ਹੋ ਜਾਣ। ਬਿਲਕੁਲ ਜੀ ਬਿਲਕੁਲ। ਇੱਕ ਚੀਜ਼ ਆਏ ਆ ਨਾ, ਆਪਣੇ 'ਚ ਨਿਮਰਤਾ ਅਤੇ ਪਿਆਰ ਨਹੀਂ ਹੈਗਾ। ਆਪਾਂ ਹੁਣ ਜਿੰਨੇ ਵੀ ਨੇ ਕਹਿੰਦੇ ਨੇ ਨਾ, ਗੁੱਸੇ ਨਾਲ ਨੱਕੋ ਨੱਕ ਸਾਰੇ ਭਰੇ ਹੋਏ ਨੇ, ਗੁੱਸਾ ਜ਼ਿਆਦਾ ਵੱਧ ਗਿਆ। ਹਰ ਚੀਜ਼ ਨੂੰ ਆਪਾਂ ਕਹਿੰਦੇ ਨਹੀਂ ਯਾਰ, ਬੜੀ ਛੇਤੀ ਭੱਖ ਜਾਂਦੇ ਆਪਾਂ। ਤੁਸੀਂ ਕਿਸੇ ਨਾਲ ਹੁਣ ਦੇ ਕੋਲੋਂ ਵੀ ਲੰਘੋਗੇ, ਕਿਸੇ ਨੂੰ ਮਾੜਾ ਜਿਹਾ ਦੇਖ ਵੀ ਲਓ, ਕੌੜਾ ਕੌੜਾ, ਅਗਲਾ ਕਹਿੰਦਾ ਖੜ ਜਾ ਤੂੰ, ਮੈਨੂੰ ਕੌੜਾ ਕੌੜਾ ਕਾਹਤੇ ਝਾਕਦਾ ਮੈਂ। ਮਤਲਬ ਨਾ ਪਿਆਰ ਰਿਹਾ, ਨਾ ਨਿਮਰਤਾ ਰਹੀ ਆ। ਹਰ ਬੰਦੇ ਨੂੰ ਹੁਣ ਜਿਹੜਾ ਕੋਈ ਉਰੇ ਵਧੀਆ, ਜਿਹਦੇ ਕੋਲ 4 ਪੈਸੇ ਹੈਗੇ ਨੇ, ਉਹ ਠੀਕ ਆ, ਜਿਹਦਾ ਕੰਮ ਚੱਲਦਾ, ਜਿਹਦਾ ਵਿਚਾਰੇ ਦਾ ਕੰਮ ਨਹੀਂ ਚੱਲਦਾ, ਜਾਂ ਜਿਵੇਂ ਕਿਸਾਨ ਨੇ, ਹੁਣ ਅਗਲਾ ਆਪਦੇ ਮੁੰਡੇ ਨੂੰ ਹੀ ਹੱਥ ਜੋੜ ਕੇ ਕਹਿੰਦਾ ਵੀ ਭਰਾਵਾ, ਅੱਜ ਤੇਰੀ ਉਮਰ 20-21 ਸਾਲ ਦੀ ਹੋਊਗੀ, ਇੱਥੋਂ ਨਿਕਲ ਜਾ, ਮੇਰੇ ਪੁੱਤ ਡਾਰੀ ਮਾਰ ਜਾ ਪੰਜਾਬ ਤੋਂ, ਜੇ ਤੂੰ ਇੱਥੇ ਰਿਹਾ ਤੂੰ ਫਸ ਜਾਏਗਾ। ਹੁਣ ਤਾਂ ਆਪਣੀਆਂ ਗੌਰਮੈਂਟਾਂ ਖੁਦ ਇੰਸਟੀਟਿਊਟ ਖੋਲ੍ਹਣ ਲੱਗ ਗਈਆਂ, ਆਈਲੈਟਸ ਵਾਲੇ ਕਰਾਉਣ ਲੱਗ ਗਈਆਂ, ਕਲਾਸਾਂ ਲਵਾਉਂਦੀਆਂ ਨੇ ਆਈਲੈਟਸ ਦੀਆਂ, ਵੀ ਤੁਸੀਂ ਛੇਤੀ ਜਾਓ, ਇੱਥੋਂ ਉੱਜੜੋ। ਪਰ ਨਾ ਜਾਓ ਵੀਰੇ, ਇੱਥੇ ਸਾਰਾ ਕੁਝ ਹੋ ਸਕਦਾ ਵਾ। ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਉਸ ਚੀਜ਼ ਤੋਂ ਬਾਹਰ ਆਓ। ਜਿਹੜੇ ਮੁੰਡੇ ਬਾਹਰ ਨੇ, ਪਹਿਲਾਂ ਉਸ ਚੀਜ਼ ਵੱਲ ਨੂੰ ਜਾਓ। ਇਹ ਚੀਜ਼ ਨਾ ਸੋਚੋ, ਇੱਕ ਚੀਜ਼ ਜਿਹੜੀ ਨਵੇਂ ਮੁੰਡੇ ਨੇ, ਇਹ ਚੀਜ਼ ਨਾ ਸੋਚੋ ਕਿ ਤੁਸੀਂ ਕਹੋਗੇ ਨਾ, ਮੇਰੇ ਮਨ ਆਪਦੇ ਆਪ ਨੂੰ ਫੀਲਿੰਗ ਹੁੰਦੀ ਆ ਵੀ ਮੈਂ ਨਹੀਂ ਲੱਗਦਾ ਨਸ਼ੇ 'ਤੇ। ਸਾਡੀ ਵੀ ਫੀਲਿੰਗ ਹੁੰਦੀ ਸੀਗੀ ਵੀ ਮੈਂ ਨਹੀਂ ਲੱਗਦਾ, ਸਾਨੂੰ ਕੌਣ ਲਾ ਦਊਗਾ, ਮੈਂ ਤਾਂ ਆਪ 1-2 ਦਿਨ ਕਰਕੇ ਸਵਾਦ ਦੇਖ ਕੇ ਹਟ ਜਾਣਾ। ਸਵਾਦ ਨਾ ਮੇਰਾ ਵੀਰ ਕਦੇ ਵੀ ਦੇਖੋ, ਜਿੱਦਣ ਤੁਸੀਂ ਸਵਾਦ ਦੇਖ ਲਿਆ ਉਦੋਂ ਤੁਸੀਂ ਪੱਕੇ ਹੋ ਜਾਓਗੇ। ਸਾਰੇ ਛੱਡ ਬਾਹਰ ਨੂੰ ਜਾ ਰਹੇ ਆ। ਇੱਥੇ ਪਤਾ ਇੱਥੇ ਕੁਛ ਹੈ ਨਹੀਂ ਗਾ, ਮੂਹਰੇ ਦਿਖਦਾ ਹੀ ਕੁਛ ਨਹੀਂ ਗਾ। ਪਾਣੀ ਆਪਣੇ ਕਿੰਨੇ ਡੂੰਘੇ ਚਲੇ ਗਏ। ਅੱਜ ਤੋਂ 30 ਸਾਲ ਬਾਅਦ ਆਪਾਂ ਨੂੰ ਪਾਣੀ ਨਹੀਂ ਮਿਲਣਾ ਪੀਣ ਨੂੰ। ਇਹ ਗੱਲ ਮੇਰੀ ਗੌਰ ਕਰਿਓ, ਯਾਦ ਰੱਖਿਓ। ਔਰ ਮੇਰੀ ਰਿਕੁਐਸਟ ਵੀ, ਇਹ ਚੀਜ਼ਾਂ ਤੁਸੀਂ ਇਹ ਗੱਲਾਂ ਜ਼ਰੂਰ ਦਿਖਾਇਓ, ਮੇਰੀ ਜ਼ਿੰਦਗੀ ਬਾਰੇ ਨਾ ਦਿਖਾਇਓ, ਪਰ ਆਹ ਜਿਹੜੀਆਂ ਗੱਲਾਂ ਕੀਆਂ ਜ਼ਰੂਰ ਦੱਸਿਓ। ਗੁੱਸਾ ਨਾ ਕਰੋ, ਹਰ ਚੀਜ਼ ਨੂੰ ਨਿਮਰਤਾ 'ਚ ਰਹੋ। ਸਾਰੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਆ ਵੀ ਆਪਸ 'ਚ ਭਾਈਚਾਰਾ ਬਣਾ ਕੇ ਰੱਖੋ, ਏਕਾ ਰੱਖੋ। ਪਾਰਟੀਆਂ ਤੋਂ ਉੱਪਰ ਉੱਠ ਕੇ ਵਧੀਆ ਗੱਲ ਕਰੋ। ਜੇ ਆਪਣੇ ਪਿੰਡ ਦੇ ਕੋਈ ਮੁੰਡੇ ਨਸ਼ਾ ਕਰਦੇ ਨੇ, ਉਹਨਾਂ ਨੂੰ ਸਮਝਾਓ, ਬਿਠਾਓ ਆਪਦੇ ਕੋਲੇ। ਜੇ ਕੋਈ ਛੱਡਣਾ ਚਾਹੁੰਦਾ, ਉਹਨੂੰ ਛਡਵਾਓ ਉਹਦਾ ਨਸ਼ਾ, ਪਰ ਉਹਦੇ ਨਾਲ ਨਫ਼ਰਤ ਨਾ ਕਰੋ। ਆਪਾਂ ਉਹ ਦੂਜੇ ਕੋਲੇ ਜਾਂਦਾ, ਉਹ ਤਾਂ ਆਏ ਆ, ਉਹ ਦੂਸਰੇ ਕੋਲ ਜਾਊਗਾ, ਉਹਨੇ ਦੂਜੀ ਗੱਲ ਕਰ ਦੇਣੀ, ਦੂਜੇ ਕੋਲ ਜਾਊਗਾ ਦੂਜੀ ਗੱਲ ਕਰ ਦੇਣੀ ਆ। ਉਹਦੀ ਬੁਰਾਈ ਨਾ ਕਰੋ, ਉਹਦਾ ਸਾਥ ਦੇਵੋ। ਜਿਹੜੇ ਮੇਰੇ ਵੀਰ ਭਾਈ ਇਸ ਲਾਈਨ ਦੇ ਵਿੱਚ ਹੈਗੇ ਨੇ ਜਾਂ ਇੱਥੋਂ ਬਾਹਰ ਆਉਣਾ ਚਾਹੁੰਦੇ ਨੇ, ਉਹ ਯਾਰ ਡਰੋ ਨਾ ਤੁਸੀਂ। ਉੱਦਾਂ ਦਾ ਸੈਂਟਰ ਵਾਲਾ ਕੋਈ ਮਾਹੌਲ ਨਹੀਂ ਹੈਗਾ, ਇਹੋ ਜਿਹੀ ਕੋਈ ਗੱਲ ਨਹੀਂ। ਵੀਰ ਹੁੰਦਾ ਵੀਰਾਂ ਨੂੰ ਯਾਰ ਵੀ ਦਵਾਈ ਨਹੀਂ ਮਿਲਣੀ, ਉੱਥੇ ਕੁੱਟਮਾਰ ਹੋਊਗੀ ਜਾਂ ਸਾਨੂੰ ਅੰਦਰ ਰੱਖਦੇ ਨੇ, ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ ਵੀਰੇ। ਦਿਲ ਖੋਲ੍ਹ ਕੇ ਆਓ, ਜੀ ਆਇਆਂ ਨੂੰ ਆ। ਦੇਖੋ ਮੈਂ ਕੋਈ ਯਾਰ ਵਧੀਆ ਕੰਮ ਤਾਂ ਕਰਿਆ ਨਹੀਂ ਹੈਗਾ। ਆਪਾਂ ਵੀ ਬਣੀਏ ਵੀ 14 ਸਾਲ ਬਹੁਤ, ਆਪਾਂ ਕੋਈ ਵੱਡਾ ਹੈ ਨਾ ਵੀ ਕੋਈ ਜੰਗ ਜਿੱਤਿਆ ਵਾ, ਠੀਕ ਆ। ਮਾੜੇ ਆਪਾਂ ਸਿਰਫ ਇਹਦਾ ਮਕਸਦ ਇਹ ਸੀ ਬਣਾਉਣ ਦਾ ਕਿ ਸਿਰਫ ਤੁਹਾਨੂੰ ਜਿਹੜੇ ਮੇਰੇ ਵੀਰ ਭਾਈ ਇਹਦੇ ਵਿੱਚ ਹੈਗੇ ਨੇ, ਉਹ ਇਸ ਤੋਂ ਬਾਹਰ ਆ ਸਕਣ। ਮੋਟੀਵੇਸ਼ਨ ਵੀਡੀਓ ਬਣਾਈ ਹੈ, ਕੋਈ ਦੂਸਰੀ ਨਹੀਂ ਹੈਗਾ ਵੀ ਹਾਂ ਕੋਈ ਆਪਦੇ ਲਾਭ ਲਈ, ਠੀਕ ਆ ਕਿ ਨਹੀਂ। ਪਰ ਜਿਹੜਾ ਆਪਦੇ ਆਪ ਜਿਹੜਾ ਸਹੀ ਮੈਨੇ ਦਿਲੋਂ ਆਉਣਾ ਚਾਹੁੰਦਾ, ਜਿਹੜਾ ਦਿਲੋਂ ਛੱਡਣਾ ਚਾਹੁੰਦਾ, ਉਹ ਮੇਰਾ ਵੀਰ ਨੂੰ ਵੈਲਕਮ ਆ, ਜੀ ਆਇਆ ਮੈਂ। ਜ਼ਰੂਰ ਆਓ, ਡਰੋ ਨਾ, ਕੋਈ ਚੱਕਰ ਨਹੀਂ ਗਾ ਯਾਰ। ਇੱਕ ਵਾਰ ਆ ਕੇ ਮਿਲ ਕੇ ਜ਼ਰੂਰ ਜਾਓ, ਮੇਰੀ ਬੇਨਤੀ ਹੈ ਮੇਰਾ ਵੀਰ। ਕਿੰਨੇ ਕੁ ਮਹੀਨੇ 'ਚ ਨਸ਼ਾ ਛੁਡਾ ਦੋਗੇ? ਦੇਖੋ ਜਿਹੜਾ ਇਹ ਬੰਦੇ ਦੇ ਜਿਹੜਾ ਆਉਂਦਾ ਉਹਦੇ ਉੱਤੇ ਡਿਪੈਂਡ ਆ ਵੀ ਉਹਦੀ ਕੰਡੀਸ਼ਨ ਕਿੱਦਾਂ ਦੀ, ਉਹਦਾ ਮਾਈਂਡ ਕਿੱਦਾਂ ਦਾ ਵਾ। 2 ਮਹੀਨੇ 'ਚ ਵੀ ਰਿਕਵਰ ਕਰ ਜਾਂਦੇ ਨੇ। ਕੋਈ ਸਾਡੇ ਕੋਲ ਇੱਦਾਂ ਦੇ ਮੁੰਡੇ ਵੀ ਆਉਂਦੇ ਨੇ 20 ਦਿਨ 'ਚ ਵੀ ਰਿਕਵਰ ਕਰ ਜਾਂਦੇ ਨੇ। ਰਿਕਵਰ ਮਤਲਬ ਕਿ 20 ਦਿਨਾਂ 'ਚ ਠੀਕ ਹੋ ਗਏ, ਉਸ ਤੋਂ ਬਾਅਦ ਉਹਨਾਂ ਨੂੰ ਸਾਲ ਹੋ ਜਾਂਦਾ, ਨਸ਼ਾ ਨਹੀਂ ਕਰਦੇ ਹੈਗੇ। ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਬਿਲਕੁਲ ਜੇਸਨ, ਸਾਡੇ ਨਾਲ ਰਾਜਦੀਪ ਸਿੰਘ ਹੋਣੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਸਾਂਝਾ ਕੀਤਾ, ਕਿਸ ਤਰੀਕੇ ਦੇ ਨਾਲ ਇੱਕ ਉਹ ਨੌਜਵਾਨ ਜੋ 20 ਸਾਲ ਦੀ ਉਮਰ ਦੇ ਵਿੱਚ ਨਸ਼ਾ ਕਰਨ ਲੱਗਿਆ ਤੇ 14 ਸਾਲ ਤੱਕ ਨਸ਼ਾ ਕਰਦਾ ਰਿਹਾ ਔਰ 14 ਸਾਲ ਆਪਣੇ ਪਿੰਡੇ ਤੇ ਉਹ ਚੀਜ਼ਾਂ ਹੰਡਾਈਆਂ, ਬਹੁਤ ਕੁਝ ਖੋਇਆ ਗਵਾਇਆ ਔਰ ਅੱਜ ਇੱਕ ਸੋਹਣੀ ਜ਼ਿੰਦਗੀ ਜਿਉ ਰਹੇ ਨੇ ਤੇ ਬੜਿਆਂ ਨੂੰ ਜ਼ਿੰਦਗੀ ਦੇ ਵੀ ਰਹੇ ਨੇ ਕਿ ਜੇਕਰ ਅੱਜ ਮੈਂ ਉਸ ਦਲਦਲ ਚੋਂ ਨਿਕਲ ਸਕਦਾ ਤਾਂ ਤੁਸੀਂ ਕਿਉਂ ਨਹੀਂ ਨਿਕਲ ਸਕਦੇ। ਜੇਕਰ ਆਉਣਾ ਚਾਹੁੰਦੇ ਹੋ ਤਾਂ ਅਸੀਂ ਇਸ ਵੇਲੇ ਸਾਹਨੇਵਾਲ ਬੈਠੇ ਹੋਏ ਹਾਂ। ਸਾਹਨੇਵਾਲ ਦਾ ਪਿੰਡ ਬਿਲਗਾ ਹੈ, ਜਿੱਥੇ ਇਹਨਾਂ ਦੇ ਵੱਲੋਂ ਗੁਰੂ ਰਾਮਦਾਸ ਵਿਦਿਆਲਾ ਵੀ ਚਲਾਇਆ ਜਾ ਰਿਹਾ, ਜਿੱਥੇ ਬਹੁਤ ਸਾਰੇ ਵਿਦਿਆਰਥੀ ਆਉਂਦੇ ਨੇ ਜਾਂ ਉਹ ਲੋਕ ਆਉਂਦੇ ਨੇ ਜੋ ਉਸ ਨਸ਼ੇ ਦੀ ਦਲਦਲ ਵਿੱਚ ਧੱਸੇ ਹੋਏ ਨੇ, ਰਾਹ ਨਹੀਂ ਲੱਭਦਾ ਉਹਨਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਅਸੀਂ ਨਸ਼ਾ ਛੱਡ ਦਈਏ। ਤਾਂ ਇਹਨਾਂ ਦੇ ਕੋਲ ਤੁਸੀਂ ਆ ਕੇ ਉਸ ਜੜ ਨੂੰ ਖਤਮ ਕਰ ਸਕਦੇ ਹੋ ਜਿਹੜਾ ਤੁਹਾਨੂੰ ਇਸ ਵੇਲੇ ਕੋੜ ਲੱਗਾ ਹੋਇਆ ਹੈ, ਉਸ ਕੋੜ ਤੋਂ ਤੁਸੀਂ ਦੂਰ ਵੀ ਹੋ ਸਕਦੇ ਹੋ। ਤੇ ਪਿੰਡ ਸਾਹਨੇਵਾਲ ਦੇ ਬਿਲਕੁਲ ਨਜ਼ਦੀਕ ਪਿੰਡ ਬਲਗਾ ਪੈਂਦਾ, ਤੁਸੀਂ ਇੱਥੇ ਆ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਦੇ ਨਾਲ ਰਹਿ ਕੇ ਇੱਕ ਬਾਣੀ ਤੇ ਬਾਣੇ ਵਾਲਾ ਸਿੰਘ ਬਣ ਸਕਦੇ ਹੋ। ਹੁਣ ਅਸੀਂ ਤੁਹਾਡੇ ਤੋਂ ਲਵਾਂਗੇ ਆਗਿਆ। ਸਹਿਯੋਗੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।